ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਵਾਰੀ ਫੇਰ ਪ੍ਰੋਗਰਾਮ ਸਿੱਖ ਮੱਤ ਲੈ ਕੇ ਆਪ ਸਾਰੇ ਵੀਰਾਂ ਨਾਲ ਹਾਜ਼ਰ ਹੋਏ ਹਾਂ। ਅੱਜ ਪ੍ਰੋਗਰਾਮ ਸਿੱਖ ਮੱਤ ਦਾ ਐਪੀਸੋਡ ਨੰਬਰ 12 ਤੇ ਮੇਰੇ ਨਾਲ ਅੱਜ ਵੀਰ ਨੇ ਤੇਜਵੀਰ ਸਿੰਘ ਤੇ ਵੀਰ ਸੁਖਜਿੰਦਰ ਸਿੰਘ। ਦੋਨੋਂ ਵੀਰੇ ਲੰਡਨ ਤੋਂ ਮੇਰੇ ਨਾਲ ਅੱਜ ਜੁੜੇ ਹੋਏ ਨੇ। ਸੋ ਤੁਹਾਨੂੰ ਵੀਰਾਂ ਨੂੰ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਾ ਵਿਸ਼ਾ ਆਪਣਾ ਉਹੀ ਜਨਰਲ ਗੱਲਾਂ ਜਿਹੜੀਆਂ ਆਪਾਂ ਕਰਦੇ ਹੀ ਹਾਂ ਹਲ ਹਮੇਸ਼ਾ, ਕਿਉਂਕਿ ਸਿੱਖੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ। ਤੇ ਉਹ ਵਿਸ਼ਿਆਂ ਦੇ ਉੱਤੇ ਗੱਲ ਕਿਉਂ ਨਹੀਂ ਹੁੰਦੀ? ਕਿਉਂਕਿ ਜਿਹੜੇ ਸਾਡੇ ਕੌਮ ਦੇ ਪ੍ਰਚਾਰਕ ਨੇ, ਤਾਂ ਜਿਹੜੀ ਸਾਡੀ ਕੌਮ ਦੇ ਆਗੂ ਨੇ, ਉਹ ਕਿਤੇ ਨਾ ਕਿਤੇ ਹੋਰਾਂ ਚੀਜ਼ਾਂ 'ਚ ਵੱਜੇ ਹੋਏ ਨੇ। ਉਹਨਾਂ ਦੇ ਪਿੱਛੇ ਕੁਝ ਉਹਨਾਂ ਦੇ ਨਿੱਜੀ ਮੁਫਾਦ ਨੇ ਜਿਹਦੇ ਕਰਕੇ ਉਹ ਜਿਹੜੀ ਉਹ ਗੱਲਬਾਤ ਨਹੀਂ ਕਰ ਸਕਦੇ। ਸੋ ਇਸੇ ਕਰਕੇ ਆਪਾਂ ਸਾਰੇ ਵੀਰਾਂ ਨੇ ਫੈਸਲਾ ਕੀਤਾ ਸੀ ਕਿ ਆਪਾਂ ਸਾਰੇ ਜਣੇ ਰਲ ਕੇ ਜਿਹੜਾ ਇਹ ਪ੍ਰੋਗਰਾਮ ਹੈ ਉਹ ਕਰਿਆ ਕਰਾਂਗੇ। ਸਾਡੇ ਵਿੱਚ ਕੋਈ ਵੀ ਪ੍ਰੋਫੈਸ਼ਨਲੀ ਕੋਈ ਐਡਾ ਜ਼ਿਆਦਾ ਬੁਲਾਰਾ ਨਹੀਂ, ਕੋਈ ਪ੍ਰੋਫੈਸ਼ਨਲੀ ਐਂਕਰ ਨਹੀਂ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਿਰਫ ਅਸੀਂ ਇਕੱਠੇ ਹੋ ਕੇ ਆਪਸ 'ਚ ਜਿਹੜੀ ਗੱਲਬਾਤ ਕਰ ਲਈਏ, ਬਸ ਜਿੰਨੀ ਸਾਤੋਂ ਹੋ ਸਕੇ ਉਨੀ ਅਸੀਂ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਹਾਂ। ਤੇ ਆਮ ਲੋਕਾਂ ਨੂੰ ਜੇ ਪਸੰਦ ਆਉਂਦੀ ਹੈ ਸਾਰਿਆਂ ਨੂੰ ਤਾਂ ਠੀਕ ਹੈ, ਜੇ ਨਹੀਂ ਪਸੰਦ ਆਉਂਦੀ ਤਾਂ ਵੀ ਤੁਹਾਡੀ ਮਰਜ਼ੀ ਹੈ। ਤੁਸੀਂ ਇਹਨੂੰ ਜਦੋਂ ਮਰਜ਼ੀ ਬੰਦ ਕਰ ਸਕਦੇ ਹੋ, ਕਿਸੇ ਨਾਲ ਕੋਈ ਧੱਕਾ ਨਹੀਂ। ਸੋ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਸਾਡਾ ਵਿਸ਼ਾ ਹੈ ਜਾਗਰੂਕ ਪ੍ਰਚਾਰਕਾਂ ਦੇ ਬਾਰੇ 'ਚ। ਕੱਲ੍ਹ ਵੀ ਆਪਾਂ ਜਿਹੜਾ ਪ੍ਰੋਗਰਾਮ ਕੀਤਾ ਸੀਗਾ ਉਹਦਾ ਵੀ ਵਿਸ਼ਾ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਇਰਦ ਗਿਰਦ ਹੀ ਘੁੰਮਦਾ ਸੀਗਾ। ਅੱਜ 28 ਤਰੀਕ ਤੇ ਅੱਜ ਭਾਈ ਸਾਹਿਬ ਦਾ ਦੀਵਾਨ ਜਿਹੜਾ ਮੈਂ ਅੱਜ ਸੁਣਿਆ, ਕਿਉਂਕਿ ਜਿਹੜਾ ਹੁਣ ਅਸੀਂ ਆ ਪ੍ਰੋਗਰਾਮ ਕਰ ਰਹੇ ਹਾਂ ਇਹ ਸ਼ਾਇਦ ਅਸੀਂ ਰਿਕਾਰਡਡ ਜਿਹੜਾ ਪ੍ਰੋਗਰਾਮ ਪਾਇਆ ਜਾਊਗਾ, ਇਹ ਕੱਲ੍ਹ ਨੂੰ ਪਾਇਆ ਜਾਊਗਾ। ਸੋ ਜਿਹੜਾ ਅੱਜ ਭਾਈ ਸਾਹਿਬ ਦਾ ਦੀਵਾਨ ਹੋਇਆ 28 ਜੂਨ ਦਾ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਸੁਣਨ। ਉਹਨਾਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਬੀਬੀ ਗਗਨਦੀਪ ਕੌਰ ਬਾਰੇ 'ਚ। ਬੀਬੀ ਗਗਨਦੀਪ ਕੌਰ ਜੋ ਕਿ ਸਿੱਖ ਪ੍ਰਚਾਰਕ ਨੇ, ਭੈਣ ਗਗਨਦੀਪ ਕੌਰ ਜਿਨ੍ਹਾਂ ਨੂੰ ਕਿਹਾ ਜਾਂਦਾ। ਸੋ ਉਹ ਗੱਲਬਾਤ ਉਹਨਾਂ ਨੇ ਕੀਤੀ ਹੈ ਬਲਰਾਜ ਸਿੰਘ ਦੇ ਚੈਨਲ ਦੇ ਉੱਤੇ, ਉਹਨਾਂ ਦਾ YouTube ਚੈਨਲ ਹੈ। ਤੇ ਉੱਤੇ ਬੀਬੀ ਜੀ ਨੇ ਗੱਲਬਾਤ ਕੀਤੀ ਜਾ ਕੇ ਬਈ ਸਿਕਿਉਰਿਟੀ ਰੱਖ ਕੇ ਪ੍ਰਚਾਰਕ ਜਿਹੜੇ ਆ ਉਹ ਅੱਜ ਕੱਲ੍ਹ ਪ੍ਰਚਾਰ ਕਰਦੇ ਆ, ਤੇ ਸਿਕਿਉਰਿਟੀ ਰੱਖ ਕੇ ਜਿਹੜਾ ਪ੍ਰਚਾਰ ਹੈ ਉਹ ਨਹੀਂ ਕੀਤਾ ਜਾ ਸਕਦਾ। ਤੇ ਉਹਨਾਂ ਨੇ ਸਿਕਿਉਰਿਟੀ ਦੇ ਉੱਤੇ ਕਾਫੀ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਲਾਏ। ਉਹਦਾ ਜਵਾਬ ਭਾਈ ਰਣਜੀਤ ਸਿੰਘ ਹੋਣਾ ਨੇ ਆਪਣੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆ ਉਸ ਦੀਵਾਨ ਦੇ ਵਿੱਚ ਦਿੱਤਾ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਦੀਵਾਨ ਜਿਹੜਾ ਆ ਉਹਨੂੰ ਜ਼ਰੂਰ ਸੁਣਨ, ਕਿਉਂਕਿ ਸ਼ਾਇਦ ਸਾਡੇ ਤੋਂ ਤਾਂ ਉਹਨੇ ਵਧੀਆ ਤਰੀਕੇ ਨਾਲ ਜਿਹੜੀ ਆ ਗੱਲਬਾਤ ਨਹੀਂ ਕਰ ਹੋਣੀ। ਸਾਫ਼ ਤੌਰ ਤੇ ਭਾਈ ਸਾਹਿਬ ਨੇ ਕਿਹਾ ਕਿ ਜਿਹੜੇ ਸਾਡੇ ਨਾਲ ਬੰਦੇ ਨੇ, ਜਿਹੜੇ ਅਸੀਂ ਹਥਿਆਰ ਰੱਖੇ ਨੇ, ਉਹ ਜਿਹੜਾ ਉਹਨਾਂ ਦਾ ਮਕਸਦ ਹੈ ਉਹ ਗੁੰਡਿਆਂ ਦੀ ਗੁੰਡਾਗਰਦੀ ਤੋਂ ਬਚਾਉਣਾ ਹੈ, ਆਪਣਾ ਬਚਾਅ ਕਰਨਾ ਹੈ, ਨਾ ਕਿ ਉਹਨੂੰ ਕਿਸੇ ਹੋਰ ਦੇ ਉੱਤੇ ਵਰਤਣਾ। ਸੋ ਬਹੁਤ ਕਲੀਅਰਲੀ ਜਿਹੜੀਆਂ ਉਹ ਗੱਲਾਂ ਜਿਹੜੀਆਂ ਭਾਈ ਸਾਹਿਬ ਨੇ ਕੀਤੀਆਂ ਨੇ। ਸੋ ਇਹਨਾਂ ਵਿਸ਼ਿਆਂ ਦੇ ਬਾਰੇ 'ਚ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਅੱਜ ਕਿਉਂ ਇਹੋ ਜਿਹਾ ਸਮਾਂ ਆ ਗਿਆ ਕਿ ਜਿਹੜੇ ਪ੍ਰਚਾਰਕ, ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਪਾਸੇ ਜਾਗਰੂਕਾਂ ਵੱਲ ਦੇ ਪਾਸੇ ਆਏ ਸੀ, ਜਦੋਂ ਗੁਰਮਤਿ ਦੀ ਗੱਲ ਕਰਨੀ ਉਹਨਾਂ ਨੇ ਸ਼ੁਰੂ ਕੀਤੀ ਸੀ, ਤਾਂ ਇਹ ਬੜਾ ਇਹਨਾਂ ਨੂੰ ਚਾਅ ਚੜਿਆ ਹੋਇਆ ਸੀਗਾ ਕਿ ਸਾਡਾ ਭਾਈ ਹੈ, ਹੁਣ ਇਹ ਸਾਡੇ ਨਾਲ ਆ ਗਿਆ ਤੇ ਹੁਣ ਸਾਡੀ ਪੂਰੀ ਚੜ੍ਹਾਈ ਹੋਊਗੀ, ਇਹਦੇ ਨਾਲ ਸਾਡਾ ਮਿਸ਼ਨ ਜਿਹੜਾ ਆ ਬਹੁਤ ਉੱਪਰ ਜਾਊਗਾ। ਉਸ ਵੇਲੇ ਬੜੇ ਖੁਸ਼ ਸੀਗੇ, ਪਰ ਅੱਜ ਇਹੋ ਜਿਹਾ ਕੀ ਵਾਪਰਿਆ ਕਿ ਜਿਹੜੇ ਇਹ ਬੰਦੇ ਆ ਇਹ ਸਾਰੇ ਆ ਭਾਈ ਸਾਹਿਬ ਦੇ ਵਿਰੋਧ ਵਿੱਚ ਖੜੇ ਨੇ। ਆਪਾਂ ਇਹਦੇ ਬਾਰੇ 'ਚ ਗੱਲਬਾਤ ਕਰਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਵੀਰ ਤੇਜਵੀਰ ਸਿੰਘ ਹੋਣਾ ਨਾਲ ਕਿ ਵੀਰ ਤੇਜਵੀਰ ਸਿੰਘ ਆਪਣੇ ਇਸ ਦੇ ਬਾਰੇ 'ਚ ਕੀ ਵਿਚਾਰ ਨੇ ਕਿ ਕਿਉਂ ਇਹ ਸਾਰਾ ਵਰਤਾਰਾ ਜਿਹੜਾ ਆ ਇਹ ਜਾਗਰੂਕਾਂ ਵੱਲੋਂ ਵਰਤਾਇਆ ਜਾ ਰਿਹਾ? ਹਾਂਜੀ ਹਾਂਜੀ ਭਾਈ ਸਾਹਿਬ ਜੀ, ਜੇ ਤਾਂ ਤੁਸੀਂ ਇਹਨਾਂ ਜਾਗਰੂਕਾਂ ਜਾਂ ਮਿਸ਼ਨਰੀਆਂ ਨੂੰ ਜੇ ਤੁਸੀਂ ਸੁਣੋਗੇ ਨਾ, ਤੇ ਜਿਹੜੇ ਵੀ ਪ੍ਰੋਬਲਮਸ ਨੇ ਤੁਹਾਨੂੰ ਪ੍ਰੋਬਲਮਸ ਸਾਰੀ ਦੱਸੀ ਜਾ ਰਹੀ, ਇਹ ਪ੍ਰੋਬਲਮ ਹੈ, ਇਹ ਪ੍ਰੋਬਲਮ ਹੈ, ਇਹ ਪ੍ਰੋਬਲਮ ਹੈ, ਠੀਕ ਹੈ। ਉਹਦਾ ਕੋਈ ਐਗਜ਼ੈਕਟ ਕੋਈ ਪ੍ਰੋਪਰ ਸੋਲੂਸ਼ਨ ਨਹੀਂ ਦੱਸ ਰਹੇ ਤੁਹਾਨੂੰ। ਬਿਲਕੁਲ। ਤੇ ਉਹ ਹਮਲਾ ਕੀਤਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ। ਹਾਂਜੀ। ਹਾਲਾਂਕਿ ਇੱਕ ਸਾਥੀ ਜਾਨ ਗਵਾਣੀ ਪਈ, ਭਾਈ ਭੁਪਿੰਦਰ ਸਿੰਘ। ਉਸ ਤੋਂ ਬਾਵਜੂਦ ਵੀ ਉਹ ਬੰਦਾ ਡੋਲਿਆ ਨਹੀਂ ਹੈਗਾ, ਪਿੱਛੇ ਨਹੀਂ ਮੁੜਿਆ ਹੈਗਾ। ਉਹਨੇ ਸਗੋਂ ਅੱਗੇ ਦੀ ਸੋਚੀ ਵੀ ਮੈਂ ਅੱਗੇ ਜਾਣਾ ਹੈ, ਠੀਕ ਹੈ ਜੀ। ਇਸ ਕਰਕੇ ਇਸ ਇਕੱਲੇ ਨਾ ਪ੍ਰੋਬਲਮ ਦੱਸੀ ਜਾ ਰਹੇ, ਇਹਨਾਂ ਨੇ ਸੋਲੂਸ਼ਨ ਨਹੀਂ ਦੱਸੇ। ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਨੇ ਸੋਲੂਸ਼ਨ ਵੀ ਦੱਸਿਆ ਤੇ ਉਹਨਾਂ ਨੇ ਸਾਨੂੰ ਮੋਟੀਵੇਟ ਵੀ ਕੀਤਾ ਸੰਗਤ ਨੂੰ ਵੀ ਹਾਂ ਵੀ ਇਸ ਦਾ ਕਿਸ ਤਰ੍ਹਾਂ ਹੱਲ ਹੋ ਸਕਦਾ, ਆਪਾਂ ਕਿਸ ਤਰ੍ਹਾਂ ਅੱਗੇ ਨਿਕਲੀਏ, ਕਿੱਦਾਂ ਅੱਗੇ ਚੱਲੀਏ। ਪ੍ਰੋਬਲਮ ਇਹਨਾਂ ਨੂੰ ਸਿਰਫ ਇੱਥੋਂ ਪਈ ਆ ਵੀ ਉਹ ਬੰਦੇ ਨੇ ਜਿਹੜੀ ਗੱਲਾਂ ਕੀਤੀਆਂ ਉਹ ਸਾਡੇ ਤੋਂ ਸਟੈਪ ਫੋਰਵਰਡ ਹੋ ਗਿਆ ਹੈ ਤੇ ਲੋਕੀ ਜਨਤਾ ਉਹਨਾਂ ਨੂੰ ਜ਼ਿਆਦਾ ਸੁਣਨ ਲੱਗ ਗਈ ਹੈ, ਜ਼ਿਆਦਾ ਐਪਰੀਸ਼ੀਏਟ ਕਰਨ ਲੱਗ ਪਈ ਹੈ। ਇਹ ਗੱਲਾਂ ਕਰਕੇ ਇਹਨਾਂ ਨੇ ਸੋਚਿਆ ਵੀ ਨਹੀਂ ਇੱਥੇ ਨਹੀਂ ਸਾਡੀ ਗੱਲ ਨਹੀਂ ਹੈਗੀ। ਇਹਨਾਂ ਨੇ ਸੋਚਿਆ ਵੀ ਭਾਈ ਰਣਜੀਤ ਸਿੰਘ ਨਾਲ ਅਸੀਂ ਰਲ ਮਿਲ ਕੇ ਚੱਲੀਏ,
ਪਰ ਨਹੀਂ, ਕਿਉਂਕਿ ਇਹਨਾਂ ਦੀ ਸੋਚ ਕਿਸੇ ਮਾਤਰ ਇੱਕ ਥਾਂ ਤੇ ਖੜੀ ਪਈ ਹੈ। ਇਹਨਾਂ ਦੇ ਵਿੱਚ ਇੰਨਾ ਹੌਸਲਾ ਨਹੀਂ ਹੈਗਾ, ਇੱਕ ਦਮ ਨਹੀਂ ਹੈਗਾ ਵੀ ਇਹ ਖੁੱਲ ਕੇ ਗੱਲ ਕਰ ਸਕਣ। ਤੇ ਭਾਈ ਰਣਜੀਤ ਸਿੰਘ ਨੇ ਜੋ ਵੀ ਕੀਤਾ, ਖੁੱਲ ਕੇ ਗੱਲ ਕੀਤੀ ਆ, ਖੁੱਲ ਕੇ ਸਾਰਾ ਕੁਝ ਕੀਤਾ ਵੀ ਹਾਂ ਵੀ ਇਹ ਚੱਲ ਰਿਹਾ, ਇਹ ਸਾਰਾ ਕੁਝ ਆ, ਠੀਕ ਆ। ਤੇ ਹੁਣ ਤੁਸੀਂ ਜੇ ਕਹਿ ਲਓ ਵੀ ਜਦੋਂ ਭਾਈ ਸਾਹਿਬ ਤੇ ਛਬੀਲ ਲੱਗੀ ਆ, ਹੈਨਾ, ਉਸ ਟਾਈਮ ਇੱਕ ਦਹਿਲ ਦਾ ਮੂਡ ਬਣ ਗਿਆ। ਸਾਰਿਆਂ ਦੇ ਨਾ ਮਨਾਂ ਵਿੱਚ ਇਹ ਸੀ ਵੀ ਸ਼ਾਇਦ ਹੁਣ ਭਾਈ ਸਾਹਿਬ ਰਣਜੀਤ ਸਿੰਘ ਵਾਪਸ ਮੁੜ ਜਾਣ, ਬਿਲਕੁਲ ਵੀ ਇਹ ਅੱਗੇ ਜਿਹੜੀ ਇਹ ਵਿਚਾਰ ਕਰ ਰਹੇ ਸੀ ਅੱਗੇ ਫਾਰਵਰਡ ਨਹੀਂ ਕਰਨ ਲੱਗੇ। ਪਰ ਹੋਇਆ ਉਸ ਤੋਂ ਉਲਟ। ਹਾਂਜੀ, ਜਿਹੜੀ ਉਹਨਾਂ ਨੇ ਉਸ ਤੋਂ ਜਿਹੜੀ ਦਲੀਲਾਂ ਲਿਆਂਦੀਆਂ, ਜਿਹੜੀ ਵਿਚਾਰਾਂ ਕੀਤੀਆਂ, ਜਿਹੜੀ ਉਹਨਾਂ ਨੇ ਗੁਰਬਾਣੀ ਦੀ ਸਮਝ ਸਾਡੇ ਪੱਲੇ ਜਾਂ ਸੰਗਤ ਦੇ ਪੱਲੇ ਪਾਈ, ਉਹ ਤਾਂ ਮੈਂ ਕਹਿੰਦਾ ਬਾ ਕਮਾਲ ਆ, ਹੈਨਾ। ਤੇ ਉਹਨਾਂ ਗੱਲਾਂ ਪਿੱਛੋਂ ਹੀ ਇਹਨਾਂ ਨੂੰ ਥੋੜੀ ਜੀ ਈਰਖਾ, ਮੈਂ ਕਹਾਂ ਇਹਨਾਂ ਦੇ ਵਿੱਚ ਈਰਖਾ ਜ਼ਿਆਦਾ ਹੈ ਇਸ ਟਾਈਮ। ਇਹ ਈਰਖਾ ਕਰਕੇ ਨਹੀਂ ਜਿਸ ਤਰ੍ਹਾਂ ਆ ਰਹੇ, ਕਿਉਂਕਿ ਪਰ ਜਿਹੜੀਆਂ ਗੱਲਾਂ ਇਹ ਸੋਚਦੇ ਸੀ ਪਰ ਕਰ ਨਹੀਂ ਸੀ ਪਾ ਰਹੇ, ਪਰ ਭਾਈ ਸਾਹਿਬ ਨੇ ਸੋਚਿਆ ਨਹੀਂ, ਕਰਕੇ ਦਿਖਾਤੀਆਂ। ਹਾਂ ਵੀ ਜੇ ਕਿਹਾ ਹੈ ਤਾਂ ਕਰਾਂਗੇ ਵੀ ਗੱਲਾਂ, ਜੇ ਗੁੰਡਾਗਰਦੀ ਕਰਦੇ ਆ ਤਾਂ ਕਰਾਂਗੇ, ਕਿਉਂਕਿ ਇਹਨਾਂ ਦੇ ਪਿੱਛੇ ਹੀ ਦੇਖ ਲਈਏ ਵੀ ਕੌਮ ਦੇ ਉੱਤੇ ਟਕਸਾਲ ਇੱਕ ਕਾਬਜ਼ ਧਰਿਆ, ਤੇ ਜਿਹੜੇ ਜੋ ਕਹਿੰਦੇ ਉਹ ਕਰਦੇ ਆ, ਤੇ ਜੋ ਆਪਣੀਆਂ ਮਰਜ਼ੀਆਂ ਕਰਦੇ ਆ। ਜੇ ਕੋਈ ਕੁਛ ਬੋਲੇ ਸ਼ਰੇਆਮ ਗੁੰਡਾਗਰਦੀ ਕਰਕੇ ਉਹਦੀ ਜ਼ੁਬਾਨ ਚੁੱਪ ਕਰਾ ਦਿੰਦੇ ਆ, ਠੀਕ ਹੈ ਜੀ। ਤੇ ਪਰ ਭਾਈ ਰਣਜੀਤ ਸਿੰਘ ਦੇ ਉੱਤੇ ਇੰਨਾ ਵੱਡਾ, ਮੈਂ ਤਾਂ ਕਹਿੰਦਾ ਵੀ ਹਾਂ ਵੀ ਧੰਨ ਆ ਉਹ ਬੰਦਾ, ਵੀ ਇੰਨਾ ਵੱਡਾ ਹਮਲਾ ਹੋਇਆ ਉਹਨਾਂ ਦੀ ਅੱਖਾਂ ਦੇ ਸਾਹਮਣੇ। ਉਹਨਾਂ ਦੇ ਭੁਪਿੰਦਰ ਸਿੰਘ ਭਾਈ, ਉਹਨਾਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ, ਪਰ ਫੇਰ ਵੀ ਅੱਖਾਂ ਦੇ ਸਾਹਮਣੇ, ਮੈਂ ਕਹਿੰਦਾ ਵੀ ਸਾਡੇ ਅੱਖਾਂ ਦੇ ਸਾਹਮਣੇ ਕੋਈ ਕੁੱਤਾ ਵੀ ਮਾਰ ਦੇਵੇ ਨਾ, ਫਿਰ ਵੀ ਬੰਦਾ ਡਰ ਜਾਂਦਾ ਹੈ। ਪਰ ਉਸ ਇਨਸਾਨ ਨੇ ਬਿਲਕੁਲ ਨਹੀਂ ਡੋਲਿਆ ਹੈਗਾ, ਕੁਛ ਨਹੀਂ। ਉਸ ਤੋਂ ਬਾਅਦ ਉਹ ਵੱਧ ਤੋਂ ਵੱਧ ਕੇ ਆਇਆ। ਹਰ ਇਹਨਾਂ ਨੂੰ ਵੀ ਪਤਾ ਆ ਵੀ ਭਾਈ ਸਾਹਿਬ ਜਿਹੜੀ ਗੱਲਾਂ ਕਰ ਰਹੇ ਆ ਉਹ ਸਹੀ ਆ। ਪਰ ਹੁਣ ਤੁਸੀਂ ਦੇਖ ਲਓ, ਧੁੰਦੇ ਨੂੰ ਦੇਖ ਲਓ ਜਾਂ ਇਹਨਾਂ ਨੂੰ ਦੇਖ ਲਓ, ਆਪਣੇ ਗਗਨਦੀਪ ਕੌਰ ਨੂੰ, ਸਿੱਧਾ ਨਾਮ ਲੈ ਰਹੇ ਗਗਨਦੀਪ ਕੌਰ ਭੈਣ ਜੀ, ਤੁਹਾਨੂੰ ਬੇਨਤੀ ਆ, ਜਿਹੜੀ ਉਹ ਗੱਲਾਂ ਕਰਦੇ ਆ ਨਾ, ਉਹਨਾਂ ਦੇ ਜਿਹੜੇ ਗੱਲ ਦਾ ਜਵਾਬ ਆ ਦਲੀਲ ਨਾ ਦਿਓ। ਇਹ ਨਹੀਂ ਹੈਗਾ ਸਿਕਿਉਰਿਟੀ ਆ, ਏਦਾਂ ਆ, ਫਲਾਣਾ ਢਿਮਕਾਣਾ, ਇਹ ਗੱਲਾਂ ਦੀ ਸੈਂਸ ਨਹੀਂ ਕੋਈ ਬਣਦੀ ਹੈਗੀ। ਸਿਕਿਉਰਿਟੀ ਉਹਨਾਂ ਨੂੰ ਰੱਖਣੀ ਪਈ, ਕਿਉਂਕਿ ਜਦੋਂ ਉਹਨਾਂ ਨੇ ਸੱਚ ਬੋਲਿਆ, ਉਹ ਸੰਤ ਬਾਬਿਆਂ ਚੋਂ ਉਜੜ ਕੇ ਬਾਹਰ ਆਏ ਵੀ ਨਹੀਂ, ਵੀ ਹਾਂ ਵੀ ਨਹੀਂ ਇਹ ਗਲਤ ਹੋ ਰਿਹਾ ਆ। ਉਹਨਾਂ ਨੇ ਜਦੋਂ ਆਪਣੀ ਗੱਲ ਰੱਖੀ, ਸਾਰਾ ਕੁਝ ਕੀਤਾ, ਤੇ ਉਸ ਤੋਂ ਬਾਅਦ ਉਹਨਾਂ ਤੇ ਅਟੈਕ ਹੋਇਆ, ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਅਟੈਕ ਹੋਇਆ, ਫਿਰ ਉਹਨਾਂ ਨੂੰ ਸਿਕਿਉਰਿਟੀ ਰੱਖਣੀ ਪਈ। ਉਦਾਂ ਜਦੋਂ ਸੰਤ ਬਾਬੇ ਸਾਰਾ ਕੁਝ, ਉਹਨਾਂ ਤੇ ਕੋਈ ਅਟੈਕ ਨਹੀਂ ਹੋਇਆ, ਕੁਝ ਨਹੀਂ ਹੋਇਆ, ਸਾਰਾ ਕੁਝ ਸਹੀ ਸੀ। ਪਰ ਜਦੋਂ ਨੇ ਸੱਚ ਦੀ ਗੱਲ ਕੀਤੀ, ਉਹਨਾਂ ਦੇ ਅਟੈਕ ਹੋ ਗਿਆ। ਮੈਂ ਬੇਬੀ ਗਗਨਦੀਪ ਕੌਰ ਨੂੰ ਕਹਿੰਦਾ, ਹਾਂ ਵੀ ਜੇ ਤੁਸੀਂ ਕਰ ਸਕਦੇ ਹੋ, ਹਾਂ ਵੀ ਤੁਸੀਂ ਧੂਮੇ ਦਾ ਨਾਂ ਲੈ ਕੇ ਕਹੋ, ਹਾਂ ਵੀ ਧੂਮਾ ਗੁੰਡਾਗਰਦੀ ਕਰਦਾ ਆ, ਇਹ ਕਰਦਾ ਹੈ, ਗਲਤ ਕੰਮ ਕਰਦਾ ਹੈ, ਗਲਤ ਆ। ਦੇਖੋ ਤਾਂ ਸਵੇਰੇ ਦਗੜ ਹੁੰਦੀ ਕਿ ਨਹੀਂ, ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੱਦਾਂ ਗੱਲ ਕਰੀਦੀ ਆ, ਜੇ ਤੁਹਾਨੂੰ ਸਿਕਿਉਰਿਟੀ ਆਪ ਰੱਖਣੀ ਪਏਗੀ। ਸੋ ਇਸ ਕਰਕੇ ਡਰੇ ਪਏ ਆ, ਇਹ ਆਪ ਕੁਝ ਕਰ ਨਹੀਂ ਸਕਦੇ। ਤਾਂ ਭਾਈ ਸਾਹਿਬ ਰਣਜੀਤ ਸਿੰਘ ਇਹਨਾਂ ਨੂੰ ਇੱਕ ਮਿਲਿਆ ਵੀ ਹਾਂ ਵੀ ਉਹਨਾਂ ਦੇ ਉੱਤੇ ਰੌਲਾ ਪਾਓ, ਪਬਲਿਸਿਟੀ ਦਿੱਤੋ। ਮੈਨੂੰ ਤਾਂ ਇਹੀ ਸਭ ਲੱਗ ਰਿਹਾ, ਇਹ ਆਪ ਨਹੀਂ ਕੁਝ ਕਰਨ ਜੋਗੀ ਹੈਗੀ। ਹਾਂਜੀ, ਨੇ ਗੱਲ ਤਾਂ ਇਹੀ ਆਉਂਦੀ ਆ ਨਾ ਵਿੱਚੋਂ ਨਿਕਲ ਕੇ ਸਾਰੀਆਂ ਗੱਲਾਂ ਚੋਂ, ਬਈ ਜਦੋਂ ਤਾਂ ਭਾਈ ਰਣਜੀਤ ਸਿੰਘ ਹੁਣੀ ਇਹਨਾਂ ਦੇ ਹਿਸਾਬ ਨਾਲ ਗੱਲ ਕਰਦੇ ਸੀਗੇ, ਹਨਾ, ਫਿਰ ਤਾਂ ਉਹ ਇੱਕ ਤਰੀਕੇ ਨਾਲ ਇਹਨਾਂ ਦੇ ਵਲੰਟੀਅਰ ਬਣ ਕੇ ਜਿੰਨਾ ਚਿਰ ਉਹ ਕੰਮ ਕਰਦੇ ਸੀ, ਉਹਨਾਂ ਚਿਰ ਇਹਨਾਂ ਨੂੰ ਪ੍ਰਵਾਨ ਸੀ। ਉਦੋਂ ਪਹਿਲਾਂ ਉਹ ਟਕਸਾਲ ਦੇ ਵਲੰਟੀਅਰ ਹੋ ਕੇ ਕੰਮ ਕਰਦੇ ਸੀ, ਉਦੋਂ ਉਹ ਟਕਸਾਲ ਨੂੰ ਪ੍ਰਵਾਨ ਸੀ, ਉਦੋਂ ਉਹ ਬਾਬਿਆਂ ਨੂੰ ਪ੍ਰਵਾਨ ਸੀ, ਅਖੰਡ ਕੀਰਤਨੀ ਜਥੇ ਨੂੰ ਪ੍ਰਵਾਨ ਸੀ, ਕਿਉਂਕਿ ਸਾਰੀਆਂ ਸੰਪਰਦਾਵਾਂ ਦੇ ਉਹਨਾਂ ਨੂੰ ਏਦਾਂ ਲੱਗਦਾ ਸੀ ਕਿ ਰਣਜੀਤ ਸਿੰਘ ਬਾਈ ਸਾਡਾ ਵਲੰਟੀਅਰ ਹੈ। ਜਦੋਂ ਉਹਨਾਂ ਨਾਲੋਂ ਵੱਖਰੀ ਗੱਲ ਕੀਤੀ ਤਾਂ ਉਹਨਾਂ ਨੇ ਕਹਿਤਾ ਵੀ ਇਹ ਹੁਣ ਮਿਸ਼ਨਰੀ ਹੋ ਗਿਆ, ਇਹ ਹੁਣ ਨਾਸਤਿਕ ਹੋ ਗਿਆ। ਤੇ ਅੱਜ ਜਦੋਂ ਇਹਨਾਂ ਨਾਲੋਂ ਵੱਖਰੀ ਗੱਲ ਕਰਨੀ ਸ਼ੁਰੂ ਕੀਤੀ, ਤੇ ਅੱਜ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਰਣਜੀਤ ਸਿੰਘ ਤਾਂ ਨਾਸਤਿਕ ਹੋ ਗਿਆ, ਨਾਸਤਿਕ ਬਣਾਉਂਦਾ ਆ। ਜਦ ਕਿ ਕਲੀਅਰ ਹੈ ਕਿ ਟਕਸਾਲ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਮਿਸ਼ਨਰੀ ਨਾਸਤਿਕ ਹੀ ਆਉਂਦੇ ਆ। ਹੁਣ ਤੱਕ 96 ਦੀ ਕਤੀੜ ਕਹਿ ਕੇ ਤੁਹਾਨੂੰ ਸੰਬੋਧਨ ਹੁੰਦੇ ਆਏ ਆ ਮਿਸ਼ਨਰੀ, ਉਹ ਹਜੇ ਤੱਕ ਟਕਸਾਲੀ ਤੁਹਾਨੂੰ 96 ਦੀ ਕਤੀੜ ਕਹਿੰਦੇ ਆ। ਕਿਸੇ 'ਚ ਹਿੰਮਤ ਹੋਈ ਇਸ ਗੱਲ ਦਾ ਵਿਰੋਧ ਕਰਨ ਦੀ ਅੱਜ ਤੱਕ, ਉਹਨਾਂ ਨੂੰ ਕਹਿਣ ਦੀ ਵੀ ਭਾਈ ਤੁਸੀਂ ਕੌਣ ਹੁੰਦੇ ਹੋ ਇਹ ਗੱਲ ਕਹਿਣ ਵਾਲੇ। ਅੱਜ ਟਕਸਾਲ 'ਚ ਵਾਧੂ ਕਾਟੋ ਕਲੇਸ਼ ਹੋਇਆ ਪਿਆ, ਹਨਾ ਜੀ। ਅੱਜ ਟਕਸਾਲੀਆਂ ਨਹੀਂ, ਉਹਨਾਂ ਦੇ ਬੰਦਿਆਂ ਨਹੀਂ, ਹਨਾ, ਹਰਨਾਮ ਸਿੰਘ ਧੂਮੇ ਦੇ ਉੱਤੇ ਬੜੇ ਹੀ ਭੱਦੇ ਇਲਜ਼ਾਮ ਲਾਏ। ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਇਹਦੇ ਬਾਰੇ 'ਚ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਇਲਜ਼ਾਮਾਂ ਦੀਆਂ ਝੜੀਆਂ ਲਾਤੀਆਂ ਜੀ ਉਹਦੇ ਉੱਤੇ। ਪਰ ਅੱਜ ਮੌਕਾ ਸੀਗਾ ਇਹਨਾਂ ਦੇ ਕੋਲ, ਮਿਸ਼ਨਰੀਆਂ ਦੇ ਕੋਲ, ਵੀ ਭਾਈ ਅੱਜ ਸਮਾਂ ਆ ਤੁਹਾਡੇ ਕੋਲ, ਅੱਜ ਤੁਸੀਂ ਇਸ ਗੱਲਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਅੱਜ ਹੋ ਰਹੀਆਂ ਨੇ, ਤੁਸੀਂ ਟਕਸਾਲ ਨੂੰ ਟਾਰਗੇਟ ਕਰ ਸਕਦੇ ਸੀ, ਤੇ ਆਉਣ ਵਾਲੇ ਸਮੇਂ ਵਿੱਚ ਇਸ ਗੁੰਡਾਗਰਦੀ ਨੂੰ ਤੁਸੀਂ ਹਮੇਸ਼ਾ ਲਈ ਨੱਥ ਪਾ ਸਕਦੇ ਸੀ। ਪਰ ਉੱਦਾਂ ਨਹੀਂ ਹੋ ਸਕਿਆ, ਕਿਉਂਕਿ ਇਹਨਾਂ ਨੇ ਤਾਂ ਆਪਣੇ ਨਿੱਜੀ ਮਫਾਦਾਂ ਦੇ ਕਰਕੇ ਭਾਈ ਰਣਜੀਤ ਸਿੰਘ ਢੱਡਰੀਆਣਾ ਦਾ ਵਿਰੋਧ ਕਰਨ ਦਾ ਹੀ ਠਾਣਿਆ ਹੋਇਆ। ਉਸ ਤੋਂ ਅੱਗੇ ਇਹ ਵੱਧ ਨਹੀਂ ਰਹੇ, ਕਿਉਂਕਿ ਪਤਾ ਆ ਵੀ ਮੋਰਿਓਂ ਛਿੱਤਰ ਆਉਣੇ ਆ। ਜੇ ਗੱਲ ਕਰਨੀ ਆ
ਤਾਂ ਮੋਹਰਿਓ ਜਿਹੜੀ ਆ ਉਹ ਅਗਲਿਆਂ ਨੇ ਹਨਾ ਲਿਆ ਕੇ ਘਰੇ ਆ ਕੇ ਮਾਫੀ ਮੰਗਾਉਣੀ ਹੱਥ ਜੋੜ ਕੇ, ਹਨਾ ਤੁਹਾਨੂੰ ਬਿਲਕੁਲ ਸਾਰਿਆਂ ਨੂੰ ਲਿਆ ਕੇ ਉਹਨਾਂ ਨੇ ਰਾਹਾਂ 'ਚ ਖੜੇ ਕਰਕੇ ਤੁਹਾਡੇ ਜੂਤ ਫੇਰਨਾ, ਉਸ ਤੋਂ ਡਰਦੇ ਹੋਏ ਅੱਜ ਇਹ ਬੰਦੇ ਜਿਹੜੇ ਆ ਇਹ ਗੱਲ ਨਹੀਂ ਕਰ ਰਹੇ, ਹਨਾ ਸੁਖਜਿੰਦਰ ਸਿੰਘ ਜੀ ਕਰੋ ਗੱਲ। ਨਹੀਂ ਜੀ, ਬਿਲਕੁਲ ਜੀ, ਬਿਲਕੁਲ। ਜਿਹੜੀ ਅੱਜ ਦੇ ਟਾਈਮ ਤੇ ਜਿਹੜੀ ਜਾਗਰੂਕਾਂ ਦੀ ਜੋ ਹਾਲਤ ਆ, ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਕਿਉਂਕਿ ਜਾਣਦੇ ਸਭ ਕੁਝ ਆ, ਪਰ ਬੋਲਦੇ ਕਿਉਂ ਨਹੀਂ? ਇੱਕ ਪਾਸੇ ਆਪਾਂ ਭਾਈ ਰਣਜੀਤ ਸਿੰਘ ਦਾ ਦੀਵਾਨ ਲੈ ਲਈਏ, ਉਹਨਾਂ ਦਾ ਪ੍ਰਚਾਰ ਲੈ ਲਈਏ, ਆਪਣੇ ਆਪ ਨੂੰ ਕਿੱਦਾਂ ਕਿ ਮਤਲਬ ਇੱਕ ਬਿਲਕੁਲ ਥੱਲੜੇ ਲੈਵਲ ਤੇ ਸੁੱਟ ਕੇ ਆਪਣੇ ਆਪ ਨੂੰ ਜ਼ੀਰੋ ਕਰਕੇ ਲੋਕਾਂ ਨੂੰ ਉੱਚਾ ਕਰ ਰਿਹਾ ਕਿ ਆਮ ਜਿਹੜੀ ਆ ਸਾਡੀ ਜਨਰੇਸ਼ਨ ਆ ਉਹ ਇਸ ਕਾਬਲ ਹੋ ਸਕੇ ਪੜ੍ਹ ਲਿਖ ਕੇ ਕਿ ਜਿਹੜਾ ਆਪਣਾ ਜਿਹੜਾ ਦਿਮਾਗ ਉਹ ਯੂਜ਼ ਕਰੇ। ਤੇ ਇੱਕ ਪਾਸੇ ਇਹਨਾਂ ਦਾ ਲੈ ਲਓ, ਉਹ ਕਹਿੰਦੇ ਕਿ ਹਜੇ ਸਾਡੀ ਕੌਮ, ਜੇ ਜਾਗਰੂਕਾਂ ਦੇ ਐਂਗਲ ਤੋਂ ਆਪਾਂ ਦੇਖੀਏ, ਕਹਿੰਦੇ ਕਿ ਸਾਡੀ ਕੌਮ ਹਜੇ ਇੰਨੀ ਸਿਆਣੀ ਨਹੀਂ ਹੋਈ, ਘੱਟੋ ਘੱਟ 20 ਸਾਲ ਪ੍ਰਚਾਰ ਕਰੀਏ ਫਿਰ ਕੋਈ ਐਕਸ਼ਨ ਦੀ ਉਮੀਦ ਕਹਿੰਦੇ ਆਪਾਂ ਕਰ ਸਕਦੇ ਹਾਂ। ਉਹ ਕਿਉਂ? ਕਿਉਂਕਿ ਉਦੋਂ ਤੱਕ ਇਹਨਾਂ ਦਾ ਟਾਈਮ ਲੰਘ ਜਾਣਾ ਵਾ, ਤੇ ਬਾਅਦ 'ਚ ਜਿਹੜੇ ਆ ਕੌਮ ਜਾਵੇ ਠੱਠੇ ਕੋਈ, ਫਿਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਜੇ ਬੋਲਣਾ ਵਾ ਤੇ ਹੁਣ ਬੋਲਣ ਦਾ ਟਾਈਮ ਆ, ਕਿਉਂਕਿ ਹੁਣ ਜੇ ਭਾਈ ਸਾਹਿਬ ਦੇ ਆਪਾਂ ਦੇਖ ਲਈਏ, ਹਰੇਕ ਮਸਲੇ ਦੇ ਉੱਪਰ ਉਹ ਬੋਲਦੇ ਆ, ਜੋ ਵੀ ਆ ਇਸ਼ੂ ਆਉਂਦਾ, ਜੋ ਵੀ ਵਧੀਕੀ ਹੁੰਦੀ ਆ ਜਾਂ ਜੋ ਵੀ ਧੱਕੇਸ਼ਾਹੀ ਹੁੰਦੀ ਆ, ਉਹਦੇ ਖਿਲਾਫ ਹਰ ਇੱਕ ਤਰ੍ਹਾਂ ਦਾ ਸਟੈਂਡ ਵੀ ਲੈਂਦੇ ਆ ਤੇ ਬੋਲਦੇ ਵੀ ਆ, ਤੇ ਨੌਜਵਾਨੀ ਨੂੰ ਜਿਹੜੇ ਆ ਜਾਗਰੂਕ ਵੀ ਕਰਦੇ ਆ ਕਿ ਆਪਾਂ ਨੂੰ ਜਿਹੜਾ ਪਿਛਲਾ ਇਤਿਹਾਸ ਆ ਉਹ ਤੋਂ ਕੀ ਸੇਧ ਲੈਣੀ ਚਾਹੀਦੀ ਤੇ ਅੱਗੇ ਆਪਾਂ ਨੂੰ ਕੀ ਕਰਨਾ ਚਾਹੀਦਾ। ਪਰ ਉਹ ਤੋਂ ਉਲਟ ਜਾਗਰੂਕ ਆ ਸਿਰਫ ਇਹ ਵਿਰੋਧ ਦੇ ਵਿੱਚ ਹੀ ਆ, ਵਿਰੋਧ ਦੇ ਵਿੱਚ ਇੰਨੇ ਕੋਨੇ ਹੋ ਚੁੱਕੇ ਆ, ਸਿਰਫ ਟਕਸਾਲੀਆਂ ਦੇ ਪੈਰਾਂ ਦੇ ਵਿੱਚ ਵਿਛਣ ਦਾ ਕਰਕੇ ਕਿ ਉਹਨਾਂ ਦੇ ਆਪਣੇ ਕਿ ਅਸੀਂ ਤੁਹਾਡੇ ਵੱਲ ਹੀ ਆ, ਤੁਸੀਂ ਸਾਨੂੰ ਵੱਖਰੇ ਨਾ ਸਮਝੋ। ਬਸ ਉਸ ਕਰਕੇ ਭਾਈ ਸਾਹਿਬ ਦਾ ਦਿਨ ਰਾਤ ਵਿਰੋਧ ਕਰਨ ਦਾ ਹੀ ਇਹਨਾਂ ਦਾ ਇੱਕ ਟੀਚਾ ਬਣਿਆ ਹੈ। ਬਿਲਕੁਲ। ਮੈਂ ਹਨਾ ਸਟੇਟਮੈਂਟਾਂ ਦੇਖਦਾ ਸੀਗਾ ਕੁਝ ਦਿਨ ਪਹਿਲਾਂ, ਤੇ ਰਣਜੋਤ ਸਿੰਘ, ਗਿਆਨੀ ਰਣਜੋਤ ਸਿੰਘ ਫਗਵਾੜੇ ਵਾਲੇ ਨੇ ਹਨਾ ਇੱਕ ਤਾਂ ਕਮੈਂਟ ਕੀਤਾ ਸੀਗਾ ਵੀ ਭਾਈ ਜਿੱਦਾਂ ਜਿਹੜੇ ਕੋਈ ਬੰਦੇ ਆ ਇੰਡੀਆ 'ਚ ਉਹਨਾਂ ਨੂੰ ਸੋਧਾ ਲਾਓ ਜੀ, ਹਨਾ, ਉਹ ਹਾਂਜੀ ਕਹਿੰਦੇ ਵੀ ਇਹਨਾਂ ਨੇ ਛੱਤਰ ਫੇਰਨਾ ਜਾਇਜ਼ ਹੈ ਹਨਾ। ਤੇ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਇਹ ਗੱਲ ਕੀਤੀ ਸੀਗੀ ਵੀ ਭਾਈ ਜੇ ਉਹ ਜਾਇਜ਼ ਹੈ ਨਾ, ਤੇ ਜਿਹੜਾ ਹੁਣ ਤੱਕ ਤੁਹਾਡੇ ਜਿਹੜਾ ਛੱਤਰ ਫਿਰਦਾ ਰਿਹਾ ਉਹ ਵੀ ਜਾਇਜ਼ ਹੈ ਬਿਲਕੁਲ ਜੀ। ਹਨਾ। ਸਰਬਜੀਤ ਹਾਂਜੀ ਸਿੰਘ ਬੰਦਾ ਇੰਗਲੈਂਡ ਆਇਆ ਸੀਗਾ, ਤੁਸੀਂ ਉੱਧਰ ਲੰਡਨ ਹੀ ਰਹਿੰਦੇ ਹੋ, ਤੁਸੀਂ ਸ਼ਾਇਦ ਉਦੋਂ ਇੱਥੇ ਹੋਵੋ ਜਾਂ ਨਹੀਂ, ਪਰ ਉਦੋਂ ਮੈਨੂੰ ਯਾਦ ਆ ਵੀ ਉੱਥੇ ਪਿਛਲਾ ਦਰਵਾਜ਼ਾ ਪੱਟ ਕੇ ਕੱਢਣਾ ਪਿਆ ਸੀ। ਤੇ ਭਾਈ ਹਰਿੰਦਰ ਸਿੰਘ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੋਇਆ ਸੀ ਲੰਡਨ ਦੇ ਵਿੱਚ, ਮੈਂ ਵੀ ਉੱਥੇ ਹਾਜ਼ਰ ਸੀਗਾ। ਉਸ ਵੇਲੇ ਵੀ ਜੋ ਉਹਨਾਂ ਨੇ ਜਿੰਨੀ ਗੁੰਡਾਗਰਦੀ ਕੀਤੀ ਸੀ ਹਨਾ, ਉਹਦੇ ਵਿਰੁੱਧ ਆਪਾਂ ਖੁੱਲ੍ਹ ਕੇ ਇੱਥੇ ਬੋਲੇ ਆ ਹਨਾ। ਭਾਈ ਹਰਿੰਦਰ ਸਿੰਘ ਉਹਨਾਂ ਨੇ ਖੁੱਲ੍ਹ ਕੇ ਜਿਹੜਾ ਨਿਰਵੈਰ ਖਾਲਸਾ ਜਥੇ ਵਾਲਿਆਂ ਨੇ ਜਿਹੜੇ ਆ ਉਹ ਬਿਆਨ ਦਿੱਤੇ ਆ ਇਹਨਾਂ ਦੀ ਗੁੰਡਾਗਰਦੀ ਦੇ ਵਿਰੁੱਧ ਹਨਾ ਜੀ। ਪਰ ਜਦੋਂ ਦੇਖਦੇ ਆ ਹੁਣ ਇਹਨਾਂ ਨੂੰ, ਤੇ ਜਿੱਦਣ ਪੰਥਪ੍ਰੀਤ ਦੇ ਗਮਲਾ ਵੱਜਿਆ, ਜਿੱਦਣ ਪੰਥਪ੍ਰੀਤ ਆਪ ਉੱਥੇ ਜਰਮਨ ਦੇ ਵਿੱਚ ਜਦੋਂ ਅੰਦਰ ਦੀਵਾਨ ਲਾਉਣ ਗਿਆ, ਪੱਗ ਲੈ ਗਈ, ਬੁਰੇ ਹਾਲ ਹੋ ਗਏ, 15-20 ਜਣਿਆਂ ਨੇ ਘੇਰਾ ਪਾ ਕੇ ਇਹਨੂੰ ਅੰਦਰ ਵਾੜਿਆ। ਅੱਜ ਬੜੀ ਸਪਸ਼ਟ ਗੱਲ ਭਾਈ ਸਾਹਿਬ ਨੇ ਕਹੀ ਵੀ ਭਾਈ ਜਿਹੜੇ ਤੁਹਾਨੂੰ ਉਸ ਵੇਲੇ ਦਾ ਘੇਰਾ ਪਾ ਕੇ ਲਿਜਾਂਦੇ ਹੁੰਦੇ ਆ ਨਾ ਬੰਦੇ, ਉਹ ਵੀ ਸਿਕਿਉਰਿਟੀ ਹੁੰਦੀ ਆ, ਉਹ ਵੀ ਉਦਾਂ ਨਹੀਂ ਹੁੰਦੇ ਵੀ ਮਤਲਬ ਉਹ ਵੀ ਸਿਕਿਉਰਿਟੀ 'ਚ ਗਿਣੇ ਜਾਂਦੇ ਆ। ਬਿਲਕੁਲ ਹਾਂਜੀ। ਤੇ ਤੁਸੀਂ ਜੇ ਮੇਰੀ ਸਿਕਿਉਰਿਟੀ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਿੱਥੇ ਜਾਣਗੇ ਜਿਹੜੇ ਤੁਹਾਨੂੰ ਜਦੋਂ ਉਦੋਂ ਘੇਰਾ ਪਾ ਕੇ ਲੈ ਕੇ ਜਾਂਦੇ ਹੁੰਦੇ ਅੰਦਰ ਨੂੰ। ਸੋ ਉਹ ਵੀ ਇਸੇ ਗੱਲ 'ਚ ਗਿਣੇ ਜਾਣਗੇ ਹਨਾ। ਤੇ ਅੰਦਰ ਜਾ ਕੇ ਜਦੋਂ ਪੁੱਛਿਆ ਪੰਥਪ੍ਰੀਤ ਨੂੰ ਵੀ ਬਾਹਰ ਜਿਹੜੇ ਤੁਹਾਡੇ ਤੇ ਹਮਲਾ ਕਰਨ ਵਾਲੇ ਆ ਕੌਣ ਆ ਜੀ, ਕਹਿੰਦੇ ਪਤਾ ਨਹੀਂ ਜੀ, ਬਸ ਸਾਡੇ ਹੀ ਭਰਾ ਆ, ਭਟਕੇ ਹੋਏ ਆ ਹਨਾ। ਅੱਜ ਉਹ ਸੱਚੀ ਭਰਾ ਇਹਨਾਂ ਦੇ ਬਣ ਗਿਆ, ਕਿਉਂਕਿ ਅੱਜ ਤਾਂ ਕੋਈ ਆਪਣੇ ਵੱਲੋਂ ਰਹਿ ਨਹੀਂ ਗਈ ਕਸਰ ਹਨਾ ਬਈ ਜਾਗਰੂਕ ਹੋ, ਜਿਹਦੇ ਵਿੱਚ ਇਹ ਲੱਗੇ ਵੀ ਤੁਸੀਂ ਟਕਸਾਲੀਆਂ ਦੇ ਅੱਜ ਭਰਾ ਨਹੀਂ ਹੈਗੇ, ਤੁਹਾਡੇ ਇਰਾਦੇ ਹੁਣ ਸੇਮ ਹੋ ਗਏ ਉਹਨਾਂ ਵਾਲੇ। ਕਿਸੇ ਟਾਈਮ ਤੁਸੀਂ ਵਿਚਾਰਾਂ ਦੀਆਂ ਗੱਲਾਂ ਕਰਦੇ ਸੀ, ਅੱਜ ਤੁਸੀਂ ਧਮਕੀਆਂ ਦੀਆਂ, ਅੱਜ ਤੁਸੀਂ ਕੁੱਟਣ ਮਾਰਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਤੇ ਨਾ ਕਿਤੇ ਰੁਕ ਤਾਂ ਤੁਸੀਂ ਪਹਿਲਾਂ ਹੀ ਗਏ ਸੀ। ਚਾਹਾਂਗਾ ਜਿਸ ਤਰ੍ਹਾਂ ਹੁਣ ਰਣਜੋਤ ਸਿੰਘ ਹੈ ਹਨਾ, ਉਸ ਤਰ੍ਹਾਂ ਤਾਂ ਇਹ ਬੜੀਆਂ ਇਹਨਾਂ ਦੀ ਤੁਸੀਂ ਕਥਾ ਸੁਣ ਲਓ, ਸਾਰਾ ਕੁਝ ਸੁਣ ਲਓ, ਬੜੀ ਨਲੀਮੀ ਨਾਲ ਗੱਲਾਂ ਕਰਦੇ ਹਾਂ ਜੀ ਭਾਈ ਸਾਹਿਬ ਜੀ ਏਦਾਂ ਕੋਈ ਨਿਮਰਤਾ ਨਾਲ ਲੈਣਾ ਚਾਹੀਦਾ ਆ, ਫਲਾਣਾ ਢਮਕਾਣਾ। ਤੇ ਹੁਣ ਜਿਹੜੇ ਕਮੈਂਟ ਪਾ ਰਿਹਾ, ਜਿਹੜੀ ਪੋਸਟਾਂ ਕਰ ਰਿਹਾ ਛਿੱਤਰਪ੍ਰੇਟ ਹੋਣੀ ਚਾਹੀਦੀ, ਤੈਨੂੰ ਕੀ ਲੱਗਦਾ, ਇਹਨੂੰ ਕੀ ਲੱਗਦਾ ਵੀ ਇਹ ਸਹੀ ਗੱਲ ਆ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਕਿ ਤੁਸੀਂ ਸ਼ਰਮ? ਉਹ ਵੀ ਉਹੀ ਕਰਦੇ ਆ, ਉਹ ਵੀ ਧੱਕਾ ਕਰਦੇ ਆਏ ਆ। ਤੁਸੀਂ ਹੁਣ ਤੁਸੀਂ ਵੀ ਕਹਿੰਦੇ ਹਾਂ ਵੀ ਧੱਕਾ ਛਿੱਤਰਪ੍ਰੇਟ ਹੋਣੀ ਚਾਹੀਦੀ ਆ, ਕਿਹੜੀ ਗੱਲ ਬਈ? ਕਿਉਂ ਤੁਸੀਂ ਵੀ ਗੁੰਡਾਗਰਦੀ ਨਹੀਂ ਕਰ ਰਹੇ? ਬਿਲਕੁਲ ਜੀ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈਗਾ। ਇਹਨਾਂ ਨੇ ਬਸ ਮੈਂ ਨਾ ਜਿੱਥੋਂ ਤੱਕ ਮੇਰਾ ਐਸਟੀਮੇਟ, ਮੇ ਵੀ ਮੈਂ ਰੋਂਗ ਹੋ ਸਕਦਾ, ਜਿਹੜਾ ਮੇਰਾ ਐਸਟੀਮੇਟ ਆ ਨਾ, ਮੈਨੂੰ ਇਹੀ ਲੱਗਦਾ ਵੀ ਇਹਨਾਂ ਨੇ ਸਾਰਾ ਕੁਝ ਛੱਡ ਕੇ ਨਾ ਬਸ ਇਹੀ ਆ ਵੀ ਰਣਜੀਤ ਸਿੰਘ ਨੂੰ ਥੱਲੇ ਲਾ ਲਈਏ ਤੇ ਮੁੜ ਕੇ ਟਕਸਾਲੀ ਆਪਣਾ ਕੰਮ ਕਰੀ ਜਾਣ ਤੇ ਅਸੀਂ ਆਪਣੀਆਂ ਸਟੇਜਾਂ ਵਜਾ ਕੇ ਆਪਣਾ ਕਰੀ ਜਾਈਏ, ਜਿਹੜੇ ਸਾਨੂੰ
ਅੱਗੋਂ ਢੇਰੀ ਬਣਦੀ ਉਹ ਚੱਕੀ ਜਾਏਗੀ। ਮਸਲਾ ਢੇਰੀ ਦਾ ਹੀ ਇਹਨਾਂ ਹੈ। ਦੇ ਬਸ ਯਾਨੀ ਹੋਰ ਕੋਈ ਮਸਲਾ ਨਹੀਂ, ਸਿਰਫ ਢੇਰੀ ਦਾ ਰੌਲਾ ਆ ਵੀ ਢੇਰੀ ਜਿੰਨਾ ਚਿਰ ਬਣਦੀ ਰਵੇ ਤਾਂ ਉਹਨਾਂ ਚਿਰ ਜਿੱਦਾਂ ਕਹਿੰਦਾ ਮਾਇਆ ਆਉਂਦੀ ਰਵੇ ਤਾਂ ਸਾਡੇ ਸ਼ਾਹ ਚੱਲਦੇ ਰਹਿੰਦੇ ਨੇ ਹਨਾ, ਉਹਨਾਂ ਚਿਰ ਇਹਨਾਂ ਦੇ ਸਾਹ ਚੱਲਦੇ ਆ ਮਾਇਆ ਨਾਲ। ਤੇ ਜਿੱਥੇ ਆਪਾਂ ਗੱਲ ਕਰਦੇ ਸੀਗੇ ਇਹਨਾਂ ਨੇ ਪੈਸੇ ਦਾ ਵੀ ਬਹੁਤ ਰੌਲਾ ਪਾਇਆ ਹਨਾ। ਸਰਬਜੀਤ ਸਿੰਘ ਧੁੰਦੇ ਦਾ ਵੀ ਪਿੱਛੇ ਜਿਹਾ ਬਿਆਨ ਆਇਆ ਸੀਗਾ ਵੀ ਭਾਈ ਆਪਣੇ ਭਾਈ ਸਾਹਿਬ ਨੇ ਜਿਹੜੀ ਜ਼ਮੀਨ ਲਵਾਈ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਹਨਾ, ਉਹ ਵਰਤਦੇ ਤਾਂ ਕਹਿੰਦਾ ਆਪ ਹੀ ਨੇ, ਬਸ ਉਦਾਂ ਹੀ ਕਹਿਣ ਨੂੰ ਨਾਂ ਲਵਾਈ ਹੈ ਹਨਾ। ਉਹਦੇ 'ਚ ਵੀ ਬਹੁਤ ਜੈਲਸੀ ਝਲਕਦੀ ਸੀ ਆਪਣੇ ਅੰਦਰ, ਉਹਨਾਂ ਨੂੰ ਦੱਸ ਰਿਹਾ ਸੀਗਾ ਵੀ ਭਾਈ ਗੱਲਬਾਤ ਕੋਈ ਹੋਰ ਹੈ ਹਨਾ। ਤੇ ਉਹਦੇ ਲਈ ਉਹਦੇ ਤੋਂ ਬਾਅਦ ਸਵਾਲ ਕੀਤੇ ਗਏ ਵੀ ਭਾਈ ਜਿਹੜਾ ਤੁਸੀਂ 40-40 50-50 ਲੱਖ ਰੁਪਈਆ ਇੱਕ ਗੇੜ ਦਾ ਲੈ ਆਉਂਦੇ ਹੋ ਬਾਹਰ ਜਾ ਕੇ, ਵੀ ਉਹਦਾ ਕੀ ਹੁੰਦਾ? ਕੋਈ ਸੰਸਥਾ ਖੋਲੀ ਹੁਣ ਤੱਕ ਜਾਂ ਉਹ ਪੈਸਿਆਂ ਦਾ ਕੀ ਬਣਿਆ ਅੱਗੇ ਦੀ ਅੱਗੇ? ਕੋਈ ਉਹਦਾ ਅੱਜ ਤੱਕ ਜਵਾਬ ਮਿਲਿਆ ਨਹੀਂ, ਕਿਉਂਕਿ ਜੇ ਪਰਸਨਲ ਯੂਜ਼ ਲਈ ਵਰਤ ਲਈਏ ਤਾਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਤੇ ਜੇ ਫਿਰ ਨਿੱਜੀ ਚੀਜ਼ਾਂ ਦੇ ਲਈ ਜਾਣੀ ਵਰਤਣ ਦਾ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਆਮ ਸੰਗਤਾਂ ਦੇ ਲਾਏ ਜਾਣ ਉਹ ਪੈਸੇ ਤਾਂ ਫਿਰ ਉਹ ਕਹਿੰਦੇ ਆ ਵੀ ਇਹ ਇਦਾਂ ਜਿਹੜਾ ਆ ਇਹ ਕਰਨਾ ਬਹੁਤ ਗਲਤ ਹੈ। ਇੱਕ ਸੰਸਥਾ ਤਾਂ ਜਾਗਰੂਕੋ, ਤੁਹਾਨੂੰ ਅੱਗੇ ਵੀ ਸਵਾਲ ਕੀਤਾ ਸੀ ਵੀ ਯਾਰ ਇੱਕ ਸੰਸਥਾ ਤਾਂ ਬਣਾ ਦਿਓ ਕਮ ਸੇ ਕਮ, ਜ਼ਿਆਦਾ ਨਹੀਂ ਤਾਂ ਇੱਕ ਸਾਨੂੰ ਮਾਡਲ ਬਣਾ ਕੇ ਪੇਸ਼ ਕਰ ਦਿਓ, ਜਿਹੋ ਜਿਹਾ ਮਾਡਲ ਸਾਡੇ ਮੂਹਰੇ ਪਰਮੇਸ਼ਰ ਦੁਆਰ ਦਾ, ਚਲੋ ਉਹ ਤੋਂ ਅੱਧਾ ਹੀ 50% ਹੀ ਕਰ ਦਿਓ, ਤਾਂ ਵੀ ਅਸੀਂ ਸੋਚਾਂਗੇ ਹਾਂ ਬਈ ਤੁਸੀਂ ਕੌਮ ਨੂੰ ਕੋਈ ਨਾ ਕੋਈ ਦੇਣ ਦੇ ਸਕਦੇ ਆ। ਕੀ ਮਾਡਲ ਬਣਾ ਕੇ ਦਿਓਗੇ ਕੌਮ ਨੂੰ ਤੁਸੀਂ? ਕੀ ਉਹਨਾਂ ਨੂੰ ਅੱਜ ਦੇਣਾ ਚਾਹੁੰਦੇ ਹੋ ਤੁਸੀਂ ਸਿੱਖ ਕੌਮ ਨੂੰ? ਕੀ ਉਹਨਾਂ ਦੇ ਬੱਚਿਆਂ ਨੂੰ ਅੱਜ ਦਵੋਗੇ? ਪੰਥ ਪ੍ਰੀਤ ਨੇ ਆਪਣਾ ਸਕੂਲ ਖੋਲ੍ਹਿਆ, ਧੁੰਦਾ ਜੀ ਨੇ ਆਪਣੀ ਪ੍ਰਾਪਰਟੀ ਬਣਾ ਲਈ ਬਹੁਤ ਸੋਹਣੀ, ਖੇਤ ਲੈ ਲਏ ਬਹੁਤ ਵਧੀਆ, ਜ਼ਮੀਨ ਜਮੂਨ ਦਾ ਕੰਮ ਸੋਹਣਾ ਚੱਲਦਾ ਉਹਨਾਂ ਦਾ, ਤੇ ਆਮ ਲੋਕਾਂ ਨੂੰ ਇਹ ਕਹਿਤਾ ਵੀ ਮਾਇਆ ਹੁੰਦੀ ਨਾਗਣੀ ਤੇ ਤੁਸੀਂ ਮਾਇਆ ਦੇ ਉੱਤੇ ਭਰੋਸਾ ਨਹੀਂ ਕਰਨਾ, ਜਿਹੜੀ ਹੈਗੀ ਉਹ ਸਾਨੂੰ ਦੇ ਜਾਣੀ। ਤੇ ਕਮ ਸੇ ਕਮ ਇੱਕ ਅੱਧੀ ਸੰਸਥਾ ਤਾਂ ਇਹੋ ਜਿਹੀ ਹੁੰਦੀ ਜਿਹਦੇ ਵਿੱਚ ਪਤਾ ਲੱਗਦਾ ਵੀ ਤੁਹਾਡਾ ਵੀ ਲੋਕਾਂ ਨੂੰ, ਆਮ ਲੋਕਾਂ ਨੂੰ ਵੀ ਕੋਈ ਕੁਛ ਤੁਹਾਡੀ ਦੇਣ ਦੇ ਸਕਦੇ ਹੋ ਤੁਸੀਂ ਕਿ ਨਹੀਂ ਹਨਾ। ਤੇ ਤੇਜਵੀਰ ਸਿੰਘ ਜੀ ਇਹਦੇ ਬਾਰੇ ਕੀ ਵਿੱਚ ਤੁਹਾਡਾ ਕਹਿਣਾ? ਅੱਛਾ ਜੀ, ਨਾ ਮੈਨੂੰ ਆਪਣਾ ਨਾ ਇੱਕ ਇਨਸੀਡੈਂਟ ਯਾਦ ਆ ਗਿਆ ਮੈਨੂੰ, ਨਾ ਅੱਜ ਆਪਣੇ ਤੇ ਬਹੁਤ ਸ਼ਰਮ ਆ ਰਹੀ ਆ ਵੀ ਨਾ ਜਦੋਂ ਧੁੰਦਾ ਜੀ ਇੱਥੇ 2012 ਦੇ ਵਿੱਚ ਇੱਥੇ ਇੰਗਲੈਂਡ ਆਏ ਸੀ ਨਾ, ਇਹਨਾਂ ਨੇ ਦੀਵਾਨ ਲਾਏ ਤੇ ਮੈਂ ਇਹਨਾਂ ਦੇ ਹੱਕ ਦੇ ਵਿੱਚ ਡਟਿਆ। ਅੱਛਾ ਜੀ। ਔਰ ਮੈਨੂੰ ਕਹਿੰਦੇ ਸ਼ਰਮ ਆ ਰਹੀ ਹੈ ਵੀ ਨਾ ਇਸ ਇਨਸਾਨ ਕਰਕੇ ਨਾ ਮੈਨੂੰ ਛਿੱਤਰ ਖਾਣੇ ਪਏ ਟਕਸਾਲੀਆਂ। ਠੀਕ ਹੈ। ਮੈਨੂੰ ਕਹਿੰਦੇ ਵੀ ਉਹਨੇ ਬੁਲਾਇਆ, ਕਹਿੰਦੇ ਭਾਈ ਸਾਹਿਬ ਤੇਜਵੀਰ ਸਿੰਘ ਕਰਨਾ ਵਿਚਾਰ ਕਰਨੀ, ਕਿਉਂਕਿ ਪਹਿਲਾਂ ਮੈਂ ਟਕਸਾਲ ਵਿੱਚ ਸੀ ਨਾ, ਤੇ ਉਸ ਤੋਂ ਬਾਅਦ ਮੈਨੂੰ ਮੇਰਾ ਇਹਦੇ ਨਾਲ ਜੁੜਿਆ ਤੇ ਮੈਨੂੰ ਕਹਿੰਦੇ ਟਕਸਾਲੀ ਨੂੰ ਬੁਲਾਇਆ, ਕਹਿੰਦੇ ਭਾਈ ਸਾਹਿਬ ਵੀ ਤੇਜਵੀਰ ਸਿੰਘ ਕਰਨਾ ਵਿਚਾਰ ਕਰਨੀ। ਮੈਂ ਕਿਹਾ ਚਲੋ ਕੋਈ ਨਹੀਂ ਕਰ ਲੈਂਦੇ ਆ। ਚਲੋ ਇਹਨਾਂ ਸਾਈਡ ਤੇ ਮੈਨੂੰ ਕਹਿੰਦੇ ਹਾਂ ਵੀ ਦਸਮ ਦੁਆਰੇ ਉਹਨਾਂ ਕੋਈ ਕੁਛ ਨਹੀਂ ਕੀਤਾ ਦਾੜ ਵੀ ਉੱਥੇ ਜੋ ਉਹਨਾਂ ਨੇ ਕਰਤੂਤਾ ਕਰਦੇ ਕੰਮ ਕਰਦੇ ਉਹ ਕੀਤਾ। ਉਸ ਤੋਂ ਬਾਅਦ ਵੀ ਨਾ ਮੈਂ 3 ਦਿਨ ਲਗਾਤਾਰ ਭਾਈ ਸਰਬਜੀਤ ਸਿੰਘ ਧੁੰਦਾ ਦੀ ਸਪੋਰਟ ਦੇ ਵਿੱਚ ਸਾਊਥ ਹਾਲ ਗੁਰਦੁਆਰੇ ਜਾਂਦਾ ਰਿਹਾ ਇਹਨਾਂ ਦੇ ਨਾਲ। ਮੈਂ ਕਿਹਾ ਵੀ ਨਹੀਂ ਜੋ ਹੈਗਾ ਪਰ ਅੱਜ ਨਾ ਮੈਨੂੰ ਆਪਣੇ ਆਪ ਤੇ ਏਦਾਂ ਘਿਰਣਾ ਜਿਹੀ ਆਉਂਦੀ ਹੈ ਵੀ ਯਾਰ ਇਸ ਬੰਦੇ ਦਾ ਮੈਂ ਸਾਥ ਦਿੱਤਾ ਹੈ, ਵੀ ਕਿੱਥੋਂ ਬੰਦਾ ਗਰਕ ਕੇ ਕਿੱਥੇ ਡਿੱਗ ਗਿਆ ਹੈ। ਵੀ ਕੱਲ ਤੁਸੀਂ ਕੀ ਗੱਲਾਂ ਕਰ ਰਹੇ ਸੀ, ਅੱਜ ਤੁਸੀਂ ਕੀ ਗੱਲਾਂ ਕਰ ਰਹੇ ਹੋ, ਤੁਸੀਂ ਕੀ ਪੰਥ ਨੂੰ ਕੀ ਦੋਗੇ? ਇਹਨਾਂ ਦੇ ਕੋਲ ਤੁਸੀਂ ਨਾ ਜਿਹਨਾਂ ਦਾ ਤੁਸੀਂ ਪ੍ਰੋਗਰਾਮ ਸੁਣੋ ਤਾਂ ਇਹਨਾਂ ਦੇ ਵਿੱਚ ਮੋਸਟਲੀ ਲਾਈਕ ਜੈਲਸੀ ਆ, ਲਾਈਕ ਜਿਹੜੀ ਇਹ ਕਥਾ ਵੀ ਕਰਦੇ ਆ ਧੁੰਦਾ ਜੀ ਦਾ ਜੇ ਤੁਸੀਂ ਸੁਣ ਲਓ ਨਾ ਡੇਲੀ, ਤਾਂ ਉਹ ਜਿਹੜੀ ਡੇਲੀ ਆਪਣੀ ਕਥਾ ਅੱਧਾ ਘੰਟਾ ਆ ਕੇ ਕਰਦੇ ਆ, ਤੇ ਉਹਨਾਂ ਦੇ ਵਿੱਚ ਇੱਕ ਜੈਲਸੀ ਉਹ ਜ਼ਰੂਰ ਪ੍ਰਗਟ ਕਰਦੇ ਆ। ਦੇ ਵਿੱਚ ਸਾਫ਼ ਪਤਾ ਲੱਗ ਜਾਂਦਾ ਉਹ ਕਿਹਨੂੰ ਟਾਰਗੇਟ ਕਰ ਰਿਹਾ ਕਿਹਨੂੰ ਨਹੀਂ ਕਰ ਰਹੇ, ਹਮ ਕਿੱਥੇ ਉਹਨਾਂ ਦੀ ਹੈਗੇ ਆ। ਸੋ ਇਹਨਾਂ ਨੇ ਤਾਂ ਮੈਂ ਕਹਿੰਦਾ ਵੀ ਸਰਬਜੀਤ ਸਿੰਘ ਧੁੰਦਾ ਹੋ ਗਿਆ, ਇਹਨਾਂ ਨੇ ਹੁਣ ਪਿੱਛੇ ਹੀ ਰੌਲਾ ਪਾਇਆ ਸੀ ਜ਼ਮੀਨ ਤੇ ਜਾਇਦਾਦ ਦਾ। ਯਾਰ ਈਜ਼ੀ ਆ, ਜੇ ਜਦੋਂ ਭਾਈ ਸਾਹਿਬ ਆਪਣੇ ਰਣਜੀਤ ਸਿੰਘ ਜੋ ਸੰਤ ਸੀ, ਕਿੰਨਾ ਪੈਸਾ ਆ ਰਿਹਾ ਸੀ ਤੇ ਜਾਂ ਕੁਝ ਵੀ ਕਰ ਸਕਦੇ ਸੀ, ਉਹ ਸਾਰਾ ਕੁਝ ਮਤਲਬ ਕਿ ਮੈਂ ਕਹਿੰਦਾ ਜੋ ਕੁਝ ਮਰਜ਼ੀ ਖੜਾ ਕਰ ਸਕਦੇ ਸੀ, ਪਰ ਨਹੀਂ ਉਹਨਾਂ ਕੋਲ ਇਸ ਟਾਈਮ ਤੁਸੀਂ ਦੇਖ ਲਓ, ਮੈਂ ਕਹਿੰਦਾ ਵੀ ਉਹਨਾਂ ਦੇ ਨਾਂ ਤੇ ਕੋਈ ਮੈਨੂੰ ਲੱਗਦਾ ਕੋਈ ਜ਼ਮੀਨ ਬੋਲਦੀ ਆ ਜਾਂ ਕੋਈ ਵੀ ਪ੍ਰਾਪਰਟੀ ਬੋਲਦੀ ਆ। ਉਹਨਾਂ ਦਾ ਵੀ ਆ ਨਾ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਉਹ ਸਿੰਪਲ ਜਿਹਾ ਆ, ਕੁਛ ਨਹੀਂ ਉੱਥੇ ਵੀ ਆਪਾਂ ਕਹਿ ਸਕੀਏ ਹਾਂ ਵੀ ਉਹਨਾਂ ਨੇ ਇੱਕ ਕੋਠੀ ਬਣਾ ਲਈ ਆ, ਮਹਿਲ ਬਣਾ ਲਿਆ, ਨਹੀਂ ਕੁਛ ਨਹੀਂ ਹੈਗਾ, ਇੱਕ ਸਿੰਪਲ ਜਿਹਾ ਘਰ ਆ, ਠੀਕ ਆ। ਤੇ ਇਹਨਾਂ ਨੇ ਕਿਹਾ ਵੀ ਹਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਕੇ ਵਰਤਦੇ ਨਾ ਆਪ ਹੀ ਆ ਧੁੰਦਾ ਸਾਹਿਬ ਜੀ, 1 ਵੀਘਾ ਜੀ, ਇੱਕ ਕੁਛ ਨਾ ਕੁਛ ਹੋਏਗਾ ਆਪਣੀ ਕੋਈ ਜ਼ਮੀਨ ਜਾਇਦਾਦ, ਕੁਛ ਇੱਕ ਵਾਰੀ ਨਾ ਨਾਂ ਲਵਾ ਕੇ ਕਹਿ ਦੋ ਹਾਂ ਵੀ ਇੰਨੇ ਲੱਖ ਦੀ ਹੈ, ਇੰਨੇ ਕਰੋੜ ਦੀ ਆ, ਇਹ ਮੈਂ ਨਾਂ ਲਵਾ ਰਿਹਾ ਹੈ ਸੰਗਤ ਦੇ ਸਾਹਮਣੇ, ਸਾਰਾ ਕੁਝ ਪੇਸ਼ ਕਰਕੇ ਹਾਂ ਕਹਿ ਦੋ ਮੈਂ ਨਾਂ ਲਵਾਤੀ ਹੈ, ਇੱਥੇ ਮੇਰਾ ਨਾਂ ਤੇ ਹਾਂ, ਫਿਰ ਅਸੀਂ ਕਹਾਂਗੇ ਹਾਂ ਵੀ ਕੋਈ ਹੈਗਾ ਦਮ ਤੁਹਾਡੀ ਗੱਲ ਵਿੱਚ, ਤੁਸੀਂ ਵੀ ਇਹ ਦਮ ਰੱਖਦੇ ਹੋ। ਪਰ ਨਹੀਂ, ਇਹਨਾਂ ਨੇ ਕੋਈ ਗੱਲ ਭਾਈ ਸਾਹਿਬ ਜਿਹੜੀ ਗੱਲਾਂ ਕਰ ਰਹੇ ਆ
ਉਹਨਾਂ ਦੀ ਗੱਲ ਦਾ ਕੋਈ ਦਲੀਲ ਨਾਲ ਇਹ ਜਵਾਬ ਨਹੀਂ ਦੇ ਰਹੇ ਹੈਗੇ। ਬਸ ਜਿਹੜੇ ਵੀ ਕਹਿ ਲਓ ਵੀ ਕਿਸੇ ਤੇ ਇਲਜ਼ਾਮ ਚੱਕ ਕੇ ਲਈ ਜਾ ਰਹੇ, ਹਾਂ ਵੀ ਜ਼ਮੀਨ ਹੋ ਗਈ, ਸਿਕਿਉਰਿਟੀ ਹੋ ਗਈ। ਯਾਰ ਇਹ ਗੱਲਾਂ ਥੋੜ੍ਹੀ ਹੁੰਦੀਆਂ ਆ। ਏਦਾਂ ਤੁਸੀਂ ਜਵਾਬ ਦਿਓਗੇ ਉਹਨਾਂ ਦੀ ਗੱਲਾਂ ਦੀ ਦਲੀਲਾਂ ਨਾਲ? ਉਹ ਕਿਹੜੀ ਗੱਲਾਂ ਕਰ ਰਹੇ ਆ, ਉਹ ਕਿੱਥੇ ਅੱਗੇ ਲੈ ਕੇ ਜਾ ਰਹੇ ਆ, ਮੋਟੀਵੇਸ਼ਨਲ ਸਪੀਚਾਂ ਦੇ ਰਹੇ ਆ, ਸਾਰਾ ਕੁਛ ਕਰ ਰਹੇ ਆ, ਜਨਰੇਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰ ਰਹੇ ਆ। ਉਹ ਕਹਿੰਦੇ ਦੁਨੀਆ ਆਪਣੀ ਆਉਣ ਵਾਲੀ ਜਨਰੇਸ਼ਨ ਚੰਦ ਤੇ ਪਹੁੰਚ ਜਾਵੇ। ਇਹ ਕੀ ਕਹਿੰਦੇ ਆ ਵੀ ਹਾਂ ਵੀ ਪ੍ਰੋਪਰਟੀ। ਯਾਰ ਤੁਸੀਂ ਕਿੱਥੇ ਫਸੇ ਪਏ ਹੋ? ਠੀਕ ਹੈ, ਚੱਲ ਤੁਸੀਂ ਮੰਨ ਲਓ ਹਾਂ ਵੀ ਇੰਨੀ ਪ੍ਰੋਪਰਟੀ ਹੈ, ਚੱਲ ਧੁੰਦਾ, ਮੈਂ ਪ੍ਰੋਫੈਸਰ ਸਰਵਿਸ ਹੁੰਦੇ ਨੂੰ ਹੱਥ ਜੋੜ ਕੇ ਕਹਿੰਦਾ ਭਾਈ ਧੁੰਦਾ ਜੀ, 1 ਕਿੱਲਾ 1 ਵੀਘਾ ਹੀ ਕਹਿ, ਮੈਂ ਕਹਿੰਦਾ 1 ਵੀਘਾ ਹੀ ਆਪਣੇ ਨਾ ਜਿਹੜਾ ਹੈਗਾ ਆ, ਉਹ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਕੇ ਨਾ ਫੇਰ ਦਿਖਾਓ ਵੀ ਹਾਂ ਤੁਸੀਂ ਕਿੱਦਾਂ ਕਰ ਸਕਦੇ ਹੋ। ਇਹ ਗੱਲਾਂ ਦੇ ਜਵਾਬ ਨਹੀਂ ਹੈਗੇ। ਇਹ ਸਿਰਫ ਨਾ ਇੱਕ ਹਾਰੇ ਹੋਏ ਇਨਸਾਨਾਂ ਦੀ ਨਾ ਨਿਸ਼ਾਨੀ ਆ ਵੀ ਉਹਨਾਂ ਕੋਲ ਹੋਰ ਕੋਈ ਪੇਸ਼ ਨਹੀਂ ਚੱਲ ਰਹੀ, ਬਸ ਇੱਥੋਂ ਆ ਕੇ ਖੇਡ ਦੋ। ਉਹ ਇੱਕ ਜੈਲਸੀ ਕਰ ਰਹੇ। ਇਹਨਾਂ ਕੋਲ ਇੱਕ ਤੁਸੀਂ ਆਪਾਂ ਦੇਖ, ਹੁਣ ਥੋੜੀ ਦੇਰ ਪਹਿਲਾਂ ਵਿਚਾਰ ਕੀਤੀ ਸੀ ਨਾ ਵੀ ਇਹਨਾਂ ਨੇ ਆਪਣੀ, ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਛਿੱਕ ਗਏ ਪੰਥ ਵਿੱਚ, ਹੈਨਾ, ਤੇ ਉਸ ਟਾਈਮ ਦੇ ਕੋਲ ਇੱਕ ਮੌਕਾ ਸੀ ਵੀ ਹਾਂ ਵੀ ਸਿੰਘ ਇਕੱਠੇ ਕਰਕੇ ਸਾਰਾ ਕੁਝ ਕਰਕੇ ਕੋਈ ਸੰਸਥਾ ਖੋਲ ਲੈਂਦੇ, ਕੁਝ ਕਰਦੇ, ਪਰ ਨਹੀਂ। ਇਹਨਾਂ ਨੇ ਕਿਉਂ ਨਹੀਂ ਕੁਝ ਕੀਤਾ? ਗੱਲ ਉੱਥੇ ਆਈ ਢੇਰੀਆਂ ਦੀ। ਹਾਂ ਵੀ ਢੇਰੀ ਆ, ਸਾਡੀ ਢੇਰੀ ਉਹ ਨਾ ਚੱਕ ਕੇ ਲੈ ਜੇ, ਸਾਡੀ ਢੇਰੀ ਉਹ ਨਾ ਚੱਕ ਕੇ ਲੈ ਜੇ। ਗੱਲ ਇਹਨਾਂ ਦੀ ਇੱਥੇ ਸੀ। ਹੁਣ ਇਹਨਾਂ ਨੂੰ ਭਾਈ ਰਣਜੀਤ ਸਿੰਘ ਨਾਲ ਇਹ ਰੋਲ ਆਇਆ, ਹਾਂ ਉਹਨਾਂ ਦੀ ਇੱਕ ਸੰਸਥਾ ਬਣੀ ਪਈ ਹੈ, ਇੱਕ ਉਹਨਾਂ ਦਾ ਫਿਕਸ ਟਿਕਾਣਾ ਹੈਗਾ ਵੀ ਉੱਥੇ, ਹਾਂ ਵੀ ਸੰਗਤ ਜਿਹੜੀ ਉਹਨਾਂ ਦੀ ਸੋਚ ਵਾਲੀ ਆ ਉੱਥੇ ਆ ਰਹੀ ਆ, ਹੈਨਾ, ਤੇ ਉਹਨਾਂ ਨੂੰ ਸੁਣ ਰਹੀ ਹੈ, ਸਾਰਾ ਕੁਝ ਹੈਗਾ ਆ। ਇਹਨਾਂ ਨੂੰ ਬਸ ਇਹੀ ਜੈਲਸੀ, ਇਹਨਾਂ ਕੋਲ ਕੋਈ ਸੰਸਥਾ ਨਹੀਂ ਹੈਗੀ, ਇਹ ਬਣਾ ਵੀ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲੱਗ। ਮੈਨੂੰ ਜਿਹੜੇ ਇਹਨਾਂ ਦੀ ਅੱਜ ਦੇ ਮੈਂ ਹਾਲਾਤ ਦੇਖਦਾ ਨਾ, ਜਿਹੜੀ ਇਹ ਗੱਲਾਂ ਕਰਦੇ, ਸਾਰਾ ਕੁਝ ਕਰਦੇ ਆ, ਕਿਉਂਕਿ ਇਹ ਨਾ ਆਪਸ ਵਿੱਚ ਹੀ ਚਾਹੁੰਦੇ ਆ ਪ੍ਰਚਾਰਕ ਵੀ ਕੋਈ ਮੇਰੇ ਤੋਂ ਵੱਡੀ ਢੇਰੀ ਨਾ ਲੈ ਜੇ, ਵੀ ਮੈਨੂੰ ਵੱਡੀ ਢੇਰੀ ਮਿਲੇ। ਸੋ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਵਿੱਚ ਇੰਨਾ ਦਮ ਹੈਗਾ, ਜਿਹਨਾਂ ਦੀ ਕਪੈਸਿਟੀ ਹੈਗੀ। ਹੋ ਸਕਦਾ ਮੈਂ ਰੋਂਗ ਹੋਵਾਂ, ਮੈਂ ਨਹੀਂ ਕਹਿੰਦਾ ਮੈਂ 100% ਰਾਈਟ ਹੈ, ਹੋ ਸਕਦਾ ਮੈਂ ਰੋਂਗ ਹਾਂ, ਪਰ ਇਹਨਾਂ ਵਿੱਚ ਇਹਨਾਂ ਦਮ ਹੈਗਾ ਕੋਈ ਸੰਸਥਾ ਖੜੀ ਕਰਾਂਗੇ। ਕੋਈ ਗੱਲ ਇੱਥੇ ਸਾਰੇ ਜਿੰਨੇ ਵੀ ਪ੍ਰਚਾਰਕ ਆ, ਪੰਥਪ੍ਰੀਤ ਹੈ, ਧੁੰਦਾ, ਗਗਨਦੀਪ ਕੌਰ ਹੈ, ਭਾਵੇਂ ਪ੍ਰੋਫੈਸਰ ਦਰਸ਼ਨ ਸਿੰਘ ਵੀ ਆ, ਗੱਲ ਇਹਨਾਂ ਦੀ ਢੇਰੀ ਤੇ ਆ ਕੇ ਮੁੱਕਣੀ। ਤੇ ਜਦੋਂ ਤੁਸੀਂ ਢੇਰੀ ਨੂੰ ਸਾਈਡ ਤੇ ਨਹੀਂ ਨਾ ਕਰਦੇ, ਤੁਸੀਂ ਕੁਝ ਨਹੀਂ ਕਰ ਸਕਦੇ। ਇਹਨਾਂ ਮੈਂ ਦੇਖ ਰਿਹਾ। ਹਾਂਜੀ, ਨਹੀਂ, ਗੱਲ ਤਾਂ ਮੁੜ ਕੇ ਉੱਥੇ ਹੀ ਆਉਂਦੀ ਆ ਨਾ ਫਿਰ। ਜੇ ਤਾਂ ਕੋਈ ਸੰਸਥਾ ਖੋਲ੍ਹਦੇ ਆਪਣੀ ਇਹ ਬੰਦੇ, ਤਾਂ ਜਿਹੜੇ ਪੈਸੇ ਹੋਣੇ ਸੀਗੇ ਉਹ ਸੰਸਥਾ ਚਲਾਉਣੇ ਪੈਣੇ ਸੀ, ਹਨਾ। ਉਹਦੇ 'ਚ ਲੰਗਰ ਚੱਲਣਾ ਸੀ, ਉਹਦਾ ਪ੍ਰਬੰਧ ਹੋਣਾ ਸੀ। ਆਪਾਂ ਇੱਥੇ ਥੋੜ੍ਹਾ ਚਿਰ ਇੰਗਲੈਂਡ ਦੇ ਵਿੱਚ ਸੰਸਥਾ ਦੇ ਵਿੱਚ ਆਪਾਂ ਦੇਖਿਆ ਆ ਕਿ ਕਿਸ ਤਰੀਕੇ ਨਾਲ ਕਿੰਨਾ ਜਾਣੀ ਉਹ 'ਚ ਜ਼ੋਰ ਲੱਗਦਾ ਆ ਸੰਸਥਾ ਨੂੰ ਚਲਾਉਣ 'ਚ। ਖਾਲਸਾ ਦਰਬਾਰ ਜਦੋਂ ਦਾ ਹੋਂਦ ਵਿੱਚ ਆਇਆ ਸੀਗਾ, ਆਮ ਜਿਹਨਾਂ ਬੰਦਿਆਂ ਨੂੰ ਕੋਈ ਐਕਸਪੀਰੀਅੰਸ ਵੀ ਨਹੀਂ ਸੀਗਾ ਕੋਈ ਸੰਸਥਾ ਚਲਾਉਣ ਦਾ, ਉਹਨਾਂ ਨੇ ਆਪਣੇ ਵੱਲੋਂ 100% ਆਪਣੀ ਡਿਊਟੀਆਂ ਕਰਕੇ ਉਸ ਸੰਸਥਾ ਨੂੰ ਕਾਮਯਾਬ ਕੀਤਾ ਸੀ। ਤੇ ਉਹ ਸਮਾਂ ਆਇਆ ਕਿ ਟਕਸਾਲੀਆਂ ਦੇ ਅੱਖਾਂ ਦੇ ਵਿੱਚ ਉਹ ਵੀ ਸੰਸਥਾ ਰੜਕਣੀ ਸ਼ੁਰੂ ਹੋ ਗਈ। ਰੜਕਦੀ ਤਾਂ ਚਲੋ ਪਹਿਲੇ ਦਿਨ ਤੋਂ ਹੀ ਸੀਗੀ, ਹਨਾ ਜੀ। ਤੇ ਫਿਰ ਉਹ ਸਮਾਂ ਆਇਆ ਕਿ ਉਹਨਾਂ ਨੂੰ ਉੱਥੇ ਆ ਕੇ ਜਿਹੜਾ ਵਿਰੋਧ ਕਰਨਾ ਪਿਆ। ਵਿਰੋਧ ਕਰਕੇ ਜਿਹੜੀ ਆਮ ਸੰਗਤ ਨੂੰ ਤਕਲੀਫ ਹੋਣੀ ਸ਼ੁਰੂ ਹੋਈ। ਉਸ ਤੋਂ ਬਾਅਦ ਭਾਈ ਹਰਿੰਦਰ ਸਿੰਘ ਨੇ ਫੈਸਲਾ ਲਿਆ ਉਸ ਸੰਸਥਾ ਨੂੰ ਛੱਡਣ ਦਾ। ਬੜੀ ਹੀ ਮਿਹਨਤਾਂ ਦੇ ਨਾਲ ਬਣਾਈ ਹੋਈ ਸੰਸਥਾ ਨੂੰ ਜਿਹੜਾ ਆ ਉਹ ਛੱਡ ਦਿੱਤਾ। ਜਦੋਂ ਮੈਂ ਵੇਖਦਾ ਨਾ ਭਾਈ ਸਾਹਿਬ ਜਿਹੜੀ ਅੱਜ ਵੀ ਗੱਲ ਕਰਦੇ ਸੀਗੇ ਦੀਵਾਨ ਦੇ ਵਿੱਚ, ਕਿ ਮੈਂ ਹਮੇਸ਼ਾ ਪਿੱਛੇ ਹਟਦਾ ਆਇਆ। ਜਦੋਂ ਵੀ ਕੋਈ ਟਕਰਾਅ ਦੀ ਗੱਲ ਹੁੰਦੀ ਹੈ, ਉਦੋਂ ਭਾਈ ਰਣਜੀਤ ਸਿੰਘ ਹਮੇਸ਼ਾ ਇੱਕ ਸਟੈਪ ਪਿੱਛੇ ਚਲੇ ਜਾਂਦੇ ਆ। ਉਸ ਤੋਂ ਬਾਅਦ ਫਿਰ ਉਹ ਹਮਲਾਵਰ ਰੁਖ ਅਪਣਾ ਕੇ ਅੱਗੇ ਨੂੰ ਆਉਂਦੇ ਆ, ਪਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਉਹ ਟਕਰਾਅ ਜਿਹੜਾ ਆ ਉਹਨੂੰ ਟਾਲਣ ਦੀ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਹੇ ਆ ਹੁਣ ਤੱਕ। ਪਰ ਜਦ ਕਿ ਜਿਹੜਾ ਸਾਡਾ ਵਿਰੋਧੀ ਹੈ, ਜਿਹੜੀ ਇਹ ਧਿਰ ਟਕਸਾਲ ਵਾਲੀ ਧਿਰ ਹੈ, ਇਹ ਇਸ ਚੀਜ਼ ਦੇ ਲਈ ਜਾਣੇ ਜਾਂਦੇ ਆ ਕਿ ਇਹਨਾਂ ਦੇ ਕੋਲ ਇੱਕੋ ਹੀ ਜਿਹੜਾ ਤਰੀਕਾ ਆਉਂਦਾ ਇਹਨਾਂ ਨੂੰ, ਉਹ ਹੈਗਾ ਆ ਕਿ ਆਪ ਜਾ ਕੇ ਆਮ ਲੋਕਾਂ ਦਾ ਵਿਰੋਧ ਕਰੋ, ਉਹਨਾਂ ਨੂੰ ਖੱਜਲ ਕਰੋ, ਤੰਗ ਪਰੇਸ਼ਾਨ ਕਰੋ, ਉਹਨਾਂ ਤੇ ਹਮਲਾ ਕਰੋ। ਉਹ ਚੀਜ਼ਾਂ ਦੇ ਵਿੱਚੋਂ ਆਪਾਂ ਵੀ ਨਿਕਲ ਕੇ ਆਏ ਆ, ਆਪਾਂ ਸਾਰਾ ਕੁਝ ਉਹ ਵੇਖ ਹੀ ਲਿਆ, ਹਨਾ ਜੀ। ਤੇ ਤੇਜਵੀਰ ਸਿੰਘ ਨੇ ਤਾਂ ਗੱਲ ਆਲਰੇਡੀ ਕਰ ਹੀ ਲਈ ਹੈ ਕਿ ਜਿਹੜਾ ਇਹਦੇ ਨਾਲ ਜੋ ਬਣੀ ਸੀਗੀ ਇੱਥੇ ਇੰਗਲੈਂਡ ਦੇ ਵਿੱਚ, ਹਮੇਸ਼ਾ ਇਸੇ ਕਰਕੇ ਆਪਾਂ ਕਹਿੰਦੇ ਆ ਆਪਣੇ ਵੀਰਾਂ ਨੂੰ ਵੀ ਭਾਈ ਜਿਹੜੀ ਗੱਲ ਕਰਨੀ ਹੈ ਉਹ ਬਹੁਤ ਜ਼ਰੂਰੀ ਹੈ। ਅੱਜ ਗੱਲ ਦੇ ਨਾਲ ਹੀ ਆਪਾਂ ਜਿਹੜੀ ਆਪਣੀ ਮਨ ਦੇ ਵਲਵਲੇ ਆ ਉਹਨੂੰ ਅੱਗੇ ਲੈ ਕੇ ਜਾ ਸਕਦੇ ਆ, ਆਮ ਲੋਕਾਂ ਮੂਹਰੇ ਰੱਖ ਸਕਦੇ ਆ, ਕਿਉਂਕਿ ਇਹ ਇੱਕ ਧਾਰਮਿਕ ਮਾਫੀਆ ਹੈ। ਜਿੰਨੀਆਂ ਸੰਪਰਦਾਵਾਂ ਨੇ ਨਾ, ਇਹ ਜਿੰਨਾ ਇਹ ਤਾਣਾ ਬਾਣਾ ਬੁਣਿਆ ਹੋਇਆ, ਜਿੰਨੇ ਗੁਰਦੁਆਰੇ ਨੇ, ਇਹ ਜਿੰਨੇ ਇਹਨਾਂ ਦੇ ਪ੍ਰਧਾਨ ਨੇ, ਸੈਕਟਰੀ ਨੇ, ਸਾਰਾ ਕੁਛ ਤੋਂ ਲੈ ਕੇ ਇਹ ਇੱਕ ਬਣਿਆ ਤਣਿਆ ਜਿਹੜਾ ਮਾਫੀਆ ਹੈ। ਸਾਰੇ ਬੰਦੇ ਉਹਦੇ 'ਚ ਵੋਲੰਟਰੀ ਇਹ ਕੰਮ ਕਰਦੇ ਨੇ। ਤੇ ਜਦੋਂ ਤੁਸੀਂ ਇਹਨਾਂ ਦੀ ਵੋਲੰਟਰੀ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਥੱਲੇ ਲਾਉਣ ਨੂੰ ਜਿਹੜੀਆਂ ਕੋਸ਼ਿਸ਼ਾਂ ਆ ਉਹ ਹਮੇਸ਼ਾ ਜਾਰੀ ਰਹਿਣੀਆਂ ਇਹਨਾਂ ਦੀਆਂ। ਜਿੰਨਾ ਚਿਰ ਤਾਂ ਇਹਨਾਂ ਦੇ ਵਲੰਟੀਅਰ ਬਣ ਕੇ ਕੰਮ ਕਰੋ, ਉਹਨਾਂ ਚਿਰ ਬਹੁਤ ਵਧੀਆ।
ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿਓ, ਪਰ ਆਸ ਸੀਗੀ ਕਿਤੇ ਨਾ ਕਿਤੇ ਸਾਡੀ ਜਾਗਰੂਕਤਾ ਤੱਕ ਨਾ ਕਿ ਬਈ ਇਹ ਨਹੀਂ ਏਦਾਂ ਦੇ, ਇਹ ਵੱਖਰੇ ਆ, ਪਰ ਨਿਕਲੇ ਉਹ ਵੀ ਉਦਾਂ ਦੇ। ਅੱਜ ਜਦੋਂ ਕਿਸੇ ਨੇ ਉਹਨਾਂ ਤੋਂ ਥੋੜੀ ਜਿਹੀ ਅਗਲੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਜਿਹੜੀਆਂ ਕੁੱਟਣ ਮਾਰਨ ਵਾਲੀਆਂ ਧਮਕੀਆਂ ਜਿਹੜੀਆਂ ਦੇਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਸਾਰੇ ਪ੍ਰੋਗਰਾਮ ਕਰਕੇ ਜਿਹੜਾ ਉਹਨਾਂ ਨੇ ਜਿੱਦਾਂ ਦੀਆਂ ਗੱਲਾਂ ਹੁਣ ਕਰੀ ਰਹੇ, ਆਪਾਂ ਦੇਖ ਹੀ ਰਹੇ ਹਾਂ ਹੁਣ ਸਾਰੇ ਪਾਸੇ ਜੋ ਚੱਲ ਰਿਹਾ। ਅੱਜ ਕੱਲ੍ਹ ਤਾਂ 2-3 TV ਚੈਨਲ ਇਹਨਾਂ ਦੇ ਬਣ ਚੁੱਕੇ ਆ ਜਿਨ੍ਹਾਂ ਦੇ ਉੱਤੇ ਇਹ ਜਿਹੜੀ ਅੱਜ ਕੱਲ੍ਹ ਇਹ ਗੱਲਬਾਤ ਹੀ ਚੱਲਦੀ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਣਾ ਦਾ ਵਿਰੋਧ ਕਿੱਦਾਂ ਕੀਤਾ ਜਾਵੇ। ਉਹਦੇ ਵਿੱਚ ਹੋਰ ਤਾਂ ਕੋਈ ਗੱਲ ਨਹੀਂ ਆ ਰਹੀ, ਅੱਜ ਸਿਰਫ ਇੱਕ ਢੱਡਰੀਆਣਾ ਦਾ ਵਿਰੋਧ ਜਿਹੜਾ ਆ ਉਹੀ ਹੁੱਬ ਕੇ ਜਿਹੜਾ ਆ ਸਾਹਮਣੇ ਆ ਰਿਹਾ ਹੈ ਨਾ ਜੀ। ਪਰ ਗੱਲਾਂ 'ਚ ਵਿਰੋਧ ਕਿੱਦਾਂ ਕਰਨਗੇ ਇਹ ਬੰਦੇ, ਸੋਚਣ ਵਾਲੀ ਗੱਲ ਹੈ। ਦਲੀਲਾਂ ਖੋਖਲੀਆਂ ਨੇ, ਦਲੀਲਾਂ ਥੋਥੀਆਂ ਨੇ ਇਹਨਾਂ ਕੋਲ, ਕਿਉਂਕਿ ਮੋਹਰੇ ਭਾਈ ਰਣਜੀਤ ਸਿੰਘ ਦੀਆਂ ਦਲੀਲਾਂ ਬਹੁਤ ਸਟਰੋਂਗ ਨੇ। ਤੇ ਅੱਜ ਉਹਨਾਂ ਦਲੀਲਾਂ ਦਾ ਜਿਹੜਾ ਮੁਕਾਬਲਾ ਆ ਉਹ ਫਿਰ ਇਹ ਦਲੀਲ ਨਾਲ ਹੀ ਕਰਨ ਦੀ ਕੋਸ਼ਿਸ਼ ਕਰਦੇ ਆ। ਜਦੋਂ ਉਹ ਨਹੀਂ ਚੱਲਦਾ ਤਾਂ ਫਿਰ ਹੁਣ ਅੱਜ ਅੱਕੇ ਹੋਇਆਂ ਨੇ ਹੁਣ ਦੂਜਾ ਰਾਹ ਬਣਾ ਲਿਆ ਟਕਸਾਲੀਆਂ ਵਾਲਾ, ਵੀ ਚੱਲ ਇਹ ਵੀ ਠੀਕ ਹੀ ਆ, ਹੁਣ ਇਹ ਵੀ ਕੋਸ਼ਿਸ਼ ਕਰਕੇ ਵੇਖ ਲੈਂਦੇ। ਦੇਖ ਲਓ ਬੜੀ ਕੋਸ਼ਿਸ਼ ਕਰਕੇ, ਚਲੋ ਇਹ ਵੀ ਦੇਖ ਲਓ ਵੀ ਜੇ ਤੁਹਾਡਾ ਇਹਦੇ ਨਾਲ ਕੁਝ ਬਣਦਾ ਹੋਵੇ। ਪਰ ਐਂਡ ਆਫ ਦਾ ਡੇ ਆਪਣੇ ਤੁਹਾਡੇ ਉੱਤੇ ਜਿਹੜਾ ਧੱਬਾ ਆ ਉਹ ਟਕਸਾਲੀ ਹੋਣ ਦਾ ਹੀ ਲੱਗਣਾ ਆ। ਜਾਗਰੂਕ ਹੋ ਇਸ ਚੀਜ਼ ਦਾ, ਆਪਣੇ ਆਪ 'ਚ ਧਿਆਨ ਰੱਖਿਓ, ਕਿਉਂਕਿ ਜਿਹੜਾ ਇਤਿਹਾਸ ਹੈ ਨਾ ਉਹ ਡੇ ਬਾਏ ਡੇ ਲਿਖਿਆ ਹੀ ਜਾ ਰਿਹਾ। ਜਦੋਂ ਗੁਰੂ ਸਾਹਿਬਾਨਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਵੀ ਗੁਰੂ ਸਾਹਿਬਾਨ ਪਹਿਲੇ ਪਾਤਸ਼ਾਹ ਤੋਂ ਦੂਜੇ ਪਾਤਸ਼ਾਹ ਨੇ ਫਿਰ ਕਰਤਾਰਪੁਰ ਕਿੱਦਾਂ ਸੌਖਾ ਜਿਹਾ ਛੱਡ ਦਿੱਤਾ ਉਹਨਾਂ ਨੇ, ਹਨਾ। ਉਸ ਤੋਂ ਬਾਅਦ ਖਡੂਰ ਤੀਜਿਆਂ ਨੇ ਛੱਡ ਦਿੱਤਾ, ਗੋਇੰਦਵਾਲ ਛੱਡ ਦਿੱਤਾ, ਹਨਾ ਜੀ। ਤੇ ਅੰਮ੍ਰਿਤਸਰ ਹਨਾ ਦਰਬਾਰ ਸਾਹਿਬ ਛੱਡ ਦਿੱਤਾ ਛੇਵੇਂ ਪਾਤਸ਼ਾਹ ਨੇ। ਫਿਰ ਉਧਰੋਂ ਪਟਨੇ ਤੋਂ ਚੱਲ ਕੇ ਆਏ ਤਾਂ 10ਵੇਂ ਪਾਤਸ਼ਾਹ ਨੇ ਅਨੰਦਪੁਰ ਵੀ ਛੱਡ ਦਿੱਤਾ, ਛੱਡਦੇ ਗਏ ਉਹ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ ਆਉਂਦਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਕਾਇਮ ਕਰਦਾ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਜਾ ਕੇ ਉਹ ਸੰਸਥਾ ਨੂੰ ਕਿਤੇ ਆਜ਼ਾਦ ਕਰਾਉਣ ਦੀ ਗੱਲ ਕੀਤੀ ਹੋਵੇ, ਜਦ ਕਿ ਉਹ ਰਾਜ ਵਧੀਆ ਕਰਨ ਦੀ ਗੱਲ ਕੀਤੀ। ਪਰ ਇਦਾਂ ਨਹੀਂ ਹੋਇਆ ਕਿ ਜਾ ਕੇ, ਕਿਉਂਕਿ ਕਿਤੇ ਨਾ ਕਿਤੇ ਪਤਾ ਸੀਗਾ ਕਿ ਉੱਥੇ ਜਿਹੜਾ ਕਬਜ਼ਾ ਆ ਉਹ ਪੁਜਾਰੀਆਂ ਦਾ ਹੀ ਹੋ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ, ਤਾਂ ਹੀ ਕਰਕੇ 9ਵੇਂ ਪਾਤਸ਼ਾਹ ਜਦੋਂ ਗਏ ਆ ਤਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਹਨਾਂ ਦਾ ਇਤਿਹਾਸ ਹੀ ਕਹਿੰਦਾ ਇਹ ਗੱਲ, 9ਵੇਂ ਪਾਤਸ਼ਾਹ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤੇ 10ਵੇਂ ਪਾਤਸ਼ਾਹ ਨੇ ਤਾਂ ਦਰਬਾਰ ਸਾਹਿਬ ਵੱਲ ਮੁੱਖ ਵੀ ਨਹੀਂ ਕੀਤਾ ਆਪਣਾ। ਦੂਰ ਜਾ ਕੇ ਉਹਨਾਂ ਨੇ ਨੰਦੇੜ ਜਾ ਕੇ ਡੇਰਾ ਲਾਇਆ, ਜਦ ਕਿ ਨੰਦੇੜ ਦਾ ਤੇ ਬਹੁਤ ਫਰਕ ਹੈ ਹਨਾ, ਦਰਬਾਰ ਸਾਹਿਬ ਤਾਂ ਉਹਨਾਂ ਦੇ ਲਾਗੇ ਸੀਗਾ ਤੇ ਉਹ ਉਧਰ ਨੂੰ ਆਪਣਾ ਰੁੱਖ ਕਰ ਸਕਦੇ ਸੀ, ਈਜ਼ੀ ਸੀ ਉਹਨਾਂ ਲਈ ਦਰਬਾਰ ਸਾਹਿਬ ਜਾ ਕੇ ਬਹਿਣਾ। ਪਰ ਉਹਨਾਂ ਨੇ ਪੰਜਾਬ ਛੱਡ ਕੇ ਅੱਗੇ ਜਾ ਕੇ ਨੰਦੇੜ ਜਾ ਕੇ ਆਪਣਾ ਜਿਹੜੇ ਡੇਰੇ ਆ ਉਹ ਲਾਏ। ਅੰਤਲਾ ਸਮਾਂ ਉਹਨਾਂ ਦਾ ਨੰਦੇੜ ਹੀ ਜਾ ਕੇ ਬੀਤਿਆ। ਉਹਨਾਂ ਚਿਰ ਇਹ ਤੋਂ ਹੁਣ ਤੱਕ ਵੀ ਲਾ ਲਈਏ, ਇਹਨਾਂ ਕੋਲ ਮੌਕਾ ਮਿਲ ਗਿਆ ਸਾਡੇ ਇਤਿਹਾਸ ਨੂੰ ਲਿਖਣ ਦਾ। ਜਿਹੜਾ ਰਚਨਾਵਾਂ ਜਿਹੜੀਆਂ ਨੇ, ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਜਿਹੜੇ ਆ ਉਹ ਸਾਡੇ ਸਿਰਾਂ ਤੇ ਮੜਨ ਦਾ, ਤੋੜ ਮਰੋੜ ਕੇ ਜਿਹੜੀਆਂ ਤੱਥਾਂ ਤੋਂ ਰਹਿਤ ਇਤਿਹਾਸ ਉਹ ਸਾਡੇ ਮੂਹਰੇ ਪੇਸ਼ ਕਰ ਦਿੱਤਾ ਗਿਆ। ਅੱਜ ਜਦੋਂ ਉਹਦੇ ਬਾਰੇ 'ਚ ਗੱਲ ਕਰਦੇ ਹਾਂ ਕਿ ਭਾਈ ਇੱਦਾਂ ਕਿੱਦਾਂ ਹੋ ਸਕਦਾ, ਕਿਸੇ ਚੀਜ਼ ਤੇ ਵੀ ਜਦੋਂ ਕੋਈ ਸਵਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਫਿਰ ਇਸ ਜਿਹੜਾ ਤਬਕੇ ਵੱਲੋਂ ਉਸੇ ਤਰੀਕੇ ਨਾਲ ਧਮਕੀਆਂ ਦਾ ਜਿਹੜਾ ਦੌਰ ਆ ਉਹ ਚੱਲਦਾ ਤੇ ਆਪਾਂ ਨੂੰ ਪਤਾ ਹੀ ਆ। ਫਿਰ ਅਗਲੇ ਤੱਕ ਮਾਫੀ ਮੰਗਾਉਣ ਤੱਕ ਜਿਹੜਾ ਆ ਉਹ ਜਾਇਆ ਜਾਂਦਾ ਹੈ ਨਾ। ਕਿਸੇ ਦੇ ਵੀ ਵਿਚਾਰ ਤਾਂ ਹਰੇਕ ਦੇ ਵੀ ਆਪੋ ਆਪਣੇ ਹੋ ਸਕਦੇ ਆ। ਅੱਜ ਧਾਰਮਿਕ ਲਹਿਜੇ ਦੇ ਵਿੱਚ ਬੰਦਾ ਹਰੇਕ ਵੱਖੋ ਵੱਖਰੇ ਵਿਚਾਰ ਰੱਖਦਾ। ਇਹਨਾਂ ਲੋਕਾਂ ਦੇ ਵਿੱਚ ਤਾਂ ਆਪਾਂ ਦੇਖਿਆ ਹੀ ਆ ਬਈ ਨਾਸਤਿਕਾਂ ਦੀ ਗਿਣਤੀ ਜਿਹੜੀ ਆ ਉਹ ਜ਼ਿਆਦਾ ਹੈ। ਤੁਸੀਂ ਆਪਣੇ ਕੰਮਾਂ ਕਾਰਾਂ ਦੇ ਕਦੀ ਕਿਸੇ ਗੋਰੇ ਨਾਲ ਗੱਲ ਕਰਕੇ ਦੇਖ ਲਿਓ। ਨਾਰਮਲੀ ਮੈਂ ਇਹਦੇ ਬਾਰੇ ਤੇ ਬਹੁਤ ਵਾਰੀ ਜਿੱਦਾਂ ਬਹੁਤ ਗੋਰਿਆਂ ਨਾਲ ਵਿਚਾਰ ਕਰਦਾ ਰਹਿੰਦਾ ਹਨਾ। ਜੇ ਉਹਨਾਂ ਨੂੰ ਪੁੱਛੋ ਵੀ ਭਾਈ ਤੂੰ ਧਾਰਮਿਕ ਹੈ, ਕੈਥੋਲਿਕ ਹੈ ਹਨਾ, ਉਹ ਬੜੇ ਹੀ ਭੱਦੇ ਤਰੀਕੇ ਨਾਲ ਫਿਰ ਉਹ ਧਰਮ ਨੂੰ ਜਿਹੜਾ ਆ ਖੰਡਨ ਕਰਦੇ ਆ ਹਨਾ। ਤਾਂ ਉਹ ਏਦਾਂ ਕਹਿੰਦੇ ਮੈਂ ਰਿਲੀਜੀਅਸ ਨਹੀਂ ਹੈਗਾ ਭਾਈ, ਨਹੀਂ ਮੈਨੂੰ ਮੇਰਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਆਪਾਂ ਇਹਨਾਂ ਨੂੰ ਅਗਾਂਹ ਵਧੂ ਸਮਝਦੇ ਹਾਂ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੇ ਸਾਰਾ ਕੁਝ ਜਿਹੜਾ ਹੰਢਾ ਲਿਆ ਆਪਣੇ ਉੱਤੇ ਤੇ ਆਪਣੇ ਨਾਲੋਂ ਨੀਅਰਲੀ 200 ਸਾਲ ਇਹ ਫਾਰਵਰਡ ਚੱਲ ਰਹੇ ਨੇ ਹਨਾ ਜੀ। ਜਦੋਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਹਿੰਦੇ ਆ ਵੀ ਸਾਨੂੰ ਧਰਮ ਦੀ ਕੋਈ ਲੋੜ ਨਹੀਂ, ਕਿਉਂਕਿ ਇਹਨਾਂ ਨੇ ਸਟਰਕਚਰ ਬਹੁਤ ਸੋਹਣਾ ਕੱਢ ਲਿਆ। ਇੱਥੇ ਸਟੱਡੀ ਦਾ ਜਿਹੜਾ ਪੜ੍ਹਾਈ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਵਧੀਆ ਹੈ। ਫ੍ਰੀ ਪੜ੍ਹਾਈ ਹੈ, ਫ੍ਰੀ ਐਜੂਕੇਸ਼ਨ, ਉਸ ਤੋਂ ਬਾਅਦ ਫ੍ਰੀ ਮੈਡੀਕੇਸ਼ਨ, ਫ੍ਰੀ ਹਸਪੀਟੈਲਿਟੀ, ਸਾਰਾ ਕੁਝ ਇੱਥੇ ਫ੍ਰੀ ਹੈ। ਤੇ ਇਹਨਾਂ ਨੂੰ ਮੈਨੂੰ ਲੱਗਦਾ ਫਿਰ ਤਾਂ ਹੀ ਕਰਕੇ ਇਹਨਾਂ ਨੂੰ ਜਿਹੜਾ ਧਰਮਾਂ ਨੂੰ ਜਾਣ ਦੀ ਜਿਹੜੀ ਆ ਲੋੜ ਨਹੀਂ ਪੈਂਦੀ। ਇੱਥੇ ਚਰਚ ਜਿਹੜੇ ਆ ਉਹ ਐਤਵਾਰ ਨੂੰ ਹੀ ਖੁੱਲ੍ਹਦੇ ਆ ਜ਼ਿਆਦਾਤਰ, ਤੁਸੀਂ ਦੇਖਿਆ ਹੋਣਾ।
ਤੇ ਜਿਹੜੇ ਬਹੁਤ ਬਹੁਤ ਸਾਰੇ ਚਰਚ ਹੈ ਉਹ ਫੋਰ ਸੇਲ ਲੱਗੇ ਹੋਏ ਆ ਇਸ ਵੇਲੇ। ਤੇ ਹਾਂਜੀ ਹਨਾ ਉਹ ਤੁਸੀਂ ਦੇਖਦੇ ਹੀ ਆ ਕਿ ਆਪਣੇ ਬਹੁਤ ਸਾਰੇ ਗੁਰਦੁਆਰੇ ਵੀ ਚਰਚਾਂ 'ਚ ਖੁੱਲੇ ਹੋਏ ਨੇ, ਕਿਉਂਕਿ ਉਹ ਚਰਚ ਜਿਹੜੇ ਉਹ ਵਿਕਣੇ ਲੱਗੇ ਤੇ ਮੁੜ ਕੇ ਉਹਨਾਂ ਦੇ ਵਿੱਚ ਆਪਣੇ ਬੰਦਿਆਂ ਨੇ ਗੁਰਦੁਆਰੇ ਖੋਲ੍ਹ ਲਏ। ਜੀ ਜੀ ਤੇ ਸਾਡਾ ਅੱਜ ਜ਼ੋਰ ਲੱਗਾ ਹੋਇਆ ਆ ਕਿ ਸਿਰਫ ਤੇ ਸਿਰਫ ਅਸੀਂ ਲੰਗਰ ਨੂੰ ਜ਼ਿਆਦਾ ਮਹਾਨਤਾ ਦੇਈ ਜਾਂਦੇ ਹਾਂ ਤੇ ਐਜੂਕੇਸ਼ਨ ਦੀ ਕਿਤੇ ਨਾ ਕਿਤੇ ਗੱਲ ਨਹੀਂ ਹੋ ਰਹੀ। ਤੇ ਹਾਂਜੀ ਜੇ ਆਪਾਂ ਇਹਨਾਂ ਨੂੰ ਜਾਗਰੂਕਾਂ ਨੂੰ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਤਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਸਾਡੀ ਸਿੱਖ ਕੌਮ ਨੂੰ ਇਹਨਾਂ ਨੂੰ ਐਜੂਕੇਸ਼ਨ ਵੱਲ ਨੂੰ ਲੈ ਕੇ ਜਾਂਦੇ। ਆਪਣਾ ਕੋਈ ਮਿਸ਼ਨ ਬਣਾ ਕੇ ਚੱਲਦੇ ਤਾਂ ਸ਼ਾਇਦ ਲੋਕੀ ਇਹਨਾਂ ਤੇ ਭਰੋਸਾ ਕਰਦੇ, ਪਰ ਆਪਣੇ ਸਾਰੇ ਮਿਸ਼ਨਾਂ ਨੂੰ ਖੁੰਝੇ ਲਾ ਕੇ ਇਹਨਾਂ ਨੇ ਆਪਣਾ ਇੱਕੋ ਹੀ ਮਿਸ਼ਨ ਬਣਾ ਲਿਆ ਵੀ ਭਾਈ ਰਣਜੀਤ ਸਿੰਘ ਢੱਡਰੀਆਣ ਦਾ ਵਿਰੋਧ ਕਰਨਾ। ਬਿਲਕੁਲ ਹਾਂਜੀ ਹਨਾ, ਉਸ ਤੋਂ ਬਿਨਾ ਤਾਂ ਅੱਜ ਕੋਈ ਟੀਚਾ ਵੀ ਨਹੀਂ ਰਹਿ ਗਿਆ, ਅੱਜ ਕੋਈ ਗੁਰੂ ਦੀ ਗੱਲ ਨਹੀਂ ਰਹਿ ਗਈ। ਜਦੋਂ ਗੁਰੂ ਦੀ ਗੱਲ ਕਰਦੇ ਆ, ਜਿਹੜੀਆਂ ਗੱਲਾਂ ਗੁਰੂ ਦੀਆਂ ਆਪ ਹੁਣ ਤੱਕ ਕਰਦੇ ਆਏ ਆ, ਹਨਾ, ਅੱਜ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਉਸ ਤੋਂ ਇੱਕ ਅੱਗੇ ਦੀ ਗੱਲ ਕੀਤੀ ਤਾਂ ਆਪਣੀਆਂ ਗੱਲਾਂ ਨੂੰ ਹੀ ਖੰਡਨ ਕਰਕੇ ਅੱਜ ਉਹਨਾਂ ਗੱਲਾਂ ਤੇ ਆ ਗਿਆ ਵੀ ਭਾਈ ਨਹੀਂ, ਇਹੋ ਜਿਹਾ ਰੱਬ ਕੋਈ ਨਹੀਂ ਹੁੰਦਾ, ਕੁਦਰਤ 'ਚ ਕੋਈ ਰੱਬ ਨਹੀਂ ਵਸਦਾ, ਤੇ ਜਿਹੜਾ ਇੱਕ ਵੱਖਰਾ ਬੈਠਾ ਹੋਇਆ ਜਿਹੜਾ ਰੱਬ ਆ ਉਹਨੂੰ ਸਥਾਪਤੀ ਦੀ ਜਿਹੜੀ ਹੈ ਦੌੜ ਜਿਹੜੀ ਸ਼ੁਰੂ ਹੋ ਗਈ ਹੈ ਨਾ ਜੀ। ਤਾਂ ਤੁਸੀਂ ਦੇਖ ਲਓ ਬਈ ਇੰਨਾ ਨੀਵਾਂ ਗਿਰਦੇ ਅਸੀਂ ਅੱਜ ਇਹਨਾਂ ਨੂੰ ਵੇਖ ਰਹੇ ਹਾਂ, ਜਿਨ੍ਹਾਂ ਦੇ ਉੱਤੇ ਕਈ ਵਾਰੀ ਸਾਨੂੰ ਆਸਾਂ ਸੀਗੀਆਂ ਬਹੁਤ। ਅੱਜ ਭਾਈ ਸਾਹਿਬ ਨੇ ਦੀਵਾਨ 'ਚ ਵੀ ਜਿਹੜੀ ਉਹ ਗੱਲ ਕੀਤੀ ਹੈ, ਉਹ ਕਹਿੰਦੇ ਵੀ ਮੈਂ ਤਾਂ ਲੜਾਈ ਤੁਹਾਡੀ ਲੜਦਾ ਸੀ ਅੱਗੇ ਹੋ ਕੇ, ਹਨਾ, ਮੇਰੀ ਤਾਂ ਲੜਾਈ ਨਹੀਂ ਸੀ ਕੋਈ। ਜਿਸ ਵੇਲੇ ਜਦੋਂ ਧੁੰਮੇ ਨੇ ਗੱਲ ਕੀਤੀ ਸੀ ਨਾ, ਉਦੋਂ ਉਹਦੇ ਵਿੱਚ ਭਾਈ ਪੰਥਪ੍ਰੀਤ ਸਿੰਘ, ਸਰਬਜੀਤ ਸਿੰਘ ਧੁੰਦਾ ਤੇ ਭਾਈ ਰਣਜੀਤ ਸਿੰਘ ਤਿੰਨਾਂ ਨੂੰ ਗੱਲ ਕਹੀ ਸੀ ਤੇ ਜਵਾਬ ਦਿੱਤਾ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ, ਤੇ ਜਿਹਦੇ ਕਰਕੇ ਸ਼ਬੀਲ ਲੱਗੀ ਤੇ ਜਿਹਦੇ ਕਰਕੇ ਆਪਣਾ ਸਾਥੀ ਭਾਈ ਭੁਪਿੰਦਰ ਸਿੰਘ ਉਹਨਾਂ ਨੂੰ ਗਵਾਉਣਾ ਪਿਆ। 2 ਛੋਟੇ ਛੋਟੇ ਬੱਚਿਆਂ ਦਾ ਜਿਹੜਾ ਬਾਪ ਸੀ ਉਹ ਅਨਾਥ, ਛੋਟੇ ਛੋਟੇ ਬੱਚੇ ਜਿਹੜੇ ਸੀ ਉਹ ਅਨਾਥ ਹੋ ਗਏ, ਉਹਨਾਂ ਦਾ ਬਾਪ ਉਹਨਾਂ ਤੋਂ ਚਲਾ ਗਿਆ। ਉਹ ਸ਼ਬੀਲ ਦਾ ਜਿਹੜਾ ਦਹਿਲ ਸੀਗਾ ਉਹ ਤਾਂ ਭਾਈ ਰਣਜੀਤ ਸਿੰਘ ਦੇ ਦਿਲ ਤੇ ਪੈਣਾ ਚਾਹੀਦਾ ਸੀ, ਪਰ ਉਹ ਦਹਿਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਗਰੂਕਾਂ ਤੇ ਪੈ ਗਿਆ ਅੱਜ। ਹਾਂਜੀ ਨਹੀਂ ਬਿਲਕੁਲ ਇਹੀ ਗੱਲ ਲੱਗਦੀ ਹੈ ਵੀ ਜਿਹੜਾ ਉਸ ਚੀਜ਼ ਦਾ ਪ੍ਰਭਾਵ ਜਿਹੜਾ ਇਹਨਾਂ ਨੇ ਬਹੁਤ ਜ਼ਿਆਦਾ ਕਬੂਲ ਕਰ ਲਿਆ, ਹਨਾ ਜੀ। ਕਮ ਸੇ ਕਮ ਉਹਦੇ ਚੋਂ ਬਾਹਰ ਨਿਕਲ ਕੇ ਜੇ ਇਹ ਦੇਖਣ, ਅੱਜ ਵੀ ਆਪਣੀਆਂ ਅੱਖਾਂ ਖੋਲ ਕੇ ਕਿਤੇ ਨਾ ਕਿਤੇ ਹੁੰਦਾ ਆ ਫਿਰ ਵੀ ਬੰਦੇ ਨੂੰ ਕਿ ਸ਼ਾਇਦ ਇਹ ਬੰਦੇ ਮਾੜਾ ਮੋਟਾ ਆਪਣੀਆਂ ਅੱਖਾਂ ਦੇ ਉੱਤੇ ਜਿਹੜੀਆਂ ਲੱਗੀਆਂ ਐਨਕਾਂ ਆ, ਜਿਹੜੀਆਂ ਜੈਲਸੀ ਦੀਆਂ ਐਨਕਾਂ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਲਾ ਕੇ ਜੇ ਕਿਤੇ ਦੁਨੀਆ ਦੇਖਣ ਤੇ ਇਹਨਾਂ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਅੱਜ ਉਹਨਾਂ ਵਰਗਾ ਅੱਜ ਕੋਈ ਆਗੂ ਜਿਹੜਾ ਲੱਭਣਾ ਔਖਾ ਹੈ। ਤਾਂ ਅੱਜ ਦੁਨੀਆ ਉਹਨਾਂ ਨੂੰ ਸੁਣ ਵੀ ਬਹੁਤ ਵਧੀਆ ਰਹੀ ਹੈ, ਬੜੇ ਹੀ ਲੋਕੀ ਜਿਹੜੇ ਆ ਚਾਅ ਨਾਲ ਸੁਣਦੇ ਆ। ਮੈਂ ਦੇਖਦਾ ਸੀਗਾ ਜਦੋਂ ਦੀਵਾਨ ਚੱਲਦਾ ਆ ਅੱਜ, ਕਿਉਂਕਿ ਦੀਵਾਨ ਵੀ ਤਾਂ ਹੁਣ ਪਰਮੇਸ਼ਰ ਦੁਆਰ ਲੱਗਣੇ ਸ਼ੁਰੂ ਹੋ ਗਏ ਹਨਾ, ਕਰੋਨਾ ਦੀ ਵਜ੍ਹਾ ਦੇ ਨਾਲ ਸੰਸਥਾਵਾਂ ਜਿਹੜੀਆਂ ਸੀਗੀਆਂ ਉਹ ਬੰਦ ਸੀ, ਪਰ ਉਸ ਤੋਂ ਪਹਿਲਾਂ ਹੀ ਭਾਈ ਰਣਜੀਤ ਸਿੰਘ ਉਹਨਾਂ ਦੇ ਜਿਹੜੇ ਦੀਵਾਨ ਸੀ ਉਹ ਬੰਦ ਕਰਾਤੇ ਸੀ ਅਜਨਾਲੇ ਨੇ। ਅੱਜ ਅਜਨਾਲੇ ਦੇ ਧੁੰਮੇ ਦਾ ਰਫੜ ਪਿਆ ਜਦੋਂ, ਤੇ ਬੜੇ ਹੀ ਭੱਦੇ ਇਲਜ਼ਾਮ ਜਿਹੜੇ ਆ ਧੁੰਮੇ ਤੇ ਲਾਏ, ਆਪਾਂ ਦੇਖ ਹੀ ਲਿਆ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੋ ਚੱਲਦਾ ਆ। ਉਹ ਤਾਂ ਮੈਂ ਐਫੀਡੇਵਿਟ ਵੀ ਇੱਕ ਪੜ੍ਹਦਾ ਸੀਗਾ, ਜਿਸ ਤਰੀਕੇ ਨਾਲ ਉਹ ਬੰਦੇ ਜਿਹੜੇ ਚੀਜ਼ਾਂ ਬਣਾਉਂਦੇ ਆ ਜਾਂ ਜਿੱਦਾਂ ਉਹ ਕਰਦੇ ਆ, ਉਹ ਸਾਰਾ ਕਾਟੋ ਕਲੇਸ਼ ਜਿਹੜਾ ਅੱਜ ਉਹਨਾਂ ਦਾ ਚੱਲ ਰਿਹਾ ਆ, ਉਹਦਾ ਆਧਾਰ ਜਿਹੜਾ ਆ ਇਹੀ ਆ ਵੀ ਭਾਈ ਉਹਨਾਂ ਨੇ ਜਾਗਰੂਕਾਂ ਨੂੰ ਛੱਡ ਦਿੱਤਾ ਵੀ ਤੁਸੀਂ ਰਣਜੀਤ ਸਿੰਘ ਦਾ ਵਿਰੋਧ ਕਰੀ ਚੱਲੋ, ਹਨਾ, ਤੁਸੀਂ ਸਾਡੀ ਟਕਸਾਲੀਆਂ ਦੀ ਢਾਲ ਬਣ ਕੇ ਅੱਜ ਰਣਜੀਤ ਸਿੰਘ ਦੇ ਵਿਰੋਧ 'ਚ ਖੜ ਜਾਓ, ਤੇ ਅਸੀਂ ਮਾੜਾ ਜਿਹਾ ਆਪਣਾ ਜਿਹੜਾ ਸਾਡਾ ਕਾਟੋ ਕਲੇਸ਼ ਆ ਅਸੀਂ ਉਹਨੂੰ ਨਿਬੇੜ ਲਈਏ, ਥੋੜਾ ਜਿਹਾ ਉਹਨੂੰ ਸਮੇਟ ਕੇ ਫਿਰ ਉਹ ਬੰਦੇ ਮੈਦਾਨ 'ਚ ਆ ਜਾਣਗੇ। ਪਰ ਜਾਗਰੂਕੋ, ਇੱਕ ਗੱਲ ਨੂੰ ਮਾੜਾ ਜਿਹਾ ਸੋਚੋ, ਆਪਣੇ ਮੱਥੇ ਤੇ ਹੱਥ ਮਾਰੋ ਵੀ ਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮੰਨ ਲਓ ਕਿ ਅੱਜ ਇਸ ਪਾਸੇ ਨਾ ਹੁੰਦੇ, ਮੰਨ ਲਓ ਇਹ ਤੁਹਾਡੀ ਦੌੜ ਦੇ ਵਿੱਚ ਉਹ ਨਾ ਆਪਣਾ ਕਦਮ ਰੱਖਦੇ, ਅੱਜ ਉਹ ਬਾਬੇ ਵਾਲ ਦੇ ਪਾਸੇ ਹੁੰਦੇ ਆ ਨਾ, ਤਾਂ ਤੁਹਾਡੇ ਹਾਲਾਤ ਕੀ ਬਣਦੇ। ਤੇ ਕੱਲ ਨੂੰ ਮੰਨ ਲਓ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿਣ ਵੀ ਹਾਂ ਮੈਂ ਸਾਰਾ ਕੁਝ ਛੱਡਿਆ ਭਾਈ, ਤੁਸੀਂ ਆਪਣਾ ਕਰੋ, ਤਾਂ ਜਿਹੜੇ ਟਕਸਾਲੀ ਬੰਦੇ ਨੇ ਉਹਨਾਂ ਦਾ ਰੁਖ ਕਿੱਧਰ ਨੂੰ ਹੋਊਗਾ? ਫਿਰ ਮਸਲਾ ਤਾਂ ਫਿਰ ਤੁਹਾਡਾ ਢੇਰੀਆਂ ਦਾ ਆਪਸ 'ਚ ਪੈ ਜਾਣਾ ਆ। ਤੇ ਫਿਰ ਜਿਹੜਾ ਅੱਜ ਦਾ ਜਿਹੜਾ ਤੁਸੀਂ ਵੇਲਾ ਖੁੰਝਾ ਰਹੇ ਹੋ ਨਾ, ਫਿਰ ਅੱਜ ਦਾ ਵੇਲਾ ਜਿਹੜਾ ਆ ਉਹਨੂੰ ਤੁਸੀਂ ਮੁੜ ਮੁੜ ਕੇ ਯਾਦ ਕਰਕੇ ਪਛਤਾਓਗੇ ਕਿ ਤੁਹਾਡੇ ਕੋਲ ਮੌਕਾ ਸੀਗਾ, ਪਰ ਉਹ ਮੌਕਾ ਤੁਸੀਂ ਕਿਤੇ ਨਾ ਕਿਤੇ ਖੁੰਝਾ ਲਿਆ। ਸੋ ਆਸ ਕਰਦੇ ਹਾਂ ਫਿਰ ਵੀ ਕਿਤੇ ਨਾ ਕਿਤੇ ਵੀ ਸ਼ਾਇਦ ਤੁਸੀਂ ਮੱਥੇ ਤੇ ਹੱਥ ਕਿਤੇ ਨਾ ਕਿਤੇ ਮਾਰੋਗੇ ਆਪਣੇ, ਤਾਂ ਦੁਬਾਰਾ ਫਿਰ ਇਸ ਗੱਲਾਂ ਨੂੰ ਮਾੜਾ ਜਿਹਾ ਸੋਚਣਾ ਸ਼ੁਰੂ ਕਰੋਗੇ
ਵੀ ਭਾਈ ਕਿੱਧਰ ਨੂੰ ਜਾਂਦੇ ਸੀ ਤਾਂ ਮੋੜ ਕਿੱਧਰ ਨੂੰ ਕੱਟ ਲਿਆ। ਬਿਲਕੁਲ ਤੇ ਹਾਂਜੀ ਗੱਲ ਫਿਰ ਉੱਥੇ ਹੀ ਆਉਂਦੀ ਹੈ ਘੁੰਮ ਘੁਮਾ ਕੇ ਵੀਰ ਤੇਜਵੀਰ ਸਿੰਘ। ਜਦੋਂ ਆਪਾਂ ਇੱਥੇ ਵੀ ਦੇਖਦੇ ਹਾਂ ਆਪਣੇ ਨਾਲ ਇੱਥੇ ਜਿੰਨੇ ਵੀਰ ਹੁਣ ਮਿਲਦੇ ਆ ਆਪਾਂ ਨੂੰ, ਜਦੋਂ ਗੁਰਦੁਆਰਾ ਖਾਲਸਾ ਦਰਬਾਰ ਹਾਂਜੀ ਹੁੰਦਾ ਸੀ ਆਪਾਂ ਸਾਰੇ ਵੀਰ ਉੱਥੇ ਇਕੱਠੇ ਹੁੰਦੇ ਸੀ, ਹਨਾ ਜੀ। ਬਹੁਤ ਹਾਂਜੀ ਸਾਰੇ ਵੀਰ ਜਿਹੜੇ ਆ ਉਹ ਜਾਗਰੂਕਾਂ ਚੋਂ ਆਪਣੇ ਆ ਲਾਏ ਹੋਏ ਆ, ਬਿਲਕੁਲ ਜਿਹੜੇ ਮੋਸਟਲੀ ਹਾਂਜੀ ਜਿਹੜੇ ਕਿ ਇਹਨਾਂ ਨੂੰ ਬਹੁਤ ਹੀ ਤਹਿ ਦਿਲੀ ਨਾਲ ਸੁਣਦੇ ਸੀਗੇ, ਬਹੁਤ ਹੀ ਦਿਲੋਂ ਸਾਥ ਦਿੰਦੇ ਸੀ, ਇਹਨਾਂ ਦੇ ਲਈ ਪੂਰੇ ਮੈਂ ਤਾਂ ਵਲੰਟੀਅਰ ਬਣੇ ਸੀ। ਜੀ ਮੈਂ ਤਾਂ ਆਪ ਹੀ ਇੱਕ ਐਗਜ਼ਾਮਪਲ ਮੈਂ ਆਪ ਇਹਨਾਂ ਵਿੱਚੋਂ ਆਇਆ ਠੀਕ ਹੈ ਜੀ। ਹਾਂਜੀ। ਹਾਂਜੀ ਤਾਂ ਅੱਜ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਤਾਂ ਦੁੱਖ ਹੁੰਦਾ ਹੀ ਆ ਵੀ ਭਾਈ ਇਹ ਕਿਹੜਾ ਮੋੜ ਕੱਟ ਲਿਆ ਤੁਸੀਂ, ਹਨਾ। ਪਰ ਇਹਨਾਂ ਬੰਦਿਆਂ ਦੇ ਉੱਤੇ ਨਹੀਂ ਜੂੰ ਸਰਕ ਰਹੀ ਕੋਈ ਵੀ, ਬਈ ਇਹਨਾਂ ਦਾ ਮਾੜਾ ਮੋਟਾ ਹੀ ਦਿਮਾਗ ਕੰਮ ਕਰਨਾ ਸ਼ੁਰੂ ਹੋ ਜੇ। ਤੇ ਜਿਹੜੇ ਇਹ ਨਾਨਕ ਦੇ ਮਿਸ਼ਨ ਦੀ ਗੱਲ ਕਰਦੇ ਸੀਗੇ, ਜਿਹੜੇ ਇਹ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਬਚਾਉਣ ਦੀ ਗੱਲ ਕਰਦੇ ਸੀ, ਤੇ ਕਿਤੇ ਇਹ ਹਾਂਜੀ ਦੁਬਾਰਾ ਹਾਂਜੀ ਜੇ ਕਿਤੇ ਦੁਬਾਰਾ ਗੱਲ ਕਰਨੀ ਹਨਾ ਸ਼ੁਰੂ ਕਰ ਦੇਣਾ। ਹਾਂਜੀ ਤੇਜਵੀਰ ਸਿੰਘ। ਭਾਜੀ ਮੈਂ ਨਾ ਜਦੋਂ ਹੁਣ ਇਹ ਸਾਰਾ ਕੁਝ ਸਿਨੈਰੀਓ ਦੇਖਦਾ ਆ ਤਾਂ ਮੈਨੂੰ ਇਹ ਕਈ ਵਾਰ ਲੱਗਦਾ ਵੀ ਯਾਰ ਕਿਤੇ ਖੰਡ ਤੇ ਨਹੀਂ ਕਰਦੇ ਸੀ ਵੀ ਅਸੀਂ ਗੁਰੂ ਨਾਨਕ ਦੀ ਸੋਚ ਬਚਾਉਣੀ ਆ, ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਚ ਬਚਾਉਣੀ ਆ। ਕਿਉਂਕਿ ਜਿਹੜੇ ਦੂਸਰੇ ਗ੍ਰੰਥ ਆ ਉਹਨਾਂ ਦੇ ਵਿੱਚ ਹੁਣ ਜਦੋਂ ਆਪ ਸਟੱਡੀ ਕੀਤਾ ਵੀ ਇੰਨਾ ਉਦਾਂ ਨਾ ਗਗਨਦੀਪ ਭੈਣ ਜੀ ਨੂੰ ਮੈਂ ਦੇਖਿਆ ਤੇ ਉਧਰ ਆਪਣੇ ਸਰਬਜੀਤ ਸਿੰਘ ਧੁੰਦਾ ਨੂੰ ਦੇਖਿਆ ਵੀ ਅਸੀਂ ਗੁਰੂ ਵਾਸਤੇ ਕੁਝ ਵੀ ਕਰ ਸਕਦੇ ਹਾਂ, ਗੁਰੂ ਬਾਰੇ ਜਿਹੜਾ ਵੀ ਕੁਝ ਬੋਲੇਗਾ ਅਸੀਂ ਏਦਾਂ ਕਰਾਂਗੇ, ਅਸੀਂ ਉਹਨਾਂ ਨੂੰ ਜਵਾਬ ਦੇਵਾਂਗੇ। ਪਰ ਮਹਾਰਾਜ ਬਾਰੇ ਇੰਨੀ ਗਲਤ ਟਿੱਪਣੀਆਂ ਕੀਤੀਆਂ ਵੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕੋਈ ਹੈਗਾ ਵੀ ਨਸ਼ੇੜੀ ਬਣਾ ਕੇ ਰੱਖਤਾ। ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹੋਗੇ ਨਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਕੀ ਬਣਾ ਕੇ ਰੱਖਤਾ ਆ ਵੀ ਜੇ ਇਹਨਾਂ ਦੇ ਦਿਲ ਵਿੱਚ ਸੱਚੀ ਦਰਦ ਹੁੰਦਾ ਇਹ ਉਸ ਗੱਲਾਂ ਦੇ ਜਵਾਬ ਦਿੰਦੇ। ਇਹਨਾਂ ਨੇ ਕੋਈ ਉਸ ਬਾਰੇ ਜਵਾਬ ਨਹੀਂ ਦਿੱਤਾ। ਉਹਨਾਂ ਨੂੰ ਪਤਾ ਸੀ ਜੇ ਅਸੀਂ ਕੁਝ ਬੋਲੇ ਸਲੋਤਰ ਲੈ ਕੇ ਉਹਨਾਂ ਨੇ ਆਲੇ ਦੁਆਲੇ ਹੋ ਜਾਣਾ ਆ, ਫਿਰ ਸਾਡੀ ਸਟੇਜਾਂ ਜਾਂਦੀਆਂ ਲੱਗਣ। ਇਹ ਸਿਰਫ ਉਹੀ ਗੱਲਾਂ ਕਰਦੇ ਆ ਨਿਊਟਰਲ ਜਿਹੇ ਹੋ ਗਏ ਨਾ ਮੀਸ ਨੇ ਜੇ ਬਣ ਕੇ, ਹਾਂ ਵੀ ਤੁਸੀਂ ਵੀ ਖੁਸ਼ ਰਹੋ ਤੁਸੀਂ ਵੀ ਖੁਸ਼ ਰਹੋ। ਏਦਾਂ ਨਹੀਂ ਹੁੰਦਾ। ਮੈਂ ਤਾਂ ਪਹਿਲਾਂ ਮੈਨੂੰ ਲੱਗਦਾ ਸੀ ਹਾਂ ਵੀ ਇਹ ਗੁਰੂ ਦੀ ਗੱਲ ਕਰਦੇ ਆ, ਪਰ ਹੁਣ ਜਦੋਂ ਮੈਂ ਵਿਚਾਰਦਾ ਨਾ ਸਾਰੀਆਂ ਗੱਲਾਂ ਮੈਂ ਕਹਿੰਦਾ ਯਾਰ ਇੰਨਾ ਗੰਦ ਲਿਖਿਆ ਪਿਆ, ਇੰਨਾ ਬਕਵਾਸ ਗੁਰੂ ਬਾਰੇ ਬੋਲਿਆ ਗਿਆ ਵੀ ਜੇ ਤੁਹਾਡੇ ਵਿੱਚ ਸੱਚੀ ਗੁਰੂ ਪ੍ਰਤੀ ਪਿਆਰ ਹੁੰਦਾ ਨਾ ਤੁਸੀਂ ਇਹ ਗੱਲਾਂ ਨੂੰ ਪਹਿਲਾਂ ਕੰਡੈਮ ਕਰਦੇ। ਯਾਰ ਤੁਸੀਂ ਕੀ ਇਹ ਗ੍ਰੰਥ ਸਾਡੇ ਸਿਰ ਮੜੇ ਪਿਆ, ਇਹਦੇ ਵਿੱਚ ਕੀ ਲਿਖਿਆ ਪਿਆ। ਇਹਨਾਂ ਨੇ ਕੁਛ ਨਹੀਂ ਕੀਤਾ ਹੈਗਾ, ਘੁੰਗਣੀਆਂ ਪਾ ਕੇ ਮੂੰਹ ਦੇ ਵਿੱਚ ਬਸ ਉਹੀ 2-4 ਜਿਹੜੇ ਇਹਨਾਂ ਦੇ 4 ਸਾਲ ਕੋਰਸ ਕਰਕੇ ਰੱਟੇ ਲਾਏ ਆ ਉਹੀ ਬਸ ਬੋਲੀ ਜਾ ਰਹੇ ਆ। ਉਹਦੇ ਵਿੱਚ ਹੀ ਉਸ ਅਦਾਰੇ ਤੋਂ ਬਾਹਰ ਹੀ ਨਹੀਂ ਜਾ ਰਹੇ ਹੈਗੇ। ਤੁਹਾਨੂੰ ਪਤਾ ਨਹੀਂ ਹੈ ਵੀ ਕੌਮ ਕਿੱਥੇ ਜਾ ਰਹੀ ਹੈ, ਕੌਮ ਦਾ ਕਿੱਦਾਂ ਬ੍ਰੇਨ ਵਾਸ਼ ਹੋ ਰਿਹਾ ਹੈ, ਸਾਰਾ ਕੁਝ ਇਹਨਾਂ ਦੇ ਕਲੀਅਰ ਆ। ਪਰ ਬਸ ਇਹਨਾਂ ਨੂੰ ਉਹੀ ਐਂਡ ਤੇ ਗੱਲ ਵਿੱਚ ਢੇਰੀ ਤੇ ਆ ਕੇ ਇਹਨਾਂ ਦੀ ਗੱਲ ਮੁੱਕਦੀ ਆ। ਤੇ ਹੁਣ ਪਿੱਛੇ ਮੈਂ ਗਗਨਦੀਪ ਭੈਣ ਜੀ ਦੀ ਸਾਰੀ ਸੁਣ ਰਿਹਾ ਸੀ, ਹਾਂ ਵੀ ਇਹਨਾਂ ਨੇ ਜੀ ਸਿਕਿਉਰਿਟੀ ਵਾਲੇ ਰੱਖੇ ਆ। ਉਹ ਭੈਣੇ ਮੇਰੀ ਇਹ ਸੱਚ ਬੋਲਿਆ ਤਾਂ ਸਾਨੂੰ ਸਾਰੀ ਦੌੜ ਪਈ ਆ, ਓਦਾਂ ਕੋਈ ਸ਼ੌਂਕ ਨਹੀਂ ਸੀਗਾ, ਪਹਿਲਾਂ ਕਦੇ ਸਿਕਿਉਰਿਟੀ ਵਾਲੇ ਸੀ। ਹੁਣ ਤੁਸੀਂ ਸੱਚ ਬੋਲੇ ਆ, ਜਿਹੜਾ ਸੱਚ ਤੁਸੀਂ ਨਹੀਂ ਬੋਲ ਸਕੇ ਨਾ ਉਹ ਭਾਈ ਰਣਜੀਤ ਸਿੰਘ ਨੇ ਬੋਲਿਆ। ਤੁਹਾਨੂੰ ਤਾਂ ਹੁਣ ਇਹ ਚਾਹੀਦਾ ਸੀ ਹਾਂ ਵੀ ਸ਼ੁਕਰ ਆ ਵੀ ਕੋਈ ਬੰਦਾ ਆ ਕਿਸੇ ਸਟੇਜ ਉੱਤੇ ਹੈਗਾ ਆ, ਕੋਈ ਉਸਦਾ ਲੈਵਲ ਹੈਗਾ ਆ ਜਿਹਨੂੰ ਦੁਨੀਆ ਸੁਣਦੀ ਆ, ਉਹ ਸਾਡੇ ਹੱਕਾਂ ਪ੍ਰਤੀ ਗੱਲ ਕਰਦਾ ਪਿਆ, ਅਸੀਂ ਡਟ ਕੇ ਬੋਲੀਏ ਹੈਨਾ। ਤੇ ਇਹਨਾਂ ਨੇ ਉਹ ਬਿਲਕੁਲ ਨਹੀਂ ਉਹ ਸਾਥ ਨਹੀਂ ਦਿੱਤਾ। ਤੁਸੀਂ ਨਾ ਆਪਣੇ ਭਾਈ ਆਪਣੇ ਭੈਣ ਗਗਨਦੀਪ ਦੀ ਨਾ ਉਹ ਬਲਰਾਜ ਦੇ ਨਾਲ ਨਾ ਤੁਸੀਂ ਇੱਕ ਵੀਡੀਓ ਜਿਹੜੀ ਨਾ ਉਹ ਸੁਣਿਓ ਜੇ। ਉਹਦੇ ਵਿੱਚ ਕਹਿ ਰਹੀ ਆ ਵੀ ਜਿਹੜਾ ਆ ਵੀ ਸਿੱਖ ਆਪਣੇ ਬੀਬੀਆਂ ਨੂੰ ਪ੍ਰੋਪਰ ਰਾਈਟ ਦਿੱਤੇ ਜਾ ਰਹੇ ਵੀ ਜਿਹੜਾ ਦਰਬਾਰ ਸਾਹਿਬ ਕੀਰਤਨ ਕੀਤਾ ਜਾ ਰਿਹਾ, ਠੀਕ ਹੈ ਜੀ। ਤੇ ਉਸ ਦੇ ਉੱਤੇ ਨਾ ਭਾਈ ਰਣਜੀਤ ਸਿੰਘ ਨੇ ਖੁੱਲ ਕੇ ਕਿਹਾ ਸੀ ਹਾਂ ਵੀ ਕਿਉਂ ਨਹੀਂ ਕੀਤਾ ਜਾ ਰਿਹਾ, ਇਹ ਗਲਤ ਗੱਲ ਆ, ਇਹ ਮਹੰਤਾਂ ਦਾ ਕੰਮ ਆ ਵੀ ਹੋਣਾ ਚਾਹੀਦਾ ਹੈ। ਕਿਉਂਕਿ ਇਹਨਾਂ ਨੇ ਇਹ ਲਾਇਆ ਸੀ ਹਾਂ ਵੀ ਮਹੰਤ ਕਹਿੰਦੇ ਹਾਂ ਵੀ ਇਹਨਾਂ ਦੇ ਉੱਤੇ 5 ਦਿਨ ਇਸ ਤਰ੍ਹਾਂ ਦੇ ਆਉਂਦੇ ਜਿਸ ਦੇ ਕਰਕੇ ਨਹੀਂ ਉੱਥੇ ਕੀਰਤਨ ਕਰ ਸਕਦੇ। ਪਰ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਖੁੱਲ ਕੇ ਉਸ ਦੇ ਬਾਰੇ ਸਟੇਟਮੈਂਟ ਦਿੱਤੀ ਕਿ ਕਿਹਾ ਵੀ ਇਹ ਗਲਤ ਹੋ ਰਿਹਾ ਆ। ਉਸ ਟਾਈਮ ਇਹਨਾਂ ਦੇ ਮੂੰਹ ਦੇ ਵਿੱਚ ਕਿਉਂ ਘੁੰਗਣੀਆਂ ਪਈਆਂ ਸੀ, ਹਾਂ ਵੀ ਸਾਡੇ ਹੱਕ ਦੇ ਵਿੱਚ ਗੱਲ ਹੋ ਰਹੀ ਹੈ ਵੀ ਠੀਕ ਆ। ਹੋ ਸਕਦਾ ਭਾਈ ਰਣਜੀਤ ਸਿੰਘ ਨੇ ਕਿਸੇ ਪੱਖੋਂ ਸਾਡੇ ਵਿਚਾਰ ਨਹੀਂ ਕਰਦੇ, ਉਹ ਸੈਪਰੇਟ ਗੱਲ ਆ, ਪਰ ਇਹ ਗੱਲ ਸਾਡੇ ਹੱਕ ਦੀ ਕੀਤੀ ਆ ਹਾਂ ਵੀ ਇਸ ਦੇ ਨਾਲ ਅਸੀਂ ਖੜੇ ਆ। ਬਿਲਕੁਲ ਭਾਈ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਨਹੀਂ, ਉਸ ਟਾਈਮ ਕੁਝ ਨਹੀਂ ਬੋਲੇ। ਇਹ ਭਾਈ ਸਾਹਿਬ ਦਾ ਉਸ ਟਾਈਮ ਵਿਰੋਧ ਹੋਇਆ ਤੇ ਸਾਰੇ ਜਾਗਰੂਕ ਮਿਸ਼ਨਰੀ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਚੁੱਪ ਕਰਕੇ ਬੈਠੇ ਸੀ। ਇਹਨਾਂ ਨੇ ਕੋਈ ਸਟੇਟਮੈਂਟ ਦਿੱਤੀ, ਕੁਝ ਨਹੀਂ ਕੀਤੀ। ਤੇ ਹੁਣ ਜਦੋਂ ਗੱਲ ਹੁਣ ਗੱਲਾਂ ਕਰਦੇ ਆ, ਮੈਂ ਕਹਿੰਦਾ ਲੋਕਡਾਊਨ ਥੋੜਾ ਹੋਰ ਚੱਲੇ, ਇਹਨਾਂ ਨੇ ਬਸ ਕੁਝ ਨਹੀਂ ਕਰਨਾ, ਇਹਨਾਂ ਕੋਈ ਵਿਸ਼ਾ ਹੀ ਨਹੀਂ ਕੋਈ ਹੈਗਾ ਜੀ, ਬਸ ਇਹਨਾਂ ਨੇ ਭਾਈ ਸਾਹਿਬ ਦਾ ਵਿਰੋਧ ਕਰਨਾ, ਹੋਰ ਕੋਈ ਗੱਲ ਹੀ ਨਹੀਂ ਹੈਗੀ। ਇਹਨਾਂ ਦੀ ਗੱਲ ਤੁਸੀਂ ਡੇਲੀ ਜਿਹੜੇ ਪ੍ਰਚਾਰ ਕਰਦੇ ਆ ਨਾ ਤੁਸੀਂ ਆਨਲਾਈਨ ਸੁਣ ਲਓ, ਉਹ ਡੇਲੀ ਗੱਲਾਂ ਯਾਰ ਤੁਸੀਂ 3 ਸਾਲ ਪਹਿਲਾਂ ਵੀ ਉਹ ਗੱਲਾਂ ਕੀਤੀਆਂ, 4 ਸਾਲ ਪਹਿਲਾਂ ਵੀ ਉਹ ਗੱਲਾਂ ਕੀਤੀਆਂ, ਕੋਈ ਵੱਖਰੀ ਗੱਲ ਤੇ ਦੱਸ ਦਿਓ। 2-4 ਮਿੰਟ ਗੱਲਾਂ ਕਰਕੇ ਬਸ ਐਂਡ ਵਿੱਚ ਹਾਂ ਵੀ ਕੋਈ
ਭਾਈ ਸਾਹਿਬ ਦੇ ਆਲੇ ਦੁਆਲੇ, ਭਾਈ ਸਾਹਿਬ ਦੇ ਆਲੇ ਦੁਆਲੇ, ਬਸ ਗੱਲਾਂ ਘੁਮਾ ਫਿਰਾ ਕੇ ਨਾਂ ਨਹੀਂ ਜਾਣਾ ਹੈਗਾ ਵੀ ਜਾਂ ਤਾਂ ਦਮ ਰੱਖੋ ਵੀ ਨਾਂ ਲੈ ਕੇ ਗੱਲ ਤਾਂ ਕਰੋ, ਇਹਨਾਂ ਦਾ ਦਮ ਰੱਖੋ ਆਪਣੇ 'ਚ, ਇੰਨਾ ਨੀ ਦਮ ਹੈਗਾ ਵੀ ਹਾਂ ਖੁੱਲ ਕੇ ਗੱਲ ਕਰ ਸਕੀਏ, ਉਹਨੂੰ ਪਤਾ ਫਿਰ ਅੱਗੋਂ ਭਾਈ ਸਾਹਿਬ ਦੇ ਐਕਸ਼ਨ ਤੇ ਰਿਐਕਸ਼ਨ ਤਾਂ ਫਿਰ ਹੁੰਦਾ ਹੀ ਆ। ਬਿਲਕੁਲ ਵੀ ਇਹ ਇਹਨਾਂ ਦਾ ਕੋਈ ਹੈ ਨੀ, ਇਹਨਾਂ ਦਾ ਕੋਈ ਦੀਨ-ਇਮਾਨ ਨੀ ਹੈਗਾ, ਇਹਨਾਂ ਦਾ ਬਸ ਇਹਨੂੰ ਇਸ ਟਾਈਮ ਨਾ ਇਹੀ ਜੈਲਸੀ ਆ ਵੀ ਉਹ ਬੰਦਾ ਸਾਡੇ ਤੋਂ ਅੱਗੇ ਕਿੱਦਾਂ ਨਿਕਲ ਗਿਆ, ਵੀ ਸੋਚ ਸਾਡੀ ਆ ਔਰ ਸਾਡੀ ਸੋਚ ਨੂੰ ਹੋਰ ਉਹਨੇ ਐਕਸਟੈਂਡ ਕਰਕੇ ਅੱਗੇ ਲੈ ਗਿਆ ਉਹ, ਵੀ ਅਸੀਂ ਨੀ ਉਸ ਸੋਚ ਨੂੰ ਐਕਸਟੈਂਡ ਕਰ ਸਕੇ, ਉਹ ਬੰਦੇ ਨੇ ਕਰਤੀ। ਗੱਲ ਇੱਥੇ ਅੜੀ ਹੋਈ ਆ ਸਾਰੀ। ਬਿਲਕੁਲ ਹਾਂਜੀ। ਬਿਲਕੁਲ ਐਂਡ ਆਫ ਦਾ ਡੇ ਫਿਰ ਗੱਲ ਉੱਥੇ ਆਉਂਦੀ ਹੈ, ਜੇ ਤਾਂ ਇਹਨਾਂ ਦੇ ਲੈਵਲ ਤੇ ਤੁਰੇ ਰਹਿੰਦੇ ਤਾਂ ਫਿਰ ਚੰਗੇ ਰਹਿੰਦੇ ਹਨਾ। ਤੇ ਬਿਲਕੁਲ। ਹਾਂਜੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਦਾ ਜਿਹੜਾ ਪਹਿਲੀਆਂ ਚ ਹੋ ਹਟਿਆ, ਤੁਹਾਨੂੰ ਪਤਾ ਹੀ ਹੈ ਵੀ ਭਾਈ ਸਾਹਿਬ ਨੇ ਉਹ ਪੂਰਾ ਜਿੱਦਾਂ ਉਹਨੂੰ ਐਨ ਠੋਕ ਕੇ ਜਿਹੜੇ ਸੀਗੇ ਬਿਆਨ ਜਵਾਬ ਉਹਨੂੰ ਦਿੱਤੇ ਸੀਗੇ। ਹੁਣ ਹਾਂਜੀ। ਹਾਂਜੀ ਪ੍ਰਭਦੀਪ ਸਿੰਘ ਨੇ ਵੀ ਆਪਣਾ ਜਿਹੜਾ ਆ ਰੇਡੀਓ ਇੱਥੇ ਟੀਵੀ ਹੁਣ ਬਣਾ ਲਿਆ ਨਾ ਉਹਨੇ ਸਿੰਘ ਨਾਲ, ਹਾਂਜੀ। ਉਹਦੇ ਚ ਵੀ ਹੁਣ ਬੰਦੇ ਜਿਹੜੇ ਆ ਜਾ ਰਹੇ ਆ ਵੱਖੋ ਵੱਖਰੇ ਆਪੋ ਆਪਣੇ ਬਿਆਨਬਾਜ਼ੀ ਕਰਨ। ਪਰ ਇੱਕੋ ਗੱਲ ਮੈਂ ਦੇਖਦਾ ਸੀਗਾ ਵੀ ਵਿਸ਼ਾ ਕੀ ਆ, ਇੱਕੋ ਹੀ ਕਿ ਹਰ ਗੱਲ ਦੇ ਵਿੱਚ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨਾ, ਤੇ ਉਹਦੇ ਨਾਲ ਹਾਂਜੀ। ਬਣਾਉਣਗੇ ਕੀ ਇਹ ਜਾਣੀ, ਜੇ ਅੱਜ ਭਾਈ ਰਣਜੀਤ ਸਿੰਘ ਮਤਲਬ ਇਹਨਾਂ ਦੇ ਵਿੱਚ ਨਾ ਹੋਣ ਤਾਂ ਫਿਰ ਕੀ ਇਹ ਕਿਹਨੂੰ ਇਹ ਬਣਾਉਣਗੇ। ਕਿਸੇ ਟਾਈਮ ਬਾਬਿਆਂ ਦਾ ਵਿਰੋਧ ਕਰ ਲਿਆ, ਫਿਰ ਕਦੇ ਕਿਸੇ ਹੋਰ ਦਾ, ਕਦੇ ਸੰਪਰਦਾਇਆਂ ਦਾ, ਕਦੇ ਨਾਨਕਸਰੀਆਂ ਦਾ, ਹਮੇਸ਼ਾ ਭੰਡਦੇ ਹੀ ਰਹੇ ਹਨਾ। ਭੰਡ ਕੇ ਤਾਂ ਅੱਜ ਭਾਈ ਰਣਜੀਤ ਸਿੰਘ ਇਹਨਾਂ ਨੂੰ ਦੱਸਦੇ ਆ ਸੌਖਾ ਟਾਰਗੇਟ ਇਹਨਾਂ ਨੂੰ ਲੱਗਦਾ ਵੀ ਭਾਈ ਉਧਰੋਂ ਕਿਹੜਾ ਜੁੱਤੀ ਫਿਰਨੀ ਆ ਹਨਾ, ਜਿੱਧਰੋਂ ਤਾਂ ਜੁੱਤੀ ਫਿਰਦੀ ਆ ਉਧਰੋਂ ਚੁੱਪ ਕੀਤੇ ਰਹਿੰਦੇ ਆ, ਤੇ ਉਹ ਲੋੜ ਹੀ ਨਹੀਂ ਪੈਂਦੀ। ਚਲੋ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨ, ਜੀ ਸਦਕੇ ਕਰਨ, ਸਾਨੂੰ ਕੋਈ ਪ੍ਰੋਬਲਮ ਨਹੀਂ ਹਨਾ, ਪਰ ਕਮ ਸੇ ਕਮ ਜਿਹੜੇ ਤੁਹਾਡੇ ਹੁਣ ਤੱਕ ਯੂਥ ਫੇਰਦੇ ਰਹੇ ਮਾੜਾ ਜਿਹਾ, ਉਹਨਾਂ ਦਾ ਵੀ ਵਿਰੋਧ ਕਰਕੇ ਦੇਖ ਲੈਣਾ ਹਨਾ। ਮਾੜਾ ਜਿਹਾ ਸਾਨੂੰ ਵੀ ਦੱਸਣ ਕੁਛ ਵੀ ਅਸੀਂ ਏਦਾਂ ਨਹੀਂ, ਅਸੀਂ ਸਾਰਿਆਂ ਨੂੰ ਏਦਾਂ ਬਰਾਬਰ ਲੈ ਕੇ ਚੱਲਦੇ ਹਾਂ, ਜਾਂ ਫਿਰ ਇੱਕ ਬਿਆਨ ਦੇ ਦਿਓ ਹਨਾ ਵੀ ਭਾਈ ਇੱਕ ਪਾਸੇ ਅਸੀਂ ਖੜੇ ਹਾਂ ਟਕਸਾਲੀਆਂ ਆਲ ਦੇ, ਵੀ ਅਸੀਂ ਵੀ ਟਕਸਾਲੀ ਹਾਂ, ਸਾਡਾ ਮਾੜਾ ਮੋਟਾ ਵਿਚਾਰਧਾਰਾ ਦਾ, ਪਰ ਹੁਣ ਤਾਂ ਲੱਪਾ ਉਦਾਂ ਕਹਿਣਾ ਕਿ ਸਾਡਾ ਮਾੜਾ ਮੋਟਾ ਵਿਚਾਰਧਾਰਾ ਦਾ ਜਿੱਦਾਂ ਕਹਿੰਦੇ ਆਪਾਂ ਜਿੱਦਾਂ ਫਰਕ ਆ, ਬਾਕੀ ਹੈਗੇ ਅਸੀਂ ਕਹਿੰਦੇ ਭਰਾ ਹੀ ਆ। ਤੇ ਫਿਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵਿਚਾਰਾ ਦਾ ਨਹੀਂ ਫਰਕ ਉਹਦੇ ਨਾਲ ਤੁਸੀਂ ਨਾ ਭਾਈ ਸਾਹਿਬ ਜੀ ਆਪਣੇ ਨਾ ਗਗਨਦੀਪ ਕੌਰ ਦੀ ਨਾ ਉਹਨਾਂ ਨੇ ਗੱਲ ਕੀਤੀ ਸੀ, ਜਿਹੜੀ ਉਹਨਾਂ ਨੇ ਕਿਹਾ ਸੀ ਵੀ ਆਪਣਾ ਨਾ ਆਪਣੇ ਭਾਈ ਸੰਤ ਜਰਨੈਲ ਸਿੰਘ ਜੀ ਵੀ ਕੌਮ ਦੇ ਮਹਾਨ ਸ਼ਹੀਦ ਹੋਏ ਆ, ਠੀਕ ਆ, ਓਕੇ ਜੀ, ਮੰਨ ਲਿਆ, ਤੁਸੀਂ ਕਹਿੰਦੇ ਹੋ ਹਾਂ ਮੰਨ ਲੈਂਦੇ ਹਾਂ, ਠੀਕ ਆ। ਤੇ ਉਸ ਤੋਂ ਬਾਅਦ ਨਾ ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਇਹ ਗੱਲ ਮੰਨਦੇ ਇੰਨੇ ਲਾਈਕ ਜਿਹੜੇ ਉਹਦੇ ਉੱਤੇ ਦੋਸ਼ ਲੱਗ ਰਹੇ ਆ, ਵੀ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਵੀ ਸੰਤ ਜਰਨੈਲ ਸਿੰਘ ਨੇ ਜੋ ਕਿਹਾ ਕਥਨੀ ਦੇ ਪੂਰੇ ਸਨ ਸਾਰਾ ਕੁਝ, ਹਾਂ ਵੀ ਠੀਕ ਹੈ, ਅਸੀਂ ਉਹ ਗੱਲ ਤਾਂ ਠੀਕ ਹੈ ਮੰਨ ਲੈਂਦੇ ਹਾਂ ਤੁਹਾਡੀ, ਤੇ ਤੁਸੀਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਕਹਿੰਦੇ ਹਾਂ ਵੀ ਜਿਹੜੀ ਟਕਸਾਲ ਦੇ ਉਹ ਮੁਖੀ ਸੀ, ਜਿਹੜਾ ਇਸ ਟਾਈਮ ਉਸ ਦਾ ਮੁਖੀ ਬਣ ਕੇ ਬੈਠਾ, ਵੀ ਉਹਦੇ ਕੀ ਕਰੈਕਟਰ ਦੇ ਉੱਤੇ ਦੋਸ਼ ਲੱਗ ਰਹੇ ਆ, ਵੀ ਬੰਦੇ ਆਪ ਸਟੇਟਮੈਂਟਾਂ ਦੇ ਰਹੇ ਆ, ਵੀ ਤੁਸੀਂ ਉਸ ਦੇ ਬਾਰੇ ਕਿਉਂ ਨਹੀਂ ਕਹਿ ਰਹੇ ਹਾਂ ਵੀ ਤੁਸੀਂ ਜਾਂ ਤਾਂ ਮੰਨੋ ਹਾਂ ਵੀ ਕਿਉਂਕਿ ਸਬਜੀ ਕਹਿੰਦੇ ਹਾਂ ਪਿੱਛੋਂ ਜਲਦੀ ਆ ਰਹੀ, ਹਾਂ ਤੁਸੀਂ ਮੰਨਦੇ ਹਾਂ ਵੀ ਤੁਸੀਂ ਫਿਰ ਮੰਨਦੇ ਹਾਂ ਪਿੱਛੋਂ ਜਲਦੀ ਆ ਰਹੀ ਹੈ, ਫਿਰ ਪਿੱਛੋਂ ਜਲਦੀ ਆ ਰਹੀ, ਫਿਰ ਉਹਨੂੰ ਪ੍ਰੋਟੈਕਟ ਕਿਹਨੇ ਕਰਨਾ ਹੈ, ਉਸ ਦੇ ਉੱਤੇ ਗੱਲ ਕਿਹਨੇ ਕਰਨੀ, ਕੋਈ ਗੱਲ ਨਹੀਂ ਕਰ ਰਹੇ ਜੀ। ਬਸ ਇੰਨਾ ਕੁਛ ਨਾ ਇਸ ਟਾਈਮ ਤੁਸੀਂ ਦੇਖ ਲਓਗੇ ਵੀ ਹਾਂ ਜਿਹੜਾ ਆਲੇ ਦੁਆਲੇ ਇੰਨੀ ਗੱਲਾਂ ਹੋ ਰਹੀਆਂ ਨੇ, ਸਾਰਾ ਕੁਝ ਹੋ ਰਿਹਾ ਆ ਵੀ ਕੋਹ ਦੇ ਵਿੱਚ ਹੀ ਨਾ ਇੰਨੀ ਦੁਵਿਧਾ ਪੈਦਾ ਹੋ ਰਹੀ ਆ, ਲਾਈਕ ਤੁਸੀਂ ਦਸਮ ਗ੍ਰੰਥ ਨੂੰ ਕਹਿ ਲਓ, ਬ੍ਰਹਮ ਕਵਚ ਕਹਿ ਲਓ, ਤੇ ਹੋਰ ਕਈ ਵਿਸ਼ੇ ਆ, ਪਰ ਇਹਨਾਂ ਨੂੰ ਉਸ ਬਾਰੇ ਇਹਨਾਂ ਨੇ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਆ, ਵੀ ਉਹੀ ਮੈਂ ਕਹਿੰਦਾ ਵੀ ਜਦੋਂ ਇਹਨਾਂ ਨੂੰ ਪਤਾ ਆ ਵੀ ਜੇ ਅਸੀਂ ਕੁਝ ਬੋਲੇ ਸਵੇਰੇ 4 ਗੱਡੀਆਂ ਘਰ ਦੇ ਬਾਹਰ ਹੋਣੀਆਂ ਆ, ਸਾਨੂੰ ਪਤਾ ਵੀ ਸਾਡਾ ਕੀ ਹਾਲ ਹੋਣਾ। ਹਾਂ ਇਹਨਾਂ ਨੂੰ ਪਤਾ ਭਾਈ ਰਣਜੀਤ ਸਿੰਘ ਬਾਰੇ ਬੋਲੀ ਜਾਓ, ਉਹ ਬੰਦੇ ਨੂੰ ਪਤਾ ਹੈ ਉਹਨੇ ਅੱਗੋਂ ਕੋਈ ਡਾਂਗ ਨਹੀਂ ਚੱਕਣੀ, ਕੋਈ ਛਿੱਤਰ ਨਹੀਂ ਚੱਕਣਾ, ਉਹਨੇ ਕੋਈ ਹਥਿਆਰ ਨਹੀਂ ਚੱਕਣੇ, ਉਹਨੇ ਨਿਮਰਤਾ ਸਹਿਤ। ਹੁਣ ਅੱਜ ਵੀ ਮੈਂ ਭਾਈ ਸਾਹਿਬ ਦੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਰਿਪਲਾਈ ਕੀਤਾ ਹੈ, ਜਿਹੜੀ ਵੀ ਗੱਲ ਦਾ ਜਵਾਬ ਦਿੱਤਾ, ਮੈਂ ਕਹਿੰਦਾ ਯਾਰ ਸੱਚੀ ਯਾਰ ਇੰਨੀ ਨਿਮਰਤਾ ਵੀ ਹੁੰਦੀ ਆ ਬੰਦੇ ਦੇ ਵਿੱਚ, ਇੰਨੇ ਸਹਿਜੇ ਨਾਲ ਨੇ ਤੁਹਾਡੇ ਹੱਕ ਦੇ ਵਿੱਚ ਭੁਗਤ ਕੇ ਕਿੰਨੀ ਸੋਹਣੀ ਉਹਨਾਂ ਨੇ ਵਿਚਾਰ ਦਿੱਤੀ, ਤੇ ਕਿੰਨਾ ਸੋਹਣਾ ਉਹਨਾਂ ਨੇ ਸਾਰਾ ਕੁਝ ਸਿਚੁਏਸ਼ਨ ਨੂੰ ਟੈਕਲ ਕਰਕੇ ਆਪਣੇ ਜਵਾਬ ਦਿੱਤੇ। ਪਰ ਇਹਨਾਂ ਨੂੰ ਬਿਲਕੁਲ ਹੀ ਮੈਂ ਕਹਿੰਦਾ ਇੱਕ ਵਾਰ ਮੈਂ ਮਿਸ਼ਨਰੀਆਂ ਤੇ ਜਾਗਰੂਕਾਂ ਨੂੰ ਬੇਨਤੀ ਆ ਵੀ ਘੱਟੋ ਘੱਟ 3-4 ਵਾਰੀ ਨਾ ਜਿਹੜੀ ਭਾਈ ਸਾਹਿਬ ਦੀ ਅੱਜ ਦੀ ਸਟੇਟਮੈਂਟ ਹੈ ਨਾ, ਇੱਕ ਵਾਰ 3-4 ਵਾਰੀ ਸੁਣ ਕੇ ਦੇਖਿਓ, ਸ਼ਾਇਦ ਤੁਹਾਨੂੰ ਕੋਈ ਥੋੜੀ ਬਹੁਤੀ ਸ਼ਰਮ ਆ, ਥੋੜੀ ਬਹੁਤ ਆ ਹੀ ਜਾਵੇ। ਮੈਨੂੰ ਲੱਗਦਾ ਤਾਂ ਨਹੀਂ ਹੈਗਾ, ਪਰ ਮੈਂ ਥੋੜੀ ਬਹੁਤ ਉਮੀਦ ਕਰਦਾ ਸ਼ਾਇਦ ਤੁਹਾਨੂੰ ਆ ਹੀ ਜਾਵੇ। ਹਾਂਜੀ, ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਦੇ ਹਾਂ। ਵੀਰ ਤੇਜਵੀਰ ਸਿੰਘ, ਸੁਖਜਿੰਦਰ ਸਿੰਘ ਵੀਰ ਨੂੰ ਬੇਨਤੀ ਹੈ ਕਿ ਜੇ ਉਹਨਾਂ ਨੇ ਕੋਈ ਗੱਲਬਾਤ ਕਰਨੀ ਹੈ ਐਂਡ 'ਚ, ਤਾਂ ਤੁਸੀਂ ਆਪਣੀ ਕੋਈ ਗੱਲਬਾਤ ਕਰੋ, ਫਿਰ ਆਪਾਂ ਜਿਹੜਾ ਪ੍ਰੋਗਰਾਮ ਹੈ ਉਹਦੀ ਸਮਾਪਤੀ ਕਰਦੇ ਹਾਂ। ਹਾਂਜੀ ਸੁਖਜਿੰਦਰ ਸਿੰਘ।
ਨਹੀਂ ਹਾਂਜੀ ਬਿਲਕੁਲ ਜੀ। ਜਿਸ ਤਰ੍ਹਾਂ ਮੈਂ ਤਾਂ ਆਪਾਂ ਜਿਹੜੇ ਅੱਗੇ ਗੱਲ ਕਰ ਰਹੇ ਸੀਗੇ ਉਸ ਹਿਸਾਬ ਤੇ ਮੈਂ ਕਹਿੰਦਾ ਕਿ ਜਾਗਰੂਕ ਸਗੋਂ ਚਾਹੁੰਦੇ ਹੋਣਗੇ ਕਿ ਭਾਈ ਸਾਹਿਬ ਪਿਕਚਰ ਦੇ ਵਿੱਚ ਰਹਿਣ, ਕਿਉਂਕਿ ਇੱਕ ਮਿੰਟ ਲਈ ਆਪਾਂ ਮੰਨ ਲਈਏ ਜੇ ਭਾਈ ਸਾਹਿਬ ਪਿਕਚਰ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਫਿਰ ਇਹਨਾਂ ਕੋਲ ਮੁੱਦਾ ਕੀ ਹੋਊਗਾ ਕਿ ਆਪਣੇ ਪ੍ਰਚਾਰ ਕਰਨ ਦਾ ਜਾਂ ਕਿਸੇ ਨੂੰ ਭੰਡਣ ਦਾ, ਆਪਣੇ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਬਹਿਣ ਦਾ ਇਹਨਾਂ ਕੋਲ ਕੋਈ ਮੁੱਦਾ ਨਹੀਂ ਰਹਿ ਜਾਊਗਾ। ਇਹ ਸਗੋਂ ਚਾਹੁੰਦੇ ਆ ਕਿ ਭਾਈ ਸਾਹਿਬ ਇਸੇ ਤਰ੍ਹਾਂ ਰਹਿਣ, ਅਸੀਂ ਇਹਨਾਂ ਦੇ ਨਾਂ ਤੇ ਇਹਨਾਂ ਨੂੰ ਭੰਡ ਕੇ ਇੱਕ ਤਾਂ ਟਕਸਾਲ ਨੂੰ ਖੁਸ਼ ਕਰ ਸਕੀਏ ਤੇ ਦੂਸਰਾ ਜਿਹੜੇ ਆਪਣੇ ਜਿਹੜੀਆਂ ਦੁਕਾਨਦਾਰੀਆਂ ਵਾ ਉਹਨਾਂ ਨੂੰ ਸਲਾਮਤ ਰੱਖ ਸਕੀਏ। ਸੋ ਪਰ ਹੁਣ ਜ਼ਿਆਦਾ ਦੇਰ ਮੇਰੇ ਹਿਸਾਬ ਨਾਲ, ਕਿਉਂਕਿ ਜਿਸ ਤਰ੍ਹਾਂ ਆਪਣੇ ਭਾਈ ਸਾਹਿਬ ਆਪਣੀ ਜਨਰੇਸ਼ਨ ਨੂੰ ਜਿਸ ਤਰ੍ਹਾਂ ਮੋਟੀਵੇਟ ਕਰ ਰਿਹਾ, ਗਾਈਡ ਕਰ ਰਿਹਾ, ਹੁਣ ਜ਼ਿਆਦਾ ਟਾਈਮ ਨਹੀਂ ਗਾ ਇਹਨਾਂ ਦਾ। ਬਸ ਇਹ ਤਾਂ ਪਿਕਚਰ ਚੋਂ ਮੇਰੇ ਹਿਸਾਬ ਨਾਲ ਤਾਂ ਹੁਣ ਨੇੜੇ ਤੇੜੇ ਯਾਦ ਇਹਨਾਂ ਦੇ ਤੇ ਹੋਣੇ ਵੀ ਚਾਹੀਦੇ ਆ, ਕਿਉਂਕਿ ਬਹੁਤ ਜ਼ਿਆਦਾ ਇਹਨਾਂ ਲੁੱਟ ਕੇ ਖਾਦਾ ਵਾ। ਤੇ ਹੁਣ ਜਾਂ ਤਾਂ ਸਹੀ ਟਰੈਕ ਤੇ ਆ ਜਾਣਗੇ ਜਾਂ ਫਿਰ ਆਪਣੇ ਘਰੋਂ ਘਰੇ ਅੱਧੇ ਜ਼ਿਆਦਾ ਤਾਂ ਘਰੋਂ ਵੈਸੇ ਹੀ ਬਹਿ ਗਿਆ ਕਰੋਨਾ ਦਾ ਕਰਕੇ, ਬਾਕੀ ਰਹਿੰਦੇ ਹੁਣ ਵੈਸੇ ਵੀ ਬਹਿ ਜਾਣਗੇ। ਨਹੀਂ, ਕਰੋਨਾ ਨੇ ਜਿਹੜਾ ਇਹਨਾਂ ਦਾ ਰੱਬ ਬਣਾਇਆ ਹੋਇਆ ਸੀਗਾ ਹਨਾ, ਉਹ ਤਾਂ ਲਿਆ ਕੇ ਲੋਕਾਂ ਦੇ ਕੋਲ ਲਿਆ ਕੇ ਨੰਗਾ ਕਰ ਦਿੱਤਾ। ਬਿਲਕੁਲ ਉਹਦੀ ਚੀਜ਼ ਰਿਕਾਰਡ ਕਰਤੀ ਜੇ ਸਾਰੀ। ਤੁਸੀਂ ਜੇ ਉਸ ਸਿੱਧਾ ਇੱਕੋ ਚੀਜ਼ ਹੈ ਵੀ ਜੇ ਨਿਯਮਾਂ ਨੂੰ ਨਹੀਂ ਮੰਨਣਾ ਤੇ ਤੁਸੀਂ ਜਿਹੜਾ ਆ ਉਹ ਇਹੋ ਜਿਹੀਆਂ ਆਫਤਾਂ ਜਿਹੜੀਆਂ ਆ ਆਉਂਦੀਆਂ ਰਹਿਣੀਆਂ ਆ। ਇਹ ਬੰਦੇ ਕਹਿੰਦੇ ਹੁੰਦੇ ਸੀ ਮਰਿਆਦਾ ਦਾ ਹਨਾ ਜੀ, ਕਹਿੰਦੇ ਮਰਿਆਦਾ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਹਨਾ। ਆਪਣੇ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਕਿਉਂਕਿ ਮਰਿਆਦਾ ਹੈ ਹਨਾ ਜੀ, ਸਾਡੀ ਪੁਰਾਤਨ ਮਰਿਆਦਾ। ਤੇ ਅੱਜ ਉੱਥੇ ਸੈਨੀਟਾਈਜ਼ਰ ਲਾ ਕੇ ਹੱਥਾਂ ਦੇ ਉੱਤੇ ਅੰਦਰ ਜਾਣ ਦਿੱਤਾ ਜਾਂਦਾ। ਆਪਣੇ ਇੰਗਲੈਂਡ 'ਚ ਵੀ ਥੋੜੇ ਜਿਹੇ ਗੁਰਦੁਆਰੇ ਹੁਣ ਓਪਨ ਹੋਏ ਆ ਤੇ ਉਹ ਅੰਦਰ ਹੁਣ ਸੈਨੀਟਾਈਜ਼ਰ ਲਾ ਕੇ ਜਾਣ ਦਿੰਦੇ ਆ। ਤੇ ਤੁਹਾਨੂੰ ਪਤਾ ਹੀ ਆ ਸੈਨੀਟਾਈਜ਼ਰ ਦੇ ਵਿੱਚ 90% ਅਲਕੋਹਲ ਹੁੰਦੀ ਆ। 90% ਅਲਕੋਹਲ ਜੀ। ਹਾਂਜੀ, ਉਹ ਮਰਿਆਦਾ ਭਲਾ ਪੁੱਛਣ ਵਾਲਾ ਹੋਵੇ ਵੀ ਉਹ ਮਰਿਆਦਾ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ, ਜਿਹੜੀ ਹੁਣ ਜਦੋਂ ਮੌਕਾ ਬਣਿਆ ਨਾ ਉਸ ਵੇਲੇ ਮਰਿਆਦਾ ਵੀ ਉਹ ਚੇਂਜ ਹੋ ਗਈ। ਮੈਂ ਇੱਕ ਦਿਨ ਇੱਥੋਂ ਲੰਘਿਆ ਜਾਂਦਾ ਸੀ, ਆਪਣੇ ਸਮੈਥਿਕ ਗੁਰਦੁਆਰਾ ਕਾਫੀ ਵੱਡਾ ਜਿਹੜਾ ਗੁਰਦੁਆਰਾ ਹੈ ਨਾ ਜੀ, ਗੁਰੂ ਨਾਨਕ ਗੁਰਦੁਆਰਾ ਸਮੈਥਿਕ, ਹੁਣ ਤਾਂ ਸ਼ਾਇਦ ਓਪਨ ਹੋ ਗਿਆ, ਪਰ ਜਦੋਂ ਬੰਦ ਸੀਗਾ ਤਾਂ ਉਹਨਾਂ ਨੇ ਲਿਆ ਕੇ ਗੋਲਕ ਜਿਹੜੀ ਸੀ ਉਹ ਗੇਟ ਦੇ ਮੂਹਰੇ ਰੱਖ ਦਿੱਤੀ। ਹਾਂਜੀ, ਐਂਟਰੈਂਸ ਦੇ ਉੱਤੇ ਗੋਲਕ ਪਈ ਸੀ ਉਹਨਾਂ ਦੀ। ਤਾਂ ਮੈਂ ਸਵੇਰ ਨੂੰ ਕੰਮ ਲਈ ਉੱਥੋਂ ਜਾ ਰਿਹਾ ਸੀਗਾ ਤੇ ਮੈਂ ਦੇਖਦਾ ਸੀ ਲੋਕੀ ਉੱਥੇ ਮੂਹਰੇ ਪੌੜੀਆਂ ਦੇ ਉੱਤੇ ਮੱਥਾ ਟੇਕ ਕੇ ਤਾਂ ਗੋਲਕ ਦੇ ਵਿੱਚ ਪੈਸੇ ਪਾ ਕੇ ਤਾਂ ਅੱਗੇ ਜਾਈ ਜਾਂਦੇ ਸੀ ਹਨਾ ਜੀ। ਤੇ ਉਹ ਹੁਣ ਮਰਿਆਦਾ ਜੇ ਸੋਚਣ ਵਾਲਾ ਗੱਲ ਹੋਵੇ ਮਰਿਆਦਾ ਉਹ ਕਦੋਂ ਬਣੀ ਸੀ ਵੀ ਗੇਟ ਦੇ ਮੂਹਰੇ ਵੀ ਗੋਲਕ ਆ ਸਕਦੀ ਆ ਤੇ ਗੇਟ ਤੋਂ ਵੀ ਮੱਥਾ ਟੇਕਿਆ ਜਾਂਦਾ ਹੈ। ਮਤਲਬ ਰੱਬ ਅੰਦਰ ਗੁਰਦੁਆਰੇ ਦਾ ਤੇ ਗੋਲਕ ਚੱਲ ਕੇ ਬਾਹਰ ਆ ਗਈ ਹੈ। ਹਾਂ, ਗੋਲਕ ਮਸਲਾ ਤਾਂ ਅਸਲੀ ਗੋਲਕ ਦਾ ਹੀ ਆ ਨਾ, ਵੀ ਗੋਲਕ ਤੁਰਦੀ ਫਿਰਦੀ ਰਹਿਣੀ ਚਾਹੀਦੀ ਆ। ਬਾਕੀ ਦਾ ਕੋਈ ਚੱਕਰ ਹੀ ਨਹੀਂ ਹੈਗਾ। ਜੇ ਗੋਲਕ ਦੇ ਵਿੱਚ ਪੈਸੇ ਨਾ ਪੈਣ ਤਾਂ ਫੇਰ ਪ੍ਰੋਬਲਮ ਤਾਂ ਪੈਂਦੀ ਫੇਰ ਆ ਨਾ। ਜੇ ਉਹ 'ਚ ਪਈ ਜਾਂਦੇ ਆ ਫੇਰ ਤਾਂ ਕੋਈ ਰੌਲਾ ਨਹੀਂ, ਫੇਰ ਤਾਂ ਸਾਡਾ ਸਿਸਟਮ ਚੱਲੀ ਜਾਂਦਾ ਹੈ। ਜਦ ਕਿ ਗੌਰਮੈਂਟਾਂ ਨੇ ਜਿਹੜੇ 3-3 ਮਹੀਨੇ ਜਿੰਨੀਆਂ ਸੰਸਥਾਵਾਂ ਬੰਦ ਰਹੀਆਂ ਉਹਨਾਂ ਨੂੰ ਪੂਰੀ ਹੈਲਪ ਦਿੱਤੀ ਹੈ। ਜਾਣੀ ਉਹ ਗੌਰਮੈਂਟ ਨੇ ਕੋਈ ਉਹਨਾਂ ਦੇ ਬੰਦ ਨਹੀਂ ਕੀਤੇ ਫੰਡ, ਜਿੰਨੇ ਚੈਰਿਟੀਆਂ ਨੂੰ ਫੰਡ ਆਉਂਦੇ ਸੀਗੇ ਪੂਰੇ ਸਾਲ ਦਾ ਜਿੱਦਾਂ ਜੋ ਆਡਿਟ ਹੁੰਦਾ ਸੀਗਾ ਉਹਦੇ 3 ਮਹੀਨਿਆਂ ਦੀ ਰਿਬੇਟ ਜਿਹੜੀ ਆ ਗਵਰਨਮੈਂਟ ਨੇ ਕੋਲੋਂ ਦਿੱਤੀ ਹੈ। ਜਿਹੜੇ ਲੋਕੀ ਘਰੇ ਬੈਠੇ ਸੀ ਉਹਨਾਂ ਨੂੰ ਗਵਰਨਮੈਂਟ ਨੇ ਪੇ ਦਿੱਤੀ ਹੈ। ਇੰਨੀਆਂ ਸਹੂਲਤਾਂ ਮਿਲਣ ਦੇ ਬਾਅਦ ਵੀ ਲਿਆ ਕੇ ਗੋਲਕ ਚੱਕ ਕੇ ਗੇਟ ਦੇ ਮੂਹਰੇ ਰੱਖ ਦਿੱਤੇ ਹਨਾ। ਉਹ ਕਰਕੇ ਹੁਣ ਜਿਹੜਾ ਪੂਰਾ ਸਾਲ ਦਾ ਹਿਸਾਬ ਕਿਤਾਬ ਹੈ ਉਹ ਥੋੜੀ ਪੂਰਾ ਇਹਦਾ ਦਿਖਾੜੀ ਦਾ ਵਿੱਚ ਕਿੰਨਾ ਹੁੰਦਾ ਆ, ਕਿਉਂਕਿ ਉਹਦੇ 'ਚ ਬਹੁਤ ਚੋਰ ਮੋਰੀਆਂ ਤਾਂ ਚਲੋ ਹੁੰਦੀਆਂ ਹੀ ਨੇ ਹਨਾ। ਤੇ ਇਹ ਤੁਸੀਂ ਦੇਖੋ ਵੀ ਮਰਿਆਦਾ ਫਿਰ ਕਿੱਦਾਂ ਬਦਲਦੀ ਹੈ ਜਦੋਂ ਗੱਲ ਆਉਂਦੀ ਹੈ ਗੋਲਕ ਦੀ, ਜਦੋਂ ਗੱਲ ਆਉਂਦੀ ਹੈ ਪੈਸੇ ਦੀ, ਜਦੋਂ ਗੱਲ ਆਉਂਦੀ ਹੈ ਸਾਰੇ ਚੀਜ਼ਾਂ ਦੀ, ਤਾਂ ਮਰਿਆਦਾ ਮਿੰਟੋ ਮਿੰਟੀ ਜਿਹੜੀ ਆ ਉਹ ਚੇਂਜ ਹੋ ਜਾਂਦੀ ਹੈ। ਤੇ ਜਿੱਦਣ ਗੱਲ ਆਉਂਦੀ ਹੈ ਬੀਬੀਆਂ ਨੂੰ ਸਿਰਫ ਕੀਰਤਨ ਕਰਨ ਦੀ ਕਿ ਦਰਬਾਰ ਸਾਹਿਬ 'ਚ ਕੀਰਤਨ ਕਰ ਲੈਂਦੇ ਹੋ ਭਾਈ, ਨਹੀਂ ਕਹਿੰਦੇ ਸਾਡੀ ਮਰਿਆਦਾ ਆ, ਅਸੀਂ ਇਹਨੂੰ ਨਹੀਂ ਤੋੜ ਸਕਦੇ। ਬਾਕੀ ਸਾਰੀਆਂ ਹਾਂਜੀ ਇਹੀ ਮੈਂ ਕਹਿਣ ਲੱਗਾ ਸੀਗਾ ਕਿ ਆਪਣੀਆਂ ਪੁਰਾਤਨ ਮਰਿਆਦਾਵਾਂ ਤਾਂ ਆਪਾਂ ਅਜੇ ਤੱਕ ਸੁਣਦੇ ਆਏ ਕਿ ਆਪਾਂ ਪੁਰਾਤਨ ਮਰਿਆਦਾ ਤੋੜ ਨਹੀਂ ਸਕਦੇ। ਹਾਂਜੀ, ਨਾ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਦੀ ਤੋੜ ਸਕਦੇ ਆ, ਨਾ ਟਕਸਾਲ ਦੀ ਕੋਈ ਵੀ ਪੁਰਾਤਨ ਮਰਿਆਦਾ। ਜੇ ਆਪਾਂ ਉਹਨਾਂ ਤੇ ਸਵਾਲ ਨਹੀਂ ਕਰ ਸਕਦੇ, ਕੋਈ ਵੀ ਨਹੀਂ ਤੋੜ ਸਕਦੇ, ਫਿਰ ਇਹ ਮਰਿਆਦਾ ਆਪਾਂ ਕਿੱਦਾਂ ਤੋੜ ਸਕਦੇ ਆ? ਵੀ ਮਤਲਬ ਜਿੱਥੇ ਸਾਨੂੰ ਸੂਤ ਬਹਿੰਦਾ ਸੀ ਉਹ ਮਰਿਆਦਾ ਦਾ ਤੋੜ ਸਕਦੇ ਆ, ਉਹਨੂੰ ਤਾਂ ਜਿਸ ਤਰ੍ਹਾਂ ਕਹਿੰਦੇ ਰੀਨਿਊ ਕਰ ਸਕਦੇ ਆ, ਪਰ ਜਿਹੜੀਆਂ ਸਾਡੇ ਅੰਗੇਜ ਜਾਂਦੀਆਂ ਉਹ ਮਰਿਆਦਾ ਨਹੀਂ ਤੋੜ ਸਕਦੇ। ਨਹੀਂ, ਬਿਲਕੁਲ ਇਸੇ ਕਿਉਂਕਿ ਜਦੋਂ ਦੇਖਿਆ ਜਾਂਦਾ ਨਾ, ਜਦੋਂ ਇਹ ਸਾਰੇ ਆਪਾਂ ਸਟਰਕਚਰ ਨੂੰ ਸਮਝਣਾ ਸ਼ੁਰੂ ਕਰਦੇ ਆ, ਜਿੰਨਾ ਅੱਜ ਦਾ ਧਾਰਮਿਕ ਸਟਰਕਚਰ ਬਣਿਆ ਹੋਇਆ, ਇਹ ਇਕੱਲਾ ਸਿੱਖ ਧਰਮ ਦੀ ਗੱਲ ਨਹੀਂ ਹੈਗੀ।
ਧਾਰਮਿਕ ਸਟਰਕਚਰ ਸਾਰੇ ਧਰਮ ਜਿਹਦੇ 'ਚ ਆ ਜਾਂਦੇ ਆ, ਸਾਰੇ ਮਜ਼ਹਬ ਆ ਜਾਂਦੇ ਖਾਸ ਕਰਕੇ, ਕਿਉਂਕਿ ਧਰਮ ਜਿਹੜਾ ਆ ਆਪਾਂ ਉਹਦੀ ਗੱਲ ਤਾਂ ਅੱਗੇ ਬਹੁਤ ਕਰਦੇ ਰਹਿੰਦੇ ਆ ਕਿ ਜਿਹੜਾ ਧਰਮ ਹੈ ਉਹ ਤਾਂ ਇੱਕੋ ਹੀ ਹੈ, ਉਹ ਤਾਂ ਜਿਹੜਾ ਕੁਦਰਤ ਦਾ ਬਣਾਇਆ ਹੋਇਆ ਵਿਧਾਨ ਹੈ, ਕੁਦਰਤ ਦਾ ਬਣਾਇਆ ਹੋਇਆ ਨਿਯਮ ਹੈ, ਉਹੀ ਧਰਮ ਹਾਂਜੀ ਉਹਨੂੰ ਹੀ ਆਪਾਂ ਧਰਮ ਕਹਿੰਦੇ ਆ। ਉਹ ਤਾਂ ਸਿਰਫ ਇੱਕੋ ਹੀ ਹੈ, ਹਨਾ ਜੀ। ਤੇ ਪਰ ਜਿਹੜੇ ਮਜ਼ਹਬ ਬਣਾਏ ਹੋਏ ਆ, ਜੋ ਇਨਸਾਨਾਂ ਨੇ ਆਪ ਬਣਾਏ ਆ, ਜਿਹਦੀਆਂ ਜਿਹੜੇ ਲਾਜ਼ ਨੇ, ਜਿਹੜੇ ਉਹਦੇ ਕਾਨੂੰਨ ਹੈ, ਉਹ ਵੀ ਇਨਸਾਨ ਦੇ ਬਣਾਏ ਹੋਏ ਆ, ਪੁਜਾਰੀ ਦੇ ਬਣਾਏ ਹੋਏ ਆ। ਤੇ ਜਿਹੜਾ ਪੁਜਾਰੀ ਨੂੰ ਚੰਗਾ ਲੱਗਦਾ ਆ, ਉਹ ਜਿਹੜਾ ਵੀ ਕਾਨੂੰਨ ਉਹਨੂੰ ਚੰਗਾ ਲੱਗਦਾ ਬਦਲਣ ਨੂੰ, ਉਹ ਬਦਲਣ ਦਿੰਦਾ ਹੈ। ਉਦੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਉਹਦੇ ਕਮਾਈ 'ਚ ਘਾਟਾ ਪੈਣਾ ਸ਼ੁਰੂ ਹੁੰਦਾ ਆ, ਤਾਂ ਹਰੇਕ ਕਾਨੂੰਨ ਬਦਲਣ ਲਈ ਤਿਆਰ ਹੋ ਜਾਂਦਾ ਹੈ। ਤੇ ਜਿੱਦਣ ਉਹਦੀ ਕਮਾਈ ਜਿਸ ਤਰੀਕੇ ਨਾਲ ਵਧੀਆ ਚਲੀ ਜਾਂਦੀ ਹੈ, ਤਾਂ ਫਿਰ ਉਹ ਉਸ ਚੀਜ਼ ਦਾ ਕਦੇ ਉਹ ਸਾਥ ਨਹੀਂ ਦਿੰਦਾ। ਸੋ ਐਂਡ ਆਫ ਦਾ ਡੇ ਜਿਹੜੀ ਗੱਲ ਆਪਣੀ ਉਸੇ ਜਗ੍ਹਾ ਤੇ ਆਉਂਦੀ ਹੈ ਕਿ ਮਜ਼ਹਬਾਂ ਦੀਆਂ ਕਈਆਂ ਹੋਈਆਂ ਜਿਹੜੀਆਂ ਗੱਲਾਂ ਨੇ, ਉਸ ਨੂੰ ਆਪਾਂ ਤਰਕ ਦੇ ਉੱਤੇ ਜਦੋਂ ਲਾ ਕੇ ਵੇਖਾਂਗੇ, ਜਦੋਂ ਉਹਦੇ ਵਿੱਚੋਂ ਆਪਾਂ ਨੂੰ ਮਿਲਦਾ ਕੀ ਹੈ ਅੱਜ, ਆਪਾਂ ਕੱਢਣਾ ਕੀ ਹੈ ਅੱਜ, ਜਦੋਂ ਆਪਾਂ ਉਹਦੇ 'ਚ ਦੇਖਦੇ ਹਾਂ ਕਿ ਸਾਨੂੰ ਉਹਦੇ 'ਚ ਫਾਇਦਾ ਕੀ ਹੁੰਦਾ, ਜਦੋਂ ਆਪਾਂ ਉਹ 'ਤੇ ਗੱਲ ਕਰਾਂਗੇ, ਫਿਰ ਪੁਜਾਰੀ ਸਾਡਾ ਵਿਰੋਧੀ ਹੋਣਾ ਉਹਦਾ, ਕਿਉਂਕਿ ਅੱਜ ਦੇ ਦਿਨ 'ਚ ਮੈਨੂੰ ਲੱਗਦਾ ਨਹੀਂ ਉਹਦੇ 'ਚੋਂ ਆਪਾਂ ਨੂੰ ਕੁਝ ਮਿਲ ਰਿਹਾ, ਹਨਾ। ਗੋਲਕ ਦੇ ਵਿੱਚ ਮਾਇਆ ਪੈ ਰਹੀ ਹੈ, ਪਰ ਆਊਟਪੁੱਟ ਕੋਈ ਨਹੀਂ ਹੈ, ਹਨਾ। ਸਿਰਫ ਇੱਕ ਅਸੀਂ ਲੰਗਰ ਚਲਾਉਂਦੇ ਆ, ਸਾਡੇ 4 ਕਿਸਮਾਂ ਦੀ ਦਾਲ ਹੁੰਦੀ ਹੈ, ਅਸੀਂ ਦਹੀਂ ਖਿਲਾਉਂਦੇ ਆ, ਸਾਡੇ 7 ਦਿਨਾਂ ਦਾ ਜਿਹੜਾ ਮੈਨੂ ਹੈ ਉਹ ਵੱਖੋ ਵੱਖਰਾ ਹੁੰਦਾ ਹੈ। ਸਿਰਫ ਇਹ ਕਹਿ ਕੇ ਥੋੜੀ ਸਰਨਾ। ਅੱਜ ਜਦੋਂ ਕਰੋਨਾ ਆਇਆ, ਅੱਜ ਮੇਰੇ ਖਿਆਲ 4ਥਾ ਮਹੀਨਾ ਚੱਲ ਪਿਆ ਕਈਆਂ ਨੂੰ ਘਰੇ ਬੈਠਿਆਂ ਨੂੰ, ਹਨਾ ਜੀ। ਤਾਂ ਸੋਚ ਕੇ ਉਸ ਵੇਲੇ 4 ਮਹੀਨੇ ਤਾਂ ਲੰਗਰ ਵੀ ਬੰਦ ਰਹੇ, ਕਿ ਜਿਹੜੇ ਦੁਨੀਆ ਦੇ ਮੁਲਕ ਸੀ ਉਹ ਭੁੱਖੇ ਮਰ ਗਏ। ਬਿਲਕੁਲ ਜਦੋਂ ਭਾਈ ਸਾਹਿਬ ਨੇ ਉਦੋਂ ਲੰਗਰ ਦੀ ਗੱਲ ਕੀਤੀ ਸੀ ਨਾ, ਵੀ ਲੰਗਰ ਨੂੰ ਜਿੱਦਾਂ ਵੱਡਾ ਕਰੋ, ਵੀ ਲੰਗਰ ਵੱਡਾ ਕਰਨਾ ਚਾਹੀਦਾ, ਉਸ ਵੇਲੇ ਵੀ ਇਸੇ ਚੀਜ਼ ਦਾ ਵਿਰੋਧ ਹੋਇਆ ਸੀ, ਵੀ ਨਹੀਂ, ਵੀ ਲੰਗਰ ਦਾ ਵਿਰੋਧੀ ਹੈ ਢੰਡਰੀਆਂ ਵਾਲਾ। ਲੰਗਰ ਨੂੰ ਵੱਡੇ ਕਰਨ ਦੀ ਗੱਲ ਇੱਥੇ ਹੀ ਆਉਂਦੀ ਸੀ। ਪੈਸੇ ਤਾਂ ਹੁਣ ਇੰਡੀਆ ਦੀ ਗੌਰਮੈਂਟ ਨੇ ਵੀ ਰਿਲੀਜ਼ ਕੀਤੇ, ਹਨਾ, ਫੰਡ ਰਿਲੀਜ਼ ਕੀਤੇ, ਪਰ ਮਿਲੇ ਕਿਸੇ ਨੂੰ ਨਹੀਂ ਮਿਲੇ ਉਹ ਗੱਲ ਵੱਖਰੀ ਹੈ। ਪਰ ਜਿਹੜੇ ਇਹਨਾਂ ਮੁਲਕਾਂ 'ਚ ਰਿਲੀਜ਼ ਹੋਏ, ਉਹ ਤਾਂ ਸਾਰੇ ਦੁਨੀਆ ਨੂੰ ਮਿਲੇ ਆ। ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਬੰਦੇ ਘਰਾਂ 'ਚ ਬੈਠੇ ਆ, ਸਾਰਿਆਂ ਨੂੰ 80% ਪੇ ਮਿਲਦੀ ਰਹੀ ਹੈ, 90% ਪੇ ਮਿਲਦੀ ਰਹੀ ਹੈ, ਹਨਾ, ਘਰੇ ਬੈਠਿਆ। ਤੇ ਆਪਣੇ ਬੰਦਿਆਂ ਨੇ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਘਰਾਂ ਦੇ ਕੰਮ ਕੁਮ ਛੇੜ ਕੇ, ਜਿਹੜੇ ਆਪਣੇ ਰਹਿੰਦੇ ਰੁੰਦੇ ਕੰਮ ਸੀਗੇ ਉਹ ਕਰ ਲਏ, ਹਨਾ। ਨਾਲੇ ਉਧਰੋਂ ਪੇ ਆਉਂਦੀ ਰਹੀ, ਤਾਂ ਇੱਧਰੋਂ ਜਿਹੜੇ ਉਹਨਾਂ ਦੇ ਬੱਚੇ ਖੁਸ਼ੇ ਕੰਮ ਸੀ ਉਹਨਾਂ ਨੇ ਉਹੀ ਸ਼ੁਰੂ ਕਰ ਲਏ, ਹਨਾ। ਪਰ ਜਦੋਂ ਕਿ ਆਪਾਂ ਇਹਨਾਂ ਲੋਕਾਂ ਨੂੰ ਦੇਖਦੇ ਆ, ਤਾਂ ਇਹਨਾਂ ਲੋਕਾਂ ਨੇ ਉਹ ਜਿਹੜਾ ਟਾਈਮ ਸੀਗਾ ਉਹ ਆਪਣੇ ਪਰਿਵਾਰ ਦੇ ਨਾਲ ਜਿਹੜਾ ਉਹ ਸਪੈਂਡ ਕਰਕੇ ਜਿਹੜਾ ਬਤਾਇਆ, ਗੋਰਿਆਂ ਨੇ ਖਾਸ ਕਰਕੇ, ਹਨਾ। ਆਪਾਂ ਸਾਰੇ ਚੀਜ਼ਾਂ ਨੂੰ ਦੇਖਦੇ ਆ, ਮੈਨੂੰ ਲੱਗਦਾ ਹੈ ਐਂਡ ਦੇ ਵਿੱਚ ਨਾ ਗੱਲ ਸੁਭਾਅ ਤੇ ਆਉਂਦੀ ਹੈ। ਜਿਹੜੇ ਅਸੀਂ ਮੁਲਕ ਦੇ ਵਿੱਚ ਜੰਮੇ ਪਲੇ ਆ, ਜਿਹੜੇ ਅਸੀਂ ਜਿੱਥੇ ਅਸੀਂ ਹਮੇਸ਼ਾ ਰਹੇ ਆ, ਉੱਥੇ ਕਿਤੇ ਨਾ ਕਿਤੇ ਸਟਰਕਚਰ ਏਦਾਂ ਬਣ ਗਿਆ, ਤੇ ਉਹ ਸਟਰਕਚਰ ਜਿਹੜਾ ਆ ਉਹ ਜਿਹੜਾ ਤੋੜਨਾ ਆ ਉਹ ਮੇਨ ਜ਼ਰੂਰੀ ਹੈ, ਕਿਉਂਕਿ ਮਾਨਸਿਕਤਾ ਸੁਭਾਅ ਚੋਂ ਨਿਕਲਦੀ ਹੈ, ਤੇ ਜਿਹੜੀ ਮਾਨਸਿਕਤਾ ਆ ਉਹੀ ਸੁਭਾਅ ਅਗਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਘੜਦੀ ਹੈ। ਤੇ ਕਿਤੇ ਨਾ ਕਿਤੇ ਜਦੋਂ ਮਾਨਸਿਕਤਾ ਬਦਲਦੀ ਹੈ ਨਾ, ਤਾਂ ਫੇਰ ਹੀ ਆਉਣ ਵਾਲੀਆਂ ਪੀੜ੍ਹੀਆਂ ਦੇ ਜਿਹੜੇ ਸੁਭਾਅ ਆ ਉਹਨਾਂ ਦੇ ਵਿੱਚ ਪਰਿਵਰਤਨ ਆਉਂਦਾ ਆ। ਇਹਨਾਂ ਮੁਲਕਾਂ ਦੇ ਵਿੱਚ ਆ ਕੇ ਬਹੁਤ ਛੇਤੀ ਆਪਾਂ ਇਹਨਾਂ ਮੁਲਕਾਂ ਦਾ ਜਿਹੜਾ ਸਟਰਕਚਰ ਆ ਉਹਨੂੰ ਆਪਾਂ ਕਾਪੀ ਕਰ ਲੈਂਦੇ ਹਾਂ, ਤੇ ਜੇ ਨਹੀਂ ਕਾਪੀ ਕਰ ਸਕਦੇ ਤਾਂ ਫਿਰ ਉਹ ਬੰਦਾ ਜਿਹੜਾ ਆ ਉਹ ਇਹਨਾਂ ਮੁਲਕਾਂ 'ਚ ਵੀ ਧੱਕੇ ਹੀ ਖਾਂਦਾ ਆ। ਜੇ ਉੱਥੋਂ ਧੱਕੇ ਖਾਂਦਾ ਆਉਂਦਾ ਆ ਤਾਂ ਫਿਰ ਉਹ ਇੱਥੇ ਵੀ ਆ ਕੇ ਕੁਛ ਨਹੀਂ ਕਰ ਸਕਦਾ, ਨਹੀਂ ਤਾਂ ਇੱਥੇ ਕੰਮ ਜਿਹੜਾ ਆ ਉਹ ਤੁਹਾਨੂੰ ਕਰਨਾ ਹੀ ਪੈਂਦਾ। ਜਦੋਂ ਆਪਾਂ ਉਹ ਚੀਜ਼ ਦੇਖਦੇ ਹਾਂ, ਸਾਡੇ ਪੰਜਾਬੀਆਂ ਦੇ ਸੁਭਾਅ 'ਚ ਹੈ, ਹਨਾ, ਜਿਹਨੂੰ ਕਿ ਆਪਾਂ ਫੁਕਰਾਪਨ ਕਹਿ ਦਿੰਦੇ ਆ, ਉਹ ਸਾਡੇ ਸੁਭਾਅ ਦਾ ਇੱਕ ਹਿੱਸਾ ਆ। ਸਾਨੂੰ ਚੱਕਵੀਆਂ ਗੱਲਾਂ ਚੰਗੀਆਂ ਲੱਗਦੀਆਂ ਆ। ਸਾਨੂੰ ਕਿਸੇ ਟਾਈਮ ਸੀਗਾ ਕਿ ਚੱਕਵੀਆਂ ਗੱਲਾਂ ਕਰਕੇ ਢਾਡੀਆਂ ਨੇ ਸਾਨੂੰ ਪੈਸੇ ਬਣਾਉਣ ਲਈ ਸਾਡੇ ਦਿਮਾਗਾਂ ਦੇ ਉੱਤੇ ਉਹੋ ਜਿਹਾ ਬੋਝ ਪਾ ਲਿਆ। ਫਿਰ ਉਹ ਕਲਾਕਾਰਾਂ ਨੇ ਆ ਕੇ ਜਿਹੜੀ ਇੱਕ ਆਡੀਅנਸ ਸੀਗੀ, ਇੱਕ ਜਿਹੜੀ ਧਾਰਮਿਕ ਆਡੀਅנਸ ਸੀ, ਉਹ ਇਹ ਧਰਮ ਵਾਲੇ ਪਾਸਿਆਂ ਨੇ ਕੈਪਚਰ ਕਰ ਲਈ। ਜਿਹੜੇ ਆਮ ਮੁੰਡੇ ਸੀਗੇ, ਆਮ ਨੌਜਵਾਨ ਸੀ, ਉਹ ਕਲਾਕਾਰਾਂ ਨੇ ਆਪਣੇ ਗਾਣਿਆਂ ਰਾਹੀਂ ਉਹਨਾਂ ਨੂੰ ਉਹ ਜਿਹੜੀ ਸੋਚ ਸੀਗੀ ਉਹ ਉਹਨਾਂ ਦੇ ਦਿਮਾਗਾਂ 'ਚ ਭਰ ਦਿੱਤੀ, ਹਨਾ। ਕਿਤੇ ਨਾ ਕਿਤੇ ਇਹ ਲੱਗਣ ਲੱਗ ਪਿਆ ਵੀ ਅਸੀਂ ਹਥਿਆਰ ਚੱਕ ਕੇ ਜੋ ਮਰਜ਼ੀ ਅਸੀਂ ਉਹ ਕਰ ਸਕਦੇ ਹਾਂ, ਹਨਾ। ਉਹ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਇੱਕ ਤਰੀਕੇ ਨਾਲ। ਤੇ ਅੱਜ ਜਦੋਂ ਉਹ ਮਾਨਸਿਕਤਾ ਨੂੰ ਤੋੜਿਆ ਜਾ ਰਿਹਾ ਹੈ ਭਾਈ ਰਣਜੀਤ ਸਿੰਘ ਵੱਲੋਂ, ਹਨਾ, ਅੱਜ ਕਿਹਾ ਜਾ ਰਿਹਾ ਵੀ ਜਿਹੜੇ ਹਥਿਆਰ ਹੈ ਉਹ ਅਸੀਂ ਨਹੀਂ ਵਰਤ ਸਕਦੇ, ਉਹ ਸਾਡਾ ਅੱਜ ਡੈਮੋਕ੍ਰੈਟਿਕ ਟਾਈਮ ਦੇ ਵਿੱਚ ਅਸੀਂ ਉਹਨੂੰ ਚਲਾ ਨਹੀਂ ਸਕਦੇ, ਸਿਰਫ ਉਹ ਸੈਲਫ ਡਿਫੈਂਸ ਲਈ ਆਪਾਂ ਉਹਨਾਂ ਨੂੰ ਰੱਖ ਸਕਦੇ ਹਾਂ, ਪਰ ਉਹਨਾਂ ਦਾ ਕੋਈ ਕੰਮ ਨਹੀਂ ਹੈਗਾ। ਉਹ ਗੱਲਾਂ ਜਦੋਂ ਹੁਣ ਕਰਦੇ ਆ ਤਾਂ ਫਿਰ ਪਿੱਟ ਸਿਆਪਾ ਪੈਣਾ ਜਿਹੜਾ ਸੀਗਾ ਉਹ ਲਾਜ਼ਮੀ ਸੀ, ਹਨਾ। ਸੰਪਰਦਾਇਆਂ ਦੇ ਵਿੱਚ ਤਾਂ ਉਹ ਪੈਣਾ ਹੀ ਸੀਗਾ, ਹਨਾ। ਪਰ ਉਹ ਜਾਗਰੂਕਾਂ 'ਚ ਵੀ ਚਲੋ ਪੈ ਗਿਆ, ਆਪਾਂ ਉਹਨੂੰ ਵੀ ਦੇਖ ਲਿਆ, ਹਨਾ ਜੀ।
ਤਾਂ ਹੁਣ ਆਪਾਂ ਅਖੀਰਲੇ ਵਿੱਚ ਜਾਂਦੇ ਜਾਂਦੇ ਆਪਾਂ ਫਿਰ ਦੋ ਗੱਲਾਂ ਕਹਿ ਕੇ ਇਹ ਗੱਲ ਨਿਬੇੜਦੇ ਹਾਂ ਵੀ ਚਲੋ ਆਸ ਕਰਦੇ ਹਾਂ ਆਉਣ ਵਾਲੇ ਫਿਊਚਰ ਦੇ ਵਿੱਚ ਤੇ ਸ਼ਾਇਦ ਇਹਦੇ ਚ ਸਾਡੇ ਜਿਹੜੇ ਜਾਗਰੂਕ ਵੀਰ ਨੇ ਉਹ ਕੁਛ ਮਾੜਾ ਮੋਟਾ ਸੋਚ ਵਿਚਾਰ ਕਰਕੇ ਆਪਸ ਵਿੱਚ ਤੇ ਕੋਈ ਨਾ ਕੋਈ ਹੱਲ ਕੱਢਣਗੇ। ਜੇ ਨਹੀਂ ਕੱਢ ਸਕਦੇ ਤਾਂ ਸਾਡੇ ਹਿਸਾਬ ਨਾਲ ਆਉਣ ਵਾਲੇ ਇਤਿਹਾਸ ਦੇ ਵਿੱਚ ਤੁਹਾਡਾ ਨਾਂ ਜਿਹੜਾ ਆ ਉਹ ਟਕਸਾਲ ਦੇ ਜਾਂ ਸੰਪਰਦਾਇਆਂ ਦੇ ਹੀ ਇੱਕ ਧੜੇ ਦੇ ਰੂਪ ਦੇ ਵਿੱਚ ਵੱਜੂਗਾ। ਸੋ ਸਾਡਾ ਫਿਰ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਰਹਿ ਜਾਣਾ। ਤੇ ਵੈਸੇ ਵੀ ਜਿਹੜੀਆਂ ਅੱਜ ਜੋ ਚੱਲ ਰਹੀਆਂ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਦਾ ਸੰਬੰਧ ਤਾਂ ਵੈਸੇ ਹੀ ਇਹਨਾਂ ਨੇ ਤੋੜਿਆ ਹੋਇਆ ਸਾਡੇ ਨਾਲ। ਸੋ ਇਹੀ ਗੱਲਾਂ ਕਰਦੇ ਹੋਏ ਆਪਾਂ ਹੁਣ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜੇ ਤੁਹਾਡੇ ਵੀਰਾਂ ਦੇ ਵਿੱਚੋਂ ਕੋਈ ਐਂਡ 'ਚ ਜੇ ਉਹ ਗੱਲਬਾਤ ਕਹਿਣੀ ਚਾਹੁੰਦਾ ਤਾਂ ਉਹ ਆਪਣੀ ਗੱਲ ਕਰ ਸਕਦਾ। ਤੇਜਵੀਰ ਸਿੰਘ, ਤੁਸੀਂ ਕੋਈ ਗੱਲ ਕਰਨੀ ਹੋਵੇ ਆਖੀਰ 'ਚ? ਹਾਂਜੀ, ਦੋ ਗੱਲਾਂ ਕਰਨੀਆਂ ਨੇ ਜੀ। ਇੱਕ ਤਾਂ ਮੇਰੀ ਹੈਗੀ ਜਿਹੜੀ ਟਕਸਾਲ ਦਾ ਆਪਸ ਵਿੱਚ ਰੌਲਾ ਚੱਲਦਾ ਪਿਆ ਆ। ਜੇ ਤਾਂ ਮੇਰਾ ਕੋਈ ਵੀਰ ਸਾਰੇ ਕੋਈ ਹੁੰਦਾ ਪਿਆ ਟਕਸਾਲ ਦੇ ਵਿੱਚੋਂ ਜਿਹੜੇ ਨਾਲ ਰੌਲਾ ਚੱਲਦਾ ਪਿਆ ਵੀ ਤੁਹਾਡੇ ਅੱਗੇ ਬੇਨਤੀ ਆ ਵੀ ਜੇ ਤੁਹਾਡਾ ਰੌਲਾ ਹੈਗਾ ਆ ਠੀਕ ਹੈ, ਉਹਨੂੰ ਵਿਚਾਰ ਤੁਹਾਡੇ ਮਤਭੇਦ ਹੋ ਸਕਦੇ ਆ, ਤੁਸੀਂ ਉਹਨੂੰ ਆਪਸ ਵਿੱਚ ਨਿਬੇੜੋ। ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਤੁਹਾਡੀ ਭੈਣਾਂ ਦਾ, ਤੁਹਾਡੇ ਨਿਆਣਿਆਂ ਦਾ, ਤੁਹਾਡੀ ਮਾਵਾਂ ਦਾ ਇਹਨਾਂ ਵਿੱਚ ਕੋਈ ਕਸੂਰ ਨਹੀਂ ਹੈਗਾ। ਉਹ ਘਰੇ ਬੈਠੀਆਂ ਨੇ, ਤੁਸੀਂ ਆਪਣੀਆਂ ਕਰਤੂਤਾਂ ਕਰਕੇ ਉਹਨਾਂ ਨੂੰ ਥਾਂ ਥਾਂ ਗਾਲਾਂ ਨਾ ਖਵਾਓ ਵੀ ਉਹਨਾਂ ਨੂੰ ਬੇਵਤ ਹੋਣਾ ਪਵੇ, ਉਹਨਾਂ ਦੀ ਬੇਇੱਜ਼ਤੀ ਹੋਵੇ। ਸੋ ਆਪਣੀ ਸ਼ਬਦਾਵਲੀ ਥੋੜੀ ਸੋਚ ਸਮਝ ਕੇ ਬੋਲੋ। ਤੇ ਬਾਕੀ ਜਿਹੜੇ ਜਾਗਰੂਕ ਹੈ ਮਿਸ਼ਨਰੀ ਆ, ਇਹਨਾਂ ਅੱਗੇ ਇਹ ਬੇਨਤੀ ਆ ਵੀ ਜੇ ਤੁਹਾਡੇ ਕੋਲ ਕੋਈ ਭਾਈ ਸਾਹਿਬ ਜਿਹੜੀ ਗੱਲਾਂ ਆ ਉਹਨਾਂ ਦੇ ਪ੍ਰਤੀ ਕੋਈ ਹੈਗਾ ਤੁਹਾਡਾ ਸ਼ੰਕਾ, ਉਹ ਤੁਸੀਂ ਗੱਲ ਕਰ ਸਕਦੇ ਹੋ। ਇਹ ਸਿਕਿਉਰਿਟੀ ਦੀ ਗੱਲ ਕਰਨੀ ਜਾਂ ਪ੍ਰੋਪਰਟੀ ਦੀ ਗੱਲ ਕਰਨੀ, ਇਹ ਹਾਰਿਆਂ ਹੋਏ ਦੀ ਨਿਸ਼ਾਨੀ ਆ। ਇੱਥੋਂ ਸਾਫ਼ ਪਤਾ ਲੱਗਦਾ ਵੀ ਤੁਹਾਡੇ ਕੋਲ ਹੋਰ ਕੋਈ ਗੱਲ ਹੈ ਨਹੀਂ ਕਰਨ ਨੂੰ, ਨਾ ਤੁਹਾਡੇ ਕੋਲ ਦਲੀਲ ਆ, ਕੁਛ ਨਹੀਂ ਹੈਗਾ। ਇਸ ਕਰਕੇ ਜੇ ਕੋਈ ਗੱਲ ਹੈਗੀ ਤੁਹਾਡੇ ਕੋਲ, ਖੁੱਲ ਕੇ ਸਾਹਮਣੇ ਆ ਕੇ ਖੁੱਲ ਕੇ ਗੱਲ ਕਰੋ। ਇਹ ਤੁਹਾਡੀਆਂ ਗੱਲਾਂ ਨਹੀਂ ਬਣਦੀਆਂ। ਸੋ ਪਲੀਜ਼ ਇਹਨਾਂ ਉੱਤੇ ਥੋੜਾ ਜਿਹਾ ਆਪਣਾ ਦਿਮਾਗ ਲਾਓ। ਧੰਨਵਾਦ ਜੀ। ਹਾਂਜੀ ਹਾਂਜੀ ਵੀਰ ਸੁਖਜਿੰਦਰ ਸਿੰਘ। ਹਾਂਜੀ ਹਾਂਜੀ, ਨਹੀਂ ਬਿਲਕੁਲ ਜੀ। ਇਹਨਾਂ ਗੱਲਾਂ ਨੂੰ ਸੋਚਣਾ ਬਣਦਾ ਵਾ ਆਪਾਂ ਨੂੰ ਵੈਸੇ ਵੀ, ਪਰਸਨਲੀ ਤੌਰ ਤੇ ਵੀ। ਬਟ ਜਿੱਥੋਂ ਤੱਕ ਗੱਲ ਵਾ ਆਪਣੇ ਜਾਗਰੂਕ ਪ੍ਰਚਾਰਕਾਂ ਦੀ, ਤਾਂ ਉਹ ਇਹੋ ਹੀ ਆ ਕਿ ਜੇ ਉਹ ਕਮ ਸੇ ਕਮ ਉਹਨਾਂ ਤੋਂ ਤਾਂ ਇੰਨਾ ਨਿਗਾਹ ਹੋਇਆ ਕਿ ਆਪਣੀ ਸੰਸਥਾ ਨਹੀਂ ਬਣਾ ਸਕੇ। ਕਿਉਂਕਿ ਭਾਜੀ ਜਦੋਂ ਆਪਾਂ ਕੋਈ ਸੰਸਥਾ ਬਣਾਉਂਦੇ ਆ ਉਹਦੇ ਵਿੱਚ ਸਭ ਤੋਂ ਵੱਧ, ਕਿਉਂਕਿ ਆਪਾਂ ਵੀ ਸੰਸਥਾ ਰਨ ਕੀਤੀ, ਆਪਾਂ ਦੇਖਿਆ ਉਹਨਾਂ ਗੱਲਾਂ ਨੂੰ, ਉਹਦੇ ਵਿੱਚ ਇਹ ਹੁੰਦਾ ਕਿ ਨਾਲ ਦੇ ਜਿਹੜੇ ਆ ਉਹਨਾਂ ਤੇ ਯਕੀਨ ਕਰਨਾ ਬਹੁਤ ਜ਼ਰੂਰੀ ਹੁੰਦਾ। ਪਰ ਜਾਗਰੂਕਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਨਿਗਾ ਕਿ ਇੱਕ ਦੂਜੇ ਤੇ ਯਕੀਨ ਨਹੀਂ ਕਰ ਸਕਦੇ। ਸੋ ਸੰਸਥਾ ਬਣਾਉਣਾ ਤਾਂ ਤੁਹਾਡੇ ਵਾਸਤੇ ਦੀ ਗੱਲ ਨਹੀਂ ਗੀ। ਪਰ ਹੁਣ ਜਿਸ ਕਿਸੇ ਬੰਦੇ ਨੇ ਜਿਹਨੇ ਕੋਈ ਸੰਸਥਾ ਬਣਾਈ ਆ, ਉਹਨੂੰ ਆਰਾਮ ਨਾਲ ਜਿਹੜਾ ਉਹਨੂੰ ਰਨ ਕਰਨ ਦਿਓ, ਸਮੂਥਲੀ ਰਨ ਕਰਨ ਦਿਓ, ਤਾਂ ਕਿ ਜਿਹੜੀ ਆਪਣੀ ਜਨਰੇਸ਼ਨ ਆ, ਆਉਣ ਵਾਲੀ ਜਨਰੇਸ਼ਨ, ਉਹਨੂੰ ਕੋਈ ਨਾ ਕੋਈ ਫਾਇਦਾ ਹੋ ਸਕੇ, ਕੋਈ ਨਾ ਕੋਈ ਲਾਹਾ ਲੈ ਸਕੇ, ਕੋਈ ਆਪਣੀ ਜਿਹੜੀ ਆ ਅੱਗੇ ਦੀ ਜਨਰੇਸ਼ਨ ਸੁਧਰ ਸਕੇ। ਸੋ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦਾ ਕੁਛ ਨਾ ਕੁਛ ਸੋਚ ਲਓ। ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਦਾ ਸੋਚ ਲਓ। ਆਪ ਤੁਸੀਂ ਕੁਛ ਕਰਨਾ ਨਹੀਂ, ਜਿਹੜਾ ਕੁਛ ਕਰ ਰਿਹਾ ਉਹਨੂੰ ਕਰ ਲੈ। ਬਸ ਅਖੀਰ ਚ ਮੈਂ ਤਾਂ ਇਹੀ ਬੇਨਤੀ ਕਰਾਂਗਾ ਜਾਗਰੂਕਾਂ ਨੂੰ ਜੀ। ਠੀਕ ਹੈ ਜੀ, ਫਿਰ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਤੇ ਸਾਡੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰ ਦਈਏ ਕਿ ਕੋਸ਼ਿਸ਼ ਰਹੂਗੀ ਸਾਡੀ ਵੀਕ ਦੇ ਵਿੱਚ ਇੱਕ ਜਾਂ ਦੋ ਪ੍ਰੋਗਰਾਮ ਇਹੋ ਜਿਹੇ ਕਰ ਲਈਏ। ਜੇ ਸ਼ਬਦਾਵਲੀ ਦੇ ਵਿੱਚ ਜਾਂ ਕਿਸੇ ਵੀ ਗੱਲਾਂ 'ਚ ਕੋਈ ਗੱਲਬਾਤ ਸਾਤੋਂ ਇੱਧਰ ਉੱਧਰ ਹੋਈ ਹੋਵੇ ਤਾਂ ਅਸੀਂ ਉਹਦੇ ਲਈ ਮਾਫੀ ਮੰਗਦੇ ਹਾਂ। ਤੇ ਬਾਕੀ ਤੁਹਾਡੇ ਉੱਤੇ ਡਿਪੈਂਡ ਹੈ ਕਿ ਤੁਸੀਂ ਵੇਖਣਾ ਚਾਹੁੰਦੇ ਹੋ ਜਾਂ ਨਹੀਂ ਵੇਖਣਾ ਚਾਹੁੰਦੇ, ਉਹਦੇ ਲਈ ਸਾਨੂੰ ਕੋਈ ਫੋਰਸ ਨਹੀਂ ਕਰਦਾ। ਸੋ ਇੰਨੀਆਂ ਹੁਣ ਅਸੀਂ ਬੇਨਤੀਆਂ ਕਰਦੇ ਹਾਂ। ਤਾਂ ਅੱਗੇ ਫਿਰ ਆਪਾਂ ਅਗਲੇ ਹਫ਼ਤਿਆਂ ਦੇ ਵਿੱਚ ਜਿਹੜਾ ਪ੍ਰੋਗਰਾਮ ਦੁਬਾਰਾ ਲੈ ਕੇ ਤੁਹਾਡੇ ਨਾਲ ਇਸੇ ਤਰੀਕੇ ਨਾਲ ਹਾਜ਼ਰ ਹੋਵਾਂਗੇ। ਸੋ ਹੁਣ ਇੰਨੀਆਂ ਗੱਲਾਂ ਕਰਦੇ ਹੋਏ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।